हाँ जी, सब तो पहला तो मैं सारिਆਂ ਨੂੰ सत श्री अकाल करदी हाँ ते कामना करदी तुसीं सारे ठीक होवोगे। ਤੇ ਮੇਰੀ ਸਿਲੈਕਸ਼ਨ ਇਹ ਵਾਲੀ ਜਿਹੜੀ ਫਰਵਰੀ 2022 ਦਾ ਟਾਈਮ ਸੀਗਾ ਜਦੋਂ ਮੈਨੂੰ ਇੱਕ ਕਾਲ ਆਈ ਕਿ ਤੁਸੀਂ ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਪਾਰਟਿਸਿਪੇਟ ਕਰਨਾ ਚਾਹੋਗੇ ਤੇ ਡਿਸਟ੍ਰਿਕਟ ਵਿੱਚੋਂ ਜ਼ੋਨਲ ਲੈਵਲ ਵਿੱਚੋਂ ਤੇ ਸਟੇਟ ਵਿੱਚੋਂ ਮੇਰੀਆਂ ਪੋਜੀਸ਼ਨਸ ਆਈਆਂ ਤੇ ਜਿਹੜੇ ਮੇਰੀਆਂ ਪੋਜੀਸ਼ਨ ਸੀ ਮੇਰੀਆਂ ਸਾਰਾ ਜਿਹੜਾ ਡਾਟਾ ਇਨਫੋਰਮੇਸ਼ਨ ਹੀਗਾ ਉਹ ਮਿਨਿਸਟਰੀ ਯੂਥ ਫੇਅਰ ਮਿਨਿਸਟਰੀ ਕੋਲ ਐਨਐਸਐਸ ਡਿਪਾਰਟਮੈਂਟ ਕੋਲ ਦਿੱਲੀ ਹੀ ਤੇ ਉਹਨਾਂ ਨੇ ਹੁਣ ਰੀਸੈਂਟਲੀ ਮੈਨੂੰ ਕਾਲ ਕੀਤੀ ਆ ਕਿ ਤੁਸੀਂ ਜਿਹੜੇ ਸਾਡੇ ਭਾਰਤ ਦੇ ਪਹਿਲੇ ਜਿਹੜੇ ਰਾਸ਼ਟਰਪਤੀ ਜੀ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਾਰਲੀਮੈਂਟ ਲਈ ਸਿਲੈਕਟ ਹੋਏ ਹੋ ਤੇ ਅਸੀਂ ਤੁਹਾਡੇ 2 ਵਾਰੀ ਸਕਰੀਨਿੰਗ ਕਰਾਂਗੇ ਜਿਹੜਾ ਕਿ ਮਾਧਿਅਮ ਸੀਗਾ ਆਨਲਾਈਨ ਮਾਧਿਅਮ ਤੇ ਪੂਰੇ ਭਾਰਤ ਵਿੱਚੋਂ 25 ਬੱਚੇ ਸਿਲੈਕਟ ਹੋਏ ਤੇ ਉਹਨਾਂ 25 ਵਿੱਚੋਂ ਟੌਪ 7 ਜਿਹੜੇ ਸੀਗੇ 7 ਸਟੇਟਾਂ ਨੇ ਉੱਥੇ ਰਿਪਰੈਜ਼ੈਂਟ ਕਰਨਾ ਸੀ ਆਪਣੇ ਆਪਣੇ ਰਾਜ ਨੂੰ ਤੇ ਉਹਨਾਂ ਵਿੱਚੋਂ ਪੰਜਾਬ ਜਿਹੜਾ ਇੱਕ ਹੀਗਾ ਚੌਥੇ ਨੰਬਰ ਤੇ ਜਿਹਨੇ ਜਿਹੜਾ ਕਿ ਮੈਂ ਜਿਹੜੀ ਰਹਿਨੁਮਾਈ ਕਰਾਂਗੀ ਉੱਥੇ ਪੰਜਾਬ ਦੀ ਤੇ ਆਪਣੇ ਜਿਹੜੇ ਭਾਰਤ ਦੇ ਪ੍ਰਥਮ ਜਿਹੜੇ ਰਾਸ਼ਟਰਪਤੀ ਜੀ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੀ। ਮੇਰੀ ਵਿਦਿਅਕ ਯੋਗਤਾ ਸਾਡੇ ਇੱਥੇ ਜਿਹੜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਇੱਥੋਂ ਮੈਂ 6ਵੀਂ ਤੋਂ ਲੈ ਕੇ 12ਵੀਂ ਤੱਕ ਇੱਥੇ ਹੀ ਪੜ੍ਹੀ ਹਾਂ। ਉਸ ਤੋਂ ਬਾਅਦ ਫਿਰ ਮੈਂ ਈਟੀਟੀ ਕੀਤੀ ਤੇ ਈਟੀਟੀ ਕਰਨ ਤੋਂ ਬਾਅਦ ਮੈਂ ਬੀਏ ਸਰਕਾਰੀ ਕਾਲਜ ਜਿਹੜਾ ਗੁਰਦਾਸਪੁਰ ਆ ਉੱਥੋਂ ਕੀਤੀ ਤੇ ਹੁਣੇ 2 ਮਹੀਨੇ ਪਹਿਲਾਂ ਹੀ ਮੇਰੀ ਜਿਹੜੀ ਉਹ ਬੀਏ ਜਿਹੜੀ ਕੰਪਲੀਟ ਹੋਈ ਸੀ ਤੇ ਇਹ 2 ਮਹੀਨੇ ਦੇ ਵਿੱਚ ਹੀ ਮੈਨੂੰ ਇਹ ਕਾਲ ਆਈ ਕਿ ਤੁਸੀਂ ਇਹ ਕੰਪੀਟੀਸ਼ਨ ਲਈ ਤਿਆਰ ਕਰੋ ਤੇ ਮੈਂ ਮੁਕਾਬਲੇ ਲਈ ਆਪਣੇ ਤਿਆਰ ਕੀਤਾ ਤੇ ਹੁਣ ਮੈਂ ਮੁਕਾਬਲੇ ਲਈ ਸਿਲੈਕਟ ਹੋਈ ਹਾਂ। ਇਸ ਮੁਕਾਮ ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਤੇ ਇਹ ਵਾਲਾ ਦੇਖਣਾ ਹੈਗਾ ਕਿ ਹਰ ਇੱਕ ਦਾ ਜਿਹੜਾ ਕੰਟੈਂਟ ਆ ਸਾਰੇ ਕਿਉਂਕਿ ਕਿਸੇ ਬਾਰੇ ਵੀ ਅਸੀਂ ਬੋਲਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਜਨਮ ਤੋਂ ਸ਼ੁਰੂ ਕਰਨੇ ਆ ਇੱਕ ਅਲੱਗਾ ਹੀ ਕੁਝ ਤਿਆਰ ਕਰਨਾ ਪੈਂਦਾ ਆ ਇਹ ਸਿਲੈਕਸ਼ਨ ਲਈ ਤੇ ਮੈਂ ਉਵੇਂ ਕੀਤਾ ਮਾਲਕ ਦੀ ਮਿਹਰ ਨਾਲ ਆਪਣੀ ਮਿਹਨਤ ਨਾਲ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਫੈਮਿਲੀ ਦੀ ਸਪੋਰਟ ਨਾਲ ਤੇ ਮੈਂ ਪੂਰਾ ਟਾਈਮ ਦਿੱਤਾ ਆਪਣਾ ਤੇ ਮੈਂ ਕੁਝ ਵੱਖਰਾ ਹੀ ਉਹਨਾਂ ਨੂੰ ਪ੍ਰੈਜ਼ੈਂਟ ਕਰਕੇ ਦੱਸਿਆ ਤਾਂ ਜੋ ਮੇਰੀ ਸਿਲੈਕਸ਼ਨ ਹੋ ਸਕੇ। ਮੈਂ ਬਹੁਤ ਹੀ ਮਾਣ ਵਾਲੀ ਗੱਲ ਮਹਿਸੂਸ ਕਰਦੀ ਹਾਂ ਤੇ ਨਾਲੇ ਪਰਮਾਤਮਾ ਦੀ ਮਿਹਰ ਹੀ ਆਖਾਂਗੀ ਮੈਂ ਕਿਉਂਕਿ ਜਦੋਂ ਉੱਥੇ ਹੋਰ ਵੀ ਸਟੇਟਾਂ ਦੇ ਬੱਚੇ ਹੀਗੇ ਤੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਲਾਸਟ ਟਾਊਨ ਆਫ ਇੰਡੀਆ ਡੇਰਾ ਬਾਬਾ ਨਾਨਕ ਤੇ ਕੁੜੀ ਆ ਕੇ ਪਾਰਲੀਮੈਂਟ 'ਚ ਰਿਪਰੈਜ਼ੈਂਟ ਕਰ ਰਹੀ ਆ ਆਪਣੇ ਪੰਜਾਬ ਨੂੰ ਤੇ ਉਹਨਾਂ ਨੇ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਐਕਸਾਈਟਮੈਂਟ ਹੀਗਾ ਕਿ ਆਪਾਂ ਵੀ ਇਹਨਾਂ ਦੇ ਇਲਾਕੇ ਬਾਰੇ ਇਹ ਕਿਵੇਂ ਰਹਿੰਦੇ ਨੇ ਪੰਜਾਬ ਬਾਰੇ ਜਾਣੀਏ ਤੇ ਮੇਰੇ ਲਈ ਤੇ ਵਡਭਾਗੀ ਦਿਨ ਹੀ ਹੀਗਾ 3 ਤਰੀਕ ਦਾ ਤੇ ਤਾਂ ਜੋ ਮੈਂ ਆਪਣੇ ਰਿਪਰੈਜ਼ੈਂਟ ਕਰਾਂਗੀ ਪੰਜਾਬ ਨੂੰ ਤੇ ਨਾਲ ਦੇ ਨਾਲ ਡੇਰਾ ਬਾਬਾ ਨਾਨਕ ਨੂੰ। ਪਰਿਵਾਰ ਦਾ ਯੋਗਦਾਨ ਕਿ ਮੇਰੇ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗੀ ਆਪਣੇ ਭਰਾ ਤੋਂ ਹੀ ਉਹ ਮੈਨੂੰ ਹਮੇਸ਼ਾ ਮੋਟੀਵੇਟ ਕਰਦਾ ਰਿਹਾ ਕਿ ਨਹੀਂ ਤੂੰ ਕਰ ਸਕਦੀ ਹੈ ਤੇ ਤੂੰ ਕਰ। ਫਿਰ ਮੇਰੇ ਦਾਦਾ ਜੀ ਨੇ ਮੇਰੇ ਪਾਪਾ ਨੇ ਮੇਰੇ ਮੰਮਾ ਇਹਨਾਂ ਨੇ ਕਦੇ ਵੀ ਮੈਨੂੰ ਰੋਕਿਆ ਨਹੀਂ ਕਿ ਨਹੀਂ ਤੂੰ ਜੇ ਮੇਰਾ ਆਫਲਾਈਨ ਵੀ ਕਿਤੇ ਹੁੰਦਾ ਸੀ ਮਾਨਸਾ ਮੋਹਾਲੀ ਰਾਜ ਪੱਧਰੀ ਮੁਕਾਬਲਾ ਡਿਸਟ੍ਰਿਕਟ ਇਹ ਮੇਰੇ ਨਾਲ ਜਾਂਦੇ ਰਹੇ ਨੇ ਤੇ ਮੈਨੂੰ ਪੂਰਾ ਇਹਨਾਂ ਨੇ ਸਪੋਰਟ ਹੀ ਤਾਂ ਹੀ ਮੈਂ ਇੱਥੋਂ ਤੱਕ ਪਹੁੰਚੀ ਕਿਉਂਕਿ ਇੱਕ ਤਾਰਾ ਇੱਕ ਚਮਕਦਾ ਪਰ ਉਹਨੂੰ ਪੋਲਿਸ਼ ਕਰਨ ਵਾਲੇ ਉਹ ਹੀਰੇ ਨੂੰ ਪੋਲਿਸ਼ ਕਰਨ ਵਾਲੇ ਬਹੁਤ ਹੁੰਦੇ ਨੇ ਸੋ ਟਾਈਮ ਟੂ ਟਾਈਮ ਸਾਰਿਆਂ ਨੇ ਮੇਰਾ ਸਪੋਰਟ ਕੀਤੀ ਮੇਰੇ ਟੀਚਰਸ ਨੇ ਸਪੋਰਟ ਕੀਤੀ ਮੇਨਲੀ ਤੇ ਤਾਂ ਜੋ ਮੈਂ ਅੱਜ ਇੱਥੇ ਪਹੁੰਚ ਪਾਈ ਹਾਂ। ਯੂਥ ਨੂੰ ਮੈਂ ਇਹੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਕਿਤੇ ਵੀ ਪੜ੍ਹੋ ਪ੍ਰਾਈਵੇਟ ਪੜ੍ਹੋ ਸਰਕਾਰੀ ਪੜ੍ਹੋ ਇਹਦਾ ਕੋਈ ਵੀ ਡਜ਼ਨਟ ਮੈਟਰ ਕਿ ਤੁਸੀਂ ਕੀ ਕਰ ਰਹੇ ਹੋ ਬਸ ਇਹ ਕਿ ਆਪਣੇ ਪੈਸ਼ਨ ਨੂੰ ਫੋਲੋ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ। ਪੱਖਪਾਤ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਮੈਨੂੰ ਬੜੀ ਵਾਰੀ ਕਰਨਾ ਵੀ ਪਿਆ ਕਿ ਪਾਰਸ਼ੈਲਿਟੀ ਵੀ ਹੋਈ ਪਰ ਡਰੋ ਨਾ ਰੁਕੋ ਨਾ ਕਦੀ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ। ਤੇ ਟੀਚਾ ਤੇ ਮੇਰਾ ਇਹੀ ਹੈ ਕਿ ਮੈਂ ਸਭ ਤੋਂ ਪਹਿਲਾਂ ਤੇ ਗਰਾਊਂਡ ਲੈਵਲ ਤੇ ਜਾ ਕੇ ਅਧਿਆਪਕ ਦਾ ਕਿੱਤਾ ਅਪਣਾਵਾਂ ਤੇ ਆਪਣੇ ਵਰਗੇ ਹੋਰ ਇਹੋ ਜਿਹੇ ਬੱਚੇ ਸਰਹੱਦੀ ਇਲਾਕੇ ਵਿੱਚੋਂ ਮਤਲਬ ਬਣਾਵਾਂ ਕਿ ਉਹ ਸਾਡੇ ਡੇਰਾ ਬਾਬਾ ਨਾਨਕ ਦਾ ਪੰਜਾਬ ਦਾ ਨਾਂ ਰੋਸ਼ਨ ਕਰਨ ਤੇ ਅਧਿਆਪਕ ਦਾ ਜੇਕਰ ਮੈਨੂੰ ਉਹ ਕਿੱਤਾ ਮਿਲਦਾ ਆ ਮਾਲਿਕ ਦੀ ਮਿਹਰ ਨਾਲ ਜੇ ਮਿਲਦਾ ਆ ਤੇ ਉਸ ਤੋਂ ਬਾਅਦ ਮੈਂ ਫਿਰ ਜ਼ਰੂਰ ਸਿਵਲ ਸਰਵਿਸਿਜ਼ ਵਿੱਚ ਵੀ ਆਪਣਾ ਕਰਾਂਗੀ ਤਿਆਰੀ ਲਈ ਅੱਗੇ ਵਧਾਂਗੀ ਤਾਂ ਜੋ ਮੈਂ ਆਪਣੇ ਪੰਜਾਬ ਨੂੰ ਆਪਣੇ ਡੇਰਾ ਬਾਬਾ ਨਾਨਕ ਲਈ ਕੁਛ ਨਾ ਕੁਛ ਕਰ ਸਕਾਂ। ਸਾਨੂੰ ਬਹੁਤ ਮਾਣ ਹੈ ਬੱਚਿਆਂ ਤੇ ਮਤਲਬ ਇਹ ਦੋਨੇ ਬੱਚੇ ਸਾਡੇ ਬਹੁਤ ਵਧੀਆ ਨੇ ਪਰ ਚਲੋ ਇਹਨੇ ਬਹੁਤ ਨਾਮ ਰੋਸ਼ਨ ਕੀਤਾ ਹੈ ਪੰਜਾਬ ਦਾ ਡੇਰਾ ਬਾਬਾ ਨਾਨਕ ਦਾ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਨਾਲ ਹੀ ਚਲੋ ਹੁੰਦਾ ਹੈ ਪਰ ਬਹੁਤ ਵਧੀਆ ਨੇ ਬੱਚੇ ਮਾਲਕ ਦੀ ਬਹੁਤ ਬਾਬਾ ਜੀ ਦੀ ਉਹਨਾਂ ਤੇ ਮਾਣ ਆ ਸਾਨੂੰ ਵੀ ਬੱਚੇ ਲਾਇਕ ਨਿਕਲੇ ਨੇ ਬਹੁਤ ਵਧੀਆ ਨਾਮ ਹੀ ਮੈਂ ਕਹਿੰਦੀ ਕਿ ਜਾਏ ਪੰਜਾਬ ਦਾ ਡੇਰਾ ਬਾਬਾ ਨਾਨਕ ਸਾਰੀ ਮਤਲਬ ਆਪਣਾ ਨਾਮ ਰੋਸ਼ਨ ਕਰਕੇ ਆਏ ਮਤਲਬ। ਮੈਂ ਤੇ ਇਹੋ ਹੀ ਕਹਿਣਾ ਚਾਹੁੰਦਾ ਬੱਚੀ ਬੜੀ ਹੋਣਹਾਰ ਆ ਬਹੁਤ ਚੰਗੀ ਤਰ੍ਹਾਂ ਪੜ੍ਹਦੀ ਰਹੀ ਆ ਰਾਤ ਦੇ 1 2 1:30 ਵੀ ਵੱਜ ਜਾਂਦਾ ਸੀ ਤੇ ਮੈਂ ਇਹਨੂੰ ਉੱਠ ਕੇ ਕਹਿਣਾ ਪੁੱਤ ਹੁਣ ਤੂੰ ਸੌਂ ਜਾ ਲੇਕਿਨ ਇਹੋ ਹੀ ਕਹਿਣਾ ਕੋਈ ਨਹੀਂ ਮੈਂ ਡੈਡੀ ਮੈਨੂੰ ਡੈਡੀ ਬੁਲਾਉਂਦੀ ਆ ਡੈਡੀ ਮੈਂ ਬਸ ਸੌਣ ਲੱਗੀ ਹਾਂ ਫਿਰ ਵੀ 1 2 ਵਜਾ ਕੇ ਇਹਨੇ ਪੜ੍ਹਾਈ ਕਰਕੇ ਬਹੁਤ ਮਿਹਨਤ ਕਰਦੀ ਰਹੀ ਆ। ਮੈਂ ਗੁਰੂ ਨਾਨਕ ਦੇਵ ਜੀ ਦਾ ਮਾਂ ਉਹਨਾਂ ਦੇ ਭਰੋਸਾ ਉਹਨਾਂ ਦੀ ਮਿਹਰ ਦੇ ਨਾਲ ਹੀ ਸਭ ਕੁਝ ਹੋਇਆ
ਦੇਖੋ ਪਹਿਲਾਂ ਰੇਲ ਦੀ ਬੁਕਿੰਗ ਹੋਈ ਸੀ ਤਾਂ ਮੈਨੂੰ ਬੜੀ ਟੈਨਸ਼ਨ, 4 ਦਿਨ ਮੈਂ ਸੁੱਤਾ ਨਹੀਂ, ਵੀ ਬੱਚੀ ਆ ਇਕੱਲੀ ਆ, ਕਿੱਦਾਂ ਜਾਏਗੀ, ਸਮਾਂ ਬੜਾ ਮਾੜਾ। ਲੇਕਿਨ ਉਹ ਗੁਰੂ ਨਾਨਕ ਦੇਵ ਜੀ ਨੇ ਰੇਖ 'ਚ ਮੇਘ ਮਾਰ ਕੇ ਇਹਨਾਂ ਨੂੰ ਬਾਈ ਏਅਰ ਉੱਥੇ ਬੁਲਾ ਲਿਆ। ਬਾਕੀ ਸਭ ਠੀਕ ਹੈ, ਬੱਚੇ ਬਹੁਤ ਨੇਕ ਨੇ। ਇਹਦਾ ਭਰਾ ਵੀ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ B.Com ਕਰ ਰਿਹਾ, ਉਹ ਇੱਥੋਂ ਵੀ ਸ਼ਰਮਾ ਸਾਹਿਬ ਨੂੰ ਪਤਾ ਵੀ ਉਹ ਕਾਨਵੈਂਟ ਸਕੂਲ 'ਚੋਂ ਆਲ ਓਵਰ ਫਸਟ ਆਇਆ ਸੀ ਸਾਰੇ ਕਲਾਸਾਂ 'ਚੋਂ, 96 ਨੰਬਰ ਲੈ ਕੇ ਫਿਰ ਡਿਵਾਈਨ ਸਕੂਲ 'ਚ ਗਿਆ, ਉੱਥੇ ਵੀ ਉਹ ਫਸਟ ਆਇਆ +2 ਦੇ ਵਿੱਚ। ਤੇ ਬਿਨਾਂ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਇਹਨਾਂ ਨੇ ਦਾਖਲਾ ਕਿਸ ਤਰ੍ਹਾਂ ਲੈ ਲਿਆ, ਕੀ ਲੈ ਲਿਆ, ਕਿੱਦਾਂ ਕਰ ਲਿਆ। ਆਪਣੀ ਮਿਹਨਤ ਦੇ ਨਾਲ ਹੀ, ਜਿੱਦਾਂ ਇੱਕ ਸੱਪ ਆ ਨਾ ਦੌੜਦਾ ਆਪਣੇ ਸਿਰ ਦੇ ਨਾਲ, ਇਹ ਆਪਣੇ ਸਿਰ ਦੇ ਨਾਲ ਹੀ ਦੌੜ ਕੇ ਤੇ ਇੱਥੋਂ ਤੱਕ ਪਹੁੰਚੇ ਨੇ। ਬਾਕੀ ਉਹ ਪਰਮਾਤਮਾ ਦੀ, ਗੁਰੂ ਨਾਨਕ ਦੇਵ ਦੀ, ਤੁਹਾਡੇ ਵੀਰਾਂ ਦੀ, ਸਾਡੇ ਤੇ ਬੱਚੀ ਤੇ ਬੜੀ ਕਿਰਪਾ ਹੋਈ ਹੈ ਕਿ ਸਿਲੈਕਟ ਹੋ ਗਈ ਹੈ। ਅਸੀਂ ਅੱਜ ਖੜੇ ਕੇਸ਼ੋਪੁਰ ਸ਼ੰਭ ਕਮਿਊਨਿਟੀ ਰਿਜ਼ਰਵ, ਜੋ ਕਿ ਇੱਕ ਰਾਮਸਰ ਸਾਈਟ ਵੀ ਹੈ ਔਰ ਭਾਰਤ ਦਾ ਜਿਹੜਾ ਇਹ ਪਹਿਲਾ ਕਮਿਊਨਿਟੀ ਰਿਜ਼ਰਵ ਹੋਣ ਦਾ ਇਹਨੂੰ ਮਾਣ ਪ੍ਰਾਪਤ ਹੈ। ਇਹ 5 ਪਿੰਡਾਂ ਦੀ ਕੇਸ਼ੋਪੁਰ, ਡਾਲਾ, ਮਿਆਨੀ, ਮਗਰਮੁੱਦੀਆਂ, ਮੱਟਮ ਦੀ ਇਹ ਪੰਚਾਇਤੀ ਲੈਂਡ ਹੈ, ਜੋ ਕਿ ਕਮਿਊਨਿਟੀ ਰਿਜ਼ਰਵ ਵਿਭਾਗ ਵੱਲੋਂ, ਪੰਜਾਬ ਸਰਕਾਰ ਵੱਲੋਂ ਇਹਨੂੰ ਡਿਕਲੇਅਰ ਕੀਤੀ ਗਈ। ਇਹਦੀ ਜਿਹੜੀ ਇਹ ਇੱਕ ਨੈਚੁਰਲ ਵੈਟਲੈਂਡ ਹੈ। ਇੱਥੇ ਸਰਦੀਆਂ ਦੇ ਮੌਸਮ ਵਿੱਚ ਵੱਖ-ਵੱਖ ਦੇਸ਼ਾਂ ਤੋਂ ਕਰੀਬ 90+ ਸਪੀਸ਼ੀ ਔਰ 20,000+ ਜਿਹੜੇ ਬਰਡ ਇੱਥੇ ਸਰਦੀਆਂ ਦੇ ਮੌਸਮ 'ਚ ਪ੍ਰਵਾਸ ਕਰਦਾ ਹੈ। ਤੇ ਸੋ ਵਿਭਾਗ ਨੇ ਇਹਨਾਂ ਦੀ ਜਿਹੜੀ ਸੁਰੱਖਿਆ ਲਈ ਪੈਟਰੋਲਿੰਗ ਟੀਮਾਂ ਬਣਾ ਕੇ ਦਿਨ ਰਾਤ ਸਿਆਲ ਦੇ ਵਿੱਚ ਗਸ਼ਤ ਕਰਦੇ, ਤਾਂ ਕਿ ਕੋਈ ਵੀ ਜਿਹੜੀ ਸ਼ਿਕਾਰ ਦੀ ਅਣਸੁਖਾਵੀ ਘਟਨਾ ਵਾਪਰੇ। ਸੈਲਾਨੀਆਂ ਲਈ ਇੱਥੇ ਵਿਭਾਗ ਵੱਲੋਂ, ਪੰਜਾਬ ਸਰਕਾਰ ਵੱਲੋਂ ਇੱਕ ਇੰਟਰਪ੍ਰੀਟੇਸ਼ਨ ਸੈਂਟਰ 3 ਏਕੜ ਵਿੱਚ ਬਣਾਇਆ ਗਿਆ, ਜਿੱਥੇ ਫ੍ਰੀ ਪਾਰਕਿੰਗ ਫੈਸਿਲਿਟੀ ਹੈ, ਪਲੱਸ ਜਿਹੜੇ ਇਹਨਾਂ ਦੇ ਪੰਛੀਆਂ ਦੀ ਜਾਣਕਾਰੀ ਲਈ ਇੱਕ ਵਿਆਖਿਆ ਕੇਂਦਰ ਹੈ, ਟਾਇਲਟ ਫੈਸਿਲਿਟੀ ਹੈ, ਆਡੀਟੋਰੀਅਮ ਹਾਲ ਹੈ। ਸੋ ਇਹਨਾਂ ਨੂੰ ਵਿਭਾਗ ਦੀ ਕੋਸ਼ਿਸ਼ ਹੈ ਕਿ ਜਿਹੜੀ ਇਹਨਾਂ ਦੀ ਪੰਛੀਆਂ ਦੀ ਵੱਧ ਤੋਂ ਵੱਧ ਸੁਰੱਖਿਆ ਕੀਤੀ ਜਾਵੇ ਔਰ ਸੈਲਾਨੀਆਂ ਨੂੰ ਜਿਹੜੇ ਵੱਧ ਤੋਂ ਵੱਧ ਇਹ ਖਿੱਚ ਦਾ ਕੇਂਦਰ ਬਣਾਉਣ ਲਈ ਆਪਾਂ ਵੱਖ-ਵੱਖ ਉਪਰਾਲੇ ਵਿਭਾਗ ਵੱਲੋਂ ਜਾਰੀ ਨੇ। ਤੇ ਇੱਕ ਲੋਕਾਂ ਨੂੰ ਅਪੀਲ ਹੈ ਕਿ ਜੇ ਪੰਛੀ ਬਾਹਰੋਂ ਆਉਂਦੇ ਨੇ, ਇਹਨਾਂ ਦੇ ਜਿਹੜਾ ਇਹ ਸਾਡੇ ਮਹਿਮਾਨ ਪੰਛੀ ਨੇ ਔਰ ਇਹਨਾਂ ਦੇ ਜਿਹੜਾ ਸ਼ਿਕਾਰ 'ਤੇ ਪੂਰਨ ਤੌਰ 'ਤੇ ਵਾਈਲਡ ਲਾਈਫ ਐਕਟ 1972 ਦੀ ਪੂਰਨ ਪਾਬੰਦੀ ਹੈ ਔਰ ਕੋਈ ਵੀ ਜਿਹੜਾ ਕੋਈ ਇਹਦਾ ਨਜਾਇਜ਼ ਸ਼ਿਕਾਰ ਕਰਦਾ ਜਾਂ ਫੜਿਆ ਗਿਆ, ਉਹਦੇ ਲਈ ਕਾਨੂੰਨ ਦੇ ਵਿੱਚ ਸਜ਼ਾ ਦੀ ਵਿਵਸਥਾ ਹੈ। ਸੋ ਅਪੀਲ ਹੈ ਕਿ ਕੋਈ ਵੀ ਇੱਦਾਂ ਦਾ ਕੋਈ ਕਾਰਨਾਮਾ ਕੋਈ ਨਾ ਕਰੇ। ਤੁਸੀਂ ਦੱਸਿਆ ਵੀ ਇਹ ਮੌਸਮ ਨੂੰ ਵੀ ਕੈਚ ਕਰਦੇ ਨੇ, ਵੀ ਜਿੱਦਾਂ ਮੌਸਮ ਜਿਹੜਾ ਸਾਡੇ ਬਰਫ਼ ਦਾ ਦੂਜੀ ਕੰਟਰੀ ਵਿੱਚ ਥਾਂ, ਇਹਦੇ ਬਾਰੇ ਥੋੜ੍ਹਾ ਦੱਸੋ। ਹਾਂਜੀ, ਇਹ ਪੰਛੀਆਂ ਦੀ ਇੱਕ ਜਿਹੜੀ ਆਪਾਂ ਜੇ ਕਹਿ ਲਈਏ, ਇਹਨਾਂ ਦੀ ਇੱਕ ਖਾਸ ਮਹੱਤਤਾ ਜਿਹੜੀ ਸਾਡੇ ਇਨਵਾਇਰਮੈਂਟ ਵਿੱਚ ਹੈ। ਪੰਛੀਆਂ ਨੂੰ ਆਪਾਂ ਜਿਹੜੀ ਕਲਾਈਮੇਟ ਦਾ ਇੰਡੀਕੇਟਰ ਵੀ ਮੰਨਦੇ ਆ। ਜੇ ਪੰਛੀ ਦੀ ਜਿਹੜੀ ਹਰ ਸਾਲ ਜਨਵਰੀ ਮਹੀਨੇ ਇਹਨਾਂ ਦੀ ਸੈਂਸਸ ਕਰਵਾਈ ਜਾਂਦੀ ਹੈ ਔਰ ਇਹਨਾਂ ਦੀ ਗਿਣਤੀ 'ਤੇ ਨਜ਼ਰ ਰੱਖੀ ਜਾਂਦੀ ਹੈ। ਇਹਨਾਂ ਦਾ ਦੇਖਿਆ ਜਾਂਦਾ ਕਿ ਪੰਛੀ ਘੱਟ ਆਏ ਆ ਜਾਂ ਵੱਧ ਆਏ ਆ। ਜੇ ਮੰਨ ਲਓ ਪੰਛੀ ਕਿਸੇ ਸਾਲ ਘੱਟ ਆਏ ਹੋਣਗੇ ਤਾਂ ਉਸ ਦਾ ਮਤਲਬ ਵੀ ਉੱਪਰ ਜਿਹੜੀ ਗਰਮੀ ਹੈ ਉਹ ਵੱਧ ਗਈ ਹੈ ਔਰ ਗਰਮੀ ਵਧਣ ਨਾਲ ਸਾਰਾ ਸਾਡੇ ਗਲੋਬਲ ਵਾਰਮਿੰਗ 'ਤੇ ਇਹਦਾ ਇਫੈਕਟ ਕਰਦੀ ਹੈ। ਸੋ ਪੰਛੀਆਂ ਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਉਣਾ ਜਿਹੜਾ ਉਹ ਸਾਡੇ ਲਈ ਇੱਕ ਸ਼ੁਭ ਸਮਾਚਾਰ ਹੈ। ਇਸ ਸਿਆਲ ਦੇਣਾ ਚਾਹੁੰਦੇ ਜੀ। ਇਸ ਸਿਆਲ ਦੇ ਵਿੱਚ ਜਿਹੜੇ ਮੇਨ ਬਰਡਸ, ਇਹ ਵਾਟਰ ਬਰਡਸ ਹੁੰਦੇ ਨੇ, ਜਦੋਂ ਉੱਥੋਂ ਦੀਆਂ ਝੀਲਾਂ ਜੰਮ ਜਾਂਦੀਆਂ ਨੇ, ਫਿਰ ਗਰਮ ਦੇਸ਼ਾਂ ਵੱਲ ਆਪਣੇ ਫੂਡ ਲਈ ਇਹ ਰੁੱਖ ਕਰਦੇ ਨੇ। ਇੱਥੇ ਇਹਨਾਂ ਨੂੰ ਵਧੀਆ ਫੂਡ ਜਿਹੜਾ ਇਹਨਾਂ ਨੂੰ ਚਾਹੀਦਾ ਉਹ ਇੱਥੇ ਮਿਲਦਾ ਹੈ। ਸੋ ਇਹ ਇੱਥੇ 4 ਮਹੀਨੇ ਕਰੀਬ ਸਟੇ ਕਰਦੇ ਨੇ। ਇੱਧਰ ਆਉਣ 'ਚ ਕਿੰਨਾ ਸਮਾਂ ਰਾਜ ਕਿਤੇ ਸਟੇ ਵੀ ਕਰਦੇ? ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਰਡ ਨੇ। ਜਿਹੜੇ ਕਈ ਬਰਡ ਦੇ ਸਾਡੇ ਇੱਕ ਬਾਹਰ ਹੈਡਡ ਗੀਜ਼ ਆਉਂਦਾ, ਉਹਦੇ ਮਾਊਂਟ ਐਵਰੈਸਟ ਜਿਹੜਾ ਉਹਨੂੰ ਕ੍ਰਾਸ ਕਰਕੇ ਆਉਂਦਾ ਵਾ, ਸਭ ਤੋਂ ਉੱਚਾ ਉੱਡਣ ਵਾਲਾ ਉਹ ਬਰਡ ਹੈ। ਕਈ ਬਰਡ ਇੱਦਾਂ ਜਿਹੜੇ 5-5, 7-7 ਹਜ਼ਾਰ ਲਗਾਤਾਰ ਫਲਾਈਟ ਲੈ ਕੇ ਆਉਂਦੇ ਨੇ। ਹਾਂ, ਕੁਝ ਬਰਡ ਜਿਹੜੇ ਰਸਤੇ 'ਚ ਸਟੇ ਵੀ ਕਰਦੇ ਜਿੱਥੇ ਉਹਨਾਂ ਨੂੰ ਮਿਲਦਾ ਹੈ, ਇਸੇ ਤਰ੍ਹਾਂ ਫਿਰ ਉਸੇ ਪੈਟਰਨ 'ਤੇ ਵਾਪਸ ਹੁੰਦੇ ਨੇ। ਨਾਮ ਗੁਰਦੇਵ ਸਿੰਘ ਹੈ ਜੀ। ਅਸੀਂ ਅੱਜ ਪੰਛੀ ਦੇਖਣ ਆਏ ਸੀ ਇੱਥੇ। ਕਹਿੰਦੇ ਸਾਈਬੇਰੀਅਨ ਪੰਛੀ ਵਗੈਰਾ ਆਉਂਦੇ ਨੇ, ਉਹ ਬੱਚਿਆਂ ਨੂੰ ਦਿਖਾਉਣ ਲੈ ਕੇ ਨਾ ਆਏ ਸੀ। ਆਪਾਂ ਅੱਗੇ ਦੇਖ ਕੇ ਆਏ ਨੇ, ਬਹੁਤ ਵਧੀਆ ਵਿਊ ਆ ਸਾਰਾ, ਬਹੁਤ ਵਧੀਆ ਪੰਛੀ ਦੇਖੇ ਆ ਸਾਰੇ। ਕਾਫੀ ਤਰ੍ਹਾਂ ਦੇ ਆਏ ਹੋਏ ਨੇ ਜਿਹੜੇ ਵੇਖ ਕੇ ਆਏ ਆ ਬੱਚੇ ਵੀ। ਅੱਜ ਬੱਚਿਆਂ ਨੇ ਅੱਜ ਇੰਜੋਏ ਕੀਤਾ ਨਾਲ। ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਸਰਕਾਰ ਨੂੰ ਕੀ ਚਾਹੁੰਦੇ ਹੋ? ਸਰਕਾਰ ਇਹ ਕਿ ਥੋੜ੍ਹਾ ਜਿਹਾ ਹੋਰ ਇਸ ਏਰੀਆ ਨੂੰ ਡਿਵੈਲਪ ਕਰੇ, ਐਜ਼ ਏ ਟੂਰਿਸਟ ਪਲੇਸ ਬਣਾਏ। ਇਸ ਜਗ੍ਹਾ ਦੇ ਵਿੱਚ ਸਫਾਈ ਸਫੂਈ ਹੋਏ, ਵਿਊਜ਼ ਪੁਆਇੰਟ ਅੱਛੇ ਹੋਣ। ਥੋੜ੍ਹਾ ਜਿਹਾ ਇਨਫਰਾਸਟਰਕਚਰ ਦੀ ਘਾਟ ਹੈ, ਬਾਕੀ ਸਭ ਠੀਕ ਹੈ।
ਜੀ ਉਹੀ ਹਾਂਜੀ ਵੀਰ ਜੀ। ਸੋ ਭਾਰਤ ਜੋੜੋ ਯਾਤਰਾ ਜਨਵਰੀ ਦੇ ਪਹਿਲੇ ਹਫਤੇ ਸ਼ੰਭੂ ਬਾਰਡਰ ਤੋਂ ਸ਼ੁਰੂ ਹੋ ਕੇ ਤੇ ਵਾਇਆ ਲੁਧਿਆਣਾ ਜਲੰਧਰ ਹੁੰਦੀ ਹੋਈ ਫਿਰ ਪਠਾਨਕੋਟ ਆਏਗੀ ਔਰ ਪਠਾਨਕੋਟ ਤੋਂ ਫਿਰ ਮਾਧੋਪੁਰ ਤੋਂ ਜੰਮੂ 9-10 ਦਿਨ ਦੀ ਯਾਤਰਾ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਰਹੀ। ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਮੁੱਖ ਮੰਤਰੀ ਤੇ ਰਾਜਪਾਲ ਵੀ ਸੋ ਪੰਜਾਬ ਦੇ ਹਾਲਾਤ ਜਿਹੜੇ ਨੇ, ਮੈਂ ਗੱਲ ਕਰਾਂ ਤਾਂ ਲੋਕ ਸ਼ਾਇਦ ਇਹ ਕਹਿਣਗੇ ਆਪੋਜੀਸ਼ਨ ਦਾ ਲੀਡਰ ਬੋਲ ਰਿਹਾ। ਹਾਲਾਤ ਕਿਸੇ ਰੇਹੜੀ ਵਾਲੇ ਮੂੰਗਫਲੀ ਵੇਚਣ ਵਾਲੇ ਮੇਰੇ ਭਰਾ ਨੂੰ ਪੁੱਛ ਲਓ, ਜੁੱਤੇ ਬਣਾਉਣ ਵਾਲੇ ਮੇਰੇ ਭਰਾ ਨੂੰ ਪੁੱਛ ਲਓ, ਜੋ ਪੰਜਾਬ ਦੇ ਹਾਲਾਤ ਹਨ ਇੰਨੀ ਮਾੜੀ ਸਥਿਤੀ ਹੈ, ਗੰਭੀਰ ਸਥਿਤੀ ਹੈ, ਡਰ ਲੱਗ ਰਿਹਾ ਆਪਦੇ ਨਾਲ ਕਿ ਸ਼ਾਇਦ ਮੇਰੇ ਪੰਜਾਬ ਦੇ ਹਾਲਾਤ ਮੁੜ ਖਰਾਬ ਨਾ ਹੋ ਜਾਣ। ਇਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀ 82, 84, 86, 87 ਚ। ਸੋ ਹਰ ਵਿਅਕਤੀ ਨੂੰ ਚਿੰਤਾ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਈਸਾਈ ਹੈ, ਚਾਹੇ ਮੁਸਲਮਾਨ ਹੈ, ਚਾਹੇ ਦਲਿਤ ਭਰਾ ਹੈ। ਸੋ ਮੈਨੂੰ ਲੱਗਦਾ ਕਿ ਬਹੁਤ ਗੰਭੀਰਤਾ ਦੇ ਨਾਲ ਅਣਜਾਣ ਸਰਕਾਰ ਹੈ, ਅਣਜਾਣ ਸਰਕਾਰ। ਜੇ ਤਾਂ ਸਰਕਾਰ ਕੋਈ ਕਾਬਲ ਹੁੰਦੀ ਤਾਂ ਉਹਨੂੰ ਸੰਭਾਲ ਲਏ ਜਾਂਦੇ ਹਾਲਾਤ। ਦੇਸ਼ ਦੇ ਅੰਦਰਲੀਆਂ ਤਾਕਤਾਂ ਤੇ ਦੇਸ਼ ਦੇ ਬਾਹਰਲੀਆਂ ਤਾਕਤਾਂ ਸਾਡੇ ਪੰਜਾਬ ਨੂੰ ਮਾਰਨ ਲੱਗੀਆਂ ਵੀ ਹੈ। ਮੇਰੀ ਬੇਨਤੀ ਹੈ ਕੇਵਲ ਰਾਜਨੀਤੀ ਵਾਸਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਨਾ ਕਰੋ। ਗੁਰਦੁਆਰਿਆਂ ਦੇ ਵਿੱਚੋਂ ਸਮਾਨ ਕੱਢ ਕੇ ਬਾਹਰ ਸਾੜਿਆ ਗਿਆ, ਖੋਖਿਆਂ ਵਿੱਚੋਂ ਸਮਾਨ ਕੱਢ ਕੇ ਸਾੜਿਆ ਗਿਆ, ਕਿੱਦਾਂ ਦੇ? ਦੇਖੋ, ਮੈਂ ਸਮਝਦਾ ਕਿ ਬੜੀ ਵਾਹਿਆਤ ਗੱਲ ਹੈ। ਕੋਈ ਵੀ ਸਾਨੂੰ ਕਿਸੇ ਸਾਡੇ ਗੁਰੂ ਨੇ ਇਹ ਨਹੀਂ ਕਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਹੀਂ ਕਹਿੰਦੇ। ਸਾਡੇ ਮਾਂ-ਬਾਪ ਹੈ, ਅਸੀਂ ਤਾਂ ਉਹਨਾਂ 'ਚ ਵੀ ਰੱਬ ਵਸਦਾ ਵੇਖਦੇ ਹਾਂ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ। ਕਈ ਸਾਡੇ ਬਜ਼ੁਰਗ ਹੈ, ਬਿਲਕੁਲ ਜਿਹੜਾ 9/9 ਹੈ ਉਹ ਤਾਂ ਗੁਰੂ ਦੇ ਸਾਹਮਣੇ ਬਹਿੰਦਾ ਹੀ ਥੱਲੇ, ਜਿਹਦੇ ਵਿਚਾਰੇ ਹੱਡ ਨਹੀਂ ਚੱਲਦੇ, ਚੂਲਾ ਨਹੀਂ ਚੱਲਦਾ, ਗੋਡੇ ਨਹੀਂ ਚੱਲਦੇ। ਜੇ ਉਹ ਮੇਰੀ ਮਾਂ ਦਾ ਉਹ ਬੈਂਚ ਤੇ ਬੈਠ ਕੇ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਸੁਣ ਲੈਂਦੀ ਹੈ, ਹੁਕਮਨਾਮਾ ਸਮਝ ਲੈਂਦੀ ਹੈ, ਤਾਂ ਮੇਰਾ ਖਿਆਲ ਇਹਦੇ 'ਚ ਕੋਈ ਗੁਨਾਹ ਨਹੀਂ ਹੈ। ਲੇਕਿਨ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਇਹੋ ਜਿਹੇ ਕੰਮ ਨਾ ਕਰਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਇਹਦੇ ਤੇ ਕੋਈ ਨਾ ਕੋਈ ਆਪਦਾ ਫਰਮਾਨ ਜਾਰੀ ਕਰੇ। ਪ੍ਰੈਸ ਕਾਨਫਰੰਸ ਕਰ ਰਹੇ ਕਿ ਤਰਨਤਾਰਨ ਅਟੈਕ ਹੋਇਆ ਸੀ, 4 ਬੰਦੇ ਦੇ ਨਾਮਜ਼ਦ ਕਰ ਲਏ, 2 ਬੰਦਿਆਂ ਦੇ ਨਾਂ ਕਹਿੰਦੇ ਦੱਸਣਾ ਸੀ ਮੁਨਾਸਿਬ ਨਹੀਂ ਸਮਝਦੇ, ਨਹੀਂ ਦੱਸਣਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸੋ ਜੀ, ਕਰੀ ਜਾਣ ਨਾਮਜ਼ਦ। ਘਟਨਾਕ੍ਰਮ ਹੀ ਕਿਉਂ ਦਿੰਦੀ? ਰੋਜ਼ਾਨਾ ਘਟਨਾਕ੍ਰਮ। ਇੱਥੇ ਘਟਨਾਕ੍ਰਮ ਦਿੱਲੀ ਪੁਲਿਸ ਫੜ ਲੈਂਦੀ ਹੈ, ਇੱਥੇ ਦਿੱਲੀ ਪੁਲਿਸ ਫੜ ਲੈਂਦੀ ਹੈ। ਹੋ ਕੀ ਰਿਹਾ ਮੇਰੇ ਪੰਜਾਬ 'ਚ? ਕਈ ਵਾਰੀ ਤਾਂ ਐਂ ਲੱਗਦਾ ਵੀ ਦਿੱਲੀ ਪੁਲਿਸ ਨੂੰ ਪਤਾ ਹੁੰਦਾ ਵੀ ਘਟਨਾਕ੍ਰਮ ਕਿੱਥੇ ਹੋਣਾ। ਸੋ ਚਲੋ, ਮੇਰੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵੀ ਜਿਨ੍ਹਾਂ ਉਹਨਾਂ ਦੀਆਂ ਮੰਗਾਂ ਉਹ ਜ਼ਰੂਰ ਮੰਨਣੀਆਂ ਚਾਹੀਦੀਆਂ, ਲੇਕਿਨ ਕਿਰਪਾ ਕਰਕੇ ਐਜੀਟੇਸ਼ਨ ਕਰਨ ਦਾ ਤਰੀਕਾ ਵੀ ਬਹੁਤ ਵਾਜਬ ਹੋਣਾ ਚਾਹੀਦਾ। ਕਈ ਵਾਰੀ ਹੁੰਦਾ ਹੈ ਕਿ ਅਸੀਂ ਬਹੁਤ ਐਸੀ ਜਗ੍ਹਾ ਤੇ ਬੈਠ ਜਾਂਦੇ ਹਾਂ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ। ਆਮ ਜਨਤਾ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ। ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਉਹ ਸਰਕਾਰ ਨੂੰ ਮੰਨ ਲੈਣੀ ਚਾਹੀਦੀ। ਟੋਲ ਪਲਾਜ਼ਾ ਬੰਦ ਕਰਵਾਤੇ, ਭਗਵੰਤ ਮਾਨ ਖੁਦ ਪਹੁੰਚੇਗਾ। ਦੇਖੋ, ਉਹਨਾਂ ਦੀ ਟਰਮ ਪੂਰੀ ਹੋ ਗਈ, ਕੋਈ ਕਿਸੇ ਦਾ ਟੋਲ ਪਲਾਜ਼ਾ ਨਾ ਬੰਦ ਕਰਾ ਸਕਦਾ ਨਾ ਮੈਂ, ਕਿਉਂਕਿ ਐਗਰੀਮੈਂਟ ਸਾਈਨ ਹੈ। ਫਿਰ PPA ਵੀ ਕੈਂਸਲ ਕਰੋ ਨਾ, ਜਿਹੜੇ ਪਾਵਰ ਦੇ ਹੋਏ ਸੀ। ਇਹ ਐਵੇਂ ਫਾਲਤੂ ਦੀਆਂ ਗੱਲਾਂ, ਫਾਲਤੂ ਕ੍ਰੈਡਿਟ ਨਹੀਂ ਲੈਣਾ ਚਾਹੀਦਾ। ਸਮਾਂ ਸੀਮਤ ਬੰਦ ਹੋ ਗਿਆ। ਉਹਨਾਂ ਨੇ ਆਪਦਾ ਜੋ ਟੋਲ ਪਲਾਜ਼ੇ ਉਹ ਸੜਕਾਂ ਬਣਾਈਆਂ ਸੀ, ਸਮਾਂ ਉਹਨਾਂ ਦਾ ਰੀਨਿਊ ਨਹੀਂ ਹੋਇਆ ਤੇ ਉਹ ਆਪਦਾ ਛੱਡ ਕੇ ਕੰਮ ਚਲੇ ਗਏ।
सत्कार जो गुरु रूप गुरु खालसा साहब पंडित जी अज का हरदा देना है इन मेला में कहूँ तो भी दंद करते आप कहर का दिन होना जुड़ा एक पास माता की दास रही होनी है एक पास साहबजादा बाबा जोड़ेदार संघ की दास रही होनी है एक पास साहबजादा बाबा फतेह सिंह की दास रही होनी है अज कहर का दिन होना कहर का दिन किसी समय पूरा मारी 10वें पातशाह की दसदा 10वें पातशाह गुरु गोबिंद साहब जी महाराज साहब राजकोट कांडियाना साहब राय पूरे बैठे हैं पूरे मित्रों, आज अपने जल संसाधन मंत्रालय में जो मीटिंग हुई, उस मीटिंग में जैसा हमको मालूम है कि एसवाइल का नीचे मत हाथ डालो, ऊपर ऊपर नीचे पकड़ो, पकड़ो ऊपर पकड़ो। हाँ, आज जो मीटिंग हुई उस मीटिंग में जैसे सुप्रीम कोर्ट का निर्देश था, उस निर्देश के अनुसार दोनों प्रदेशों के मुख्यमंत्री और केंद्रीय जल संसाधन मंत्री बैठ करके कोई एक एसवाइल के निर्माण में एमिकेबल सलूशन ये निकलना चाहिए, ये एक मौका दिया था। इस क्रम में आज तीसरी मीटिंग थी। तीनों मीटिंग में अभी तक उसका कोई भी एमिकल सलूशन की तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि एसवाइल का निर्माण होना चाहिए। उस निर्माण के लिए कोई एमिकेबल सलूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें। जबकि पानी का बंटवारा ये अलग से ट्रिब्यूनल जो बना हुआ है, ये काम उस ट्रिब्यूनल का है। वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे। लेकिन पहला विषय है कि एसवाइल बननी चाहिए, तो एसवाइल बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का, वो अभी एग्जिस्ट करता है। ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे कि इस विषय को इस सीमा तक वो सोचते हैं, जो बिल्कुल असंवैधानिक है, गलत है। हमारी अभी भी वही बात है कि एसवाइल नहर बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है, और पंजाब नहीं है तो अल्टीमेटली सुप्रीम कोर्ट उसमें जो निर्णय देंगे वो हमको स्वीकार
यमुना से सतलुज को पानी दिया जाए, ये बात कह रहे हैं। देखिए, जब पानी के बंटवारे का सारा हिसाब किताब लगाया गया है, उसमें इन सब नदियों का पानी, चाहे रावी व्यास का पानी है या सतलुज का पानी है या फिर उसमें जमुना का पानी है, सबको अकाउंट फॉर किया हुआ है पहले से। और जो प्री पार्टीशन जो पानी इस पंजाब के हिस्से को मिलता था वो भी अकाउंट फॉर है। इसलिए उस रेशो में जो पानी बांटा गया है उसमें यमुना के पानी को अकाउंट फॉर पहले से किया हुआ है। इसलिए अलग से यमुना छोड़ा हुआ नहीं है, यमुना भी है, सतलुज भी है, रावी व्यास का भी सर्वोच्च पानी है। पार्टीशन से समय का जो पहले पानी उनको मिलता था वो भी उसके अंदर काउंट किया हुआ है। कोई भी एक बूंद पानी उसमें छोड़ा गया नहीं है। पंजाब कहती है कि जब बंटवारा हुआ तो हालात और थे, लेकिन आज पंजाब के बहुत से जो एरिया है वो डार्क जोन में चले गए, तो आज हालात कुछ और हैं। स्थिति पंजाब की जैसी है, हरियाणा की भी उससे कोई अच्छी नहीं है। हरियाणा का भी डार्क जोन चला गया है। पानी को बचाने का दायित्व ये सभी स्टेट्स का है, लेकिन आज विषय पानी के बंटवारे का नहीं है, आज विषय एसवाइएल नहर को बनाने का है। अगर नहर बनती है तो पानी तो प्रो रेटा जो भी नया ट्रिब्यूनल बना है जो निर्णय देंगे उसके हिसाब से लेंगे, उसमें कहीं कोई झगड़ा नहीं है। लेकिन अगर एसवाइएल नहर बनेगी नहीं, पानी कल को हो सकता है हमारे यहाँ ज़्यादा है हमको उनको देना पड़ेगा, उनके पास ज़्यादा है हमको लेना पड़ेगा। बरसात के दिनों में तो दोनों प्रदेशों में पानी ज़्यादा होता है, इसलिए एसवाइएल चैनल एक बनना ये सुप्रीम कोर्ट की डिग्री मिल चुकी है, वो जरूरी है। पानी के बंटवारे का विषय उसमें है ही नहीं। जिस तरह ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਲਗਾਤਾਰ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਿਹਤ ਦੇ ਵਿੱਚ ਬਹੁਤ ਸਾਰਾ ਜਿਹੜਾ ਕੰਮ ਕਰ ਰਹੇ ਨੇ। ਉਹਦੇ ਸੰਦਰਭ ਦੇ ਵਿੱਚ ਹੀ ਅਸੀਂ ਜਿਹੜਾ ਕਰੋਨਾ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਸੀ ਉਹਦੇ ਸੰਬੰਧ 'ਚ ਅੱਜ ਦਾ ਜਿਹੜੀ ਅੱਜ ਤੱਕ ਦੀ ਜੋ ਰਿਪੋਰਟ ਹੈ ਉਹਦੇ ਮੁਤਾਬਿਕ ਸਾਡੇ ਕੁੱਲ ਐਕਟਿਵ ਜਿਹੜੇ ਪੋਜ਼ਿਟਿਵ ਕੇਸ ਹੈਗੇ ਆ ਉਹ 9 ਨੇ ਔਰ ਉਹਦੇ ਨਾਲ ਹੀ ਜਿਹੜੇ 16 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਆ ਐਕਟਿਵ ਕੇਸ ਆ ਉਹ ਨਹੀਂ ਹੈ। ਔਰ ਉਹਦੇ ਨਾਲ ਹੀ ਹੁਣ ਤੱਕ ਅਸੀਂ 2,10,77,118 ਸੈਂਪਲ ਲਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 7,85,375 ਪੋਜ਼ਿਟਿਵ ਪਾਏ ਗਏ ਹਨ। ਔਰ ਸਾਡੇ ਵੱਲੋਂ ਜਿਹੜੀ ਆ ਕੋਈ ਰੱਬ ਨਾ ਕਰੇ ਕੋਈ ਐਦਾਂ ਦੀ ਵੇਵ ਦੁਬਾਰਾ ਆਉਂਦੀ ਆ, ਉਹਦੇ ਵੱਲੋਂ ਸਾਡੇ ਵੱਲੋਂ ਜਿਹੜੀ ਪੂਰਾ ਤਿਆਰੀ ਜਿਹੜੀ ਕੀਤੀ ਗਈ ਆ। ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡੈਡੀਕੇਟਡ ਬਾਲ ਚਿਕਿਤਸਾ ਜਿਹੜੇ ਦੇਖਭਾਲ ਯੂਨਿਟ ਨੇ ਉਹਨਾਂ ਦੀ ਸਥਾਪਨਾ ਕੀਤੀ ਗਈ ਹੈ ਔਰ 790 ਲੈਵਲ 2 ਔਰ ਪੈਡੀਐਟ੍ਰਿਕ ਆਕਸੀਜਨ ਸਮਰਪਿਤ ਬੈੱਡ ਅਤੇ 324 ICU ਬੈੱਡ ਨੇ ਜਿਹੜੇ ਉਹ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਪੈਡੀਐਟ੍ਰਿਕ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਕੀਤੀ ਗਈ ਔਰ ਐਡੀਸ਼ਨਲ ਬਾਲਗ ਬੈੱਡਾਂ ਦੀ ਸਥਾਪਨਾ ਜਿਹੜੀ ਉਹ 3518 ਲੈਵਲ 2 ਬਾਲਗ ਬੈੱਡ ਅਤੇ 142 ਨੇ ਜਿਹੜੇ ICU ਬੈੱਡ ਨੇ ਉਹਨਾਂ ਦੀ ਜਿਹੜੀ ਸਥਾਪਨਾ ਜਿਹੜੀ ਕੀਤੀ ਗਈ ਹੈ। LMO ਲਿਕੁਇਡ ਮੈਡੀਕਲ ਆਕਸੀਜਨ ਨੇ ਜਿਹੜੇ ਉਹਨਾਂ ਦੇ ਪਲਾਂਟ ਜਿਹੜੇ ਸਥਾਪਿਤ ਕੀਤੇ ਗਏ ਨੇ ਤਾਂ ਕਿ ਜੇ ਕੋਈ ਸਾਨੂੰ ਲੋੜ ਪੈਂਦੀ ਹੈ ਤਾਂ ਉਹ ਅਸੀਂ ਉੱਥੋਂ ਜਿਹੜਾ ਵਰਤ ਸਕੀ। ਸੋ ਸਾਡੇ ਵੱਲੋਂ ਜਿਹੜੀ ਕਰੋਨਾ ਦੇ ਲਈ ਲੜਨ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਹਰ ਇੱਕ ਤਿਆਰੀ ਦੀ ਜਿਹੜੀ ਆ ਉਹ ਕੀਤੀ ਗਈ ਹੈ। ਸੋ ਅਸੀਂ ਕੋਈ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਇਦਾਂ ਦੀ ਨਹੀਂ ਆਉਂਦਾ। ਧੰਨਵਾਦ। ਕੀ ਨਾਮ ਹੈ ਤੇ ਕੀ ਸਾਰਾ ਮਾਮਲਾ ਚੱਲਿਆ? ਇੱਕ ਰੰਗਤ ਰੈਸਟੋਰੈਂਟ ਆ ਇੱਥੇ ਨੈਸ਼ਨਲ ਹਾਈਵੇ ਦੇ ਉੱਤੇ। ਇੱਥੇ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਨੂੰ ਕਿ ਇੱਥੇ 2 ਡੈੱਡ ਬੋਡੀਜ਼ ਨੇ ਇੱਕ ਰੂਮ ਦੇ ਵਿੱਚ, ਜਿਨ੍ਹਾਂ ਦੀ ਆ ਕੇ ਤੇ ਪੁਲਿਸ ਨੇ ਪੁੱਛਗਿੱਛ ਪੂਰੀ ਕੀਤੀ, ਜਾਂਚ ਕਰ ਰਹੀ ਹੈ ਪੁਲਿਸ ਇਹਦੇ ਬਾਰੇ। ਡੈਡ ਬੋਡੀ ਕਿਹਦੀ ਹੈਗੀ ਜੀ? ਡੈੱਡ ਬੋਡੀ ਦੋ ਹੈਗੇ, ਇੱਕ ਦਾ ਨਾਮ ਸੂਰਜ ਕੁਮਾਰ ਹੈ ਇੱਕ, ਤੇ ਇੱਕ ਲੇਡੀ ਦਾ ਨਾਮ ਕਮਲੇਸ਼ ਹੈ। ਕਿਸ ਤਰ੍ਹਾਂ ਡੈਥ ਹੋਈ ਹੈ ਕੋਈ ਕਾਰਨ? ਇਹ ਹਲੇ ਕਾਰਨ ਨਹੀਂ ਪਤਾ ਲੱਗਾ। ਇਹਦੀ 174 ਦੀ ਕਾਰਵਾਈ ਨਾਲ ਪੋਸਟਮਾਰਟਮ ਕਰਾਂਗੇ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕਾਰਨ ਹੈ। ਇੱਥੇ ਕੰਮ ਕਿ ਆਇਆ ਜੀ ਹੁਣ ਤੱਕ ਮੈਂ ਸਾਹਮਣੇ ਹੁਣ ਤੱਕ ਇਹੋ ਹੀ ਨਿਕਲ ਕੇ ਆਇਆ ਕਿ ਡੈੱਡ ਬੋਡੀ ਮਿਲੀ ਆ ਤੇ ਜਿਹੜੀ ਇਹਦੀ ਕਾਜ਼ ਆਫ ਡੈਥ ਆ ਹਲੇ ਕਲੀਅਰ ਨਹੀਂ ਹੈ। ਕਾਜ਼ ਆਫ ਡੈਥ ਜਿਹੜੀ ਆ ਪੋਸਟਮਾਰਟਮ ਤੋਂ ਕਲੀਅਰ ਹੋਊਗੀ। ਪੋਸਟਮਾਰਟਮ ਮੈਰਿਡ ਅਨਮੈਰਿਡ ਸਰ ਇਹ ਕਰ ਰਹੇ ਆ ਪੁੱਛਗਿੱਛ। ਇਹਦੇ ਵਿੱਚ ਜਾਣਕਾਰੀ ਉਹਨਾਂ ਦੇ ਪਰਿਵਾਰ ਆਏ ਨੇ, ਉਹਨਾਂ ਕੋਲ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲ 'ਚ। ਮੁੰਡਾ ਕਿੱਥੋਂ ਦਾ, ਕੁੜੀ ਕਿੱਥੋਂ ਦੀ ਹੈ? ਮੁੰਡਾ ਇਹ ਲੋਕਲ ਨੇ, ਗੁਰਦਾਸਪੁਰ ਦੇ ਨੇ, ਗੁਰਦਾਸਪੁਰ ਦੇ ਦੋਵੇਂ, ਲੇਡੀ ਵੀ ਤੇ ਮੁੰਡਾ। ਸਰ ਮੁੰਡਾ ਤੇ ਕੰਮ ਕਰਦਾ ਹੈ ਜਾਂ
ਹਾਂ ਇੱਥੇ EMPLOYE ਇਹਦੇ ਬਾਰੇ ਨਹੀਂ ਹਲੇ ਕਰ ਰਹੇ ਪੁੱਛਗਿੱਛ। ਹੋਟਲ ਵਾਲੇ ਨੇ ਕਮਰਾ ਜਿਹੜਾ ਕੋਈ ਝੂਠ ਦੇ ਆਧਾਰ ਦਿੱਤਾ ਕਿ ਜਾਂ ਵੈਸੇ ਇਹਨਾਂ ਨਹੀਂ ਬੰਦਾ ਇੱਕ ਕੰਮ ਕਰਦਾ ਸੀ ਹੋਟਲ ਦੇ ਵਿੱਚ। ਇਹ ਦੋਵੇਂ ਹਸਬੈਂਡ ਵਾਈਫ ਹੀ ਆ ਕਿਦਾਂ? ਨਹੀਂ ਇਹ ਨਹੀਂ ਹਲੇ ਕਰ ਰਹੇ ਹਾਂ ਦੀ ਪੁੱਛਗਿੱਛ ਵੀ ਹਸਬੈਂਡ ਵਾਈਫ ਕੀ ਹੈ। ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਸਰ ਤੇ ਹੋਟਲ ਵਿੱਚ ਹੈਗੇ ਨੇ death ਇਹ ਆਈ ਹੈ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਤੇ ਆਈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਚ ਲੈਣੀ। ਫਿਲਹਾਲ ਹੁਣ ਕੀ ਕਾਰਵਾਈ ਕੀਤੀ ਹੈ? 174 ਦੀ ਕਾਰਵਾਈ ਪੋਸਟਮਾਰਟਮ ਡੈਡ ਬੋਡੀ ਭੇਜਤੀ ਜੀ। ਡੈਡ ਬੋਡੀ ਭੇਜਤੀ। ਭਾਜੀ ਇਸ ਸਾਹਮਣੇ ਭਾਜੀ ਕੀ ਨਾਂ ਤੁਹਾਡਾ ਜੀ? ਵਿਕਰਮ। ਕਿੱਥੇ ਰਹਿਣਾ? ਬਰਿਆਰ ਤੋਂ। ਕੀ ਗੱਲਬਾਤ ਹੋਈ ਇੱਥੇ ਦੀ? ਗੱਲਬਾਤ ਸਾਨੂੰ ਆਪ ਨਹੀਂ ਪਤਾ ਪਤਾ, ਮੈਂ ਟਰਾਲਾ ਖਾਲੀ ਕਰਕੇ ਆਉਣ ਡਿਆ, ਹੁਣ ਮੈਨੂੰ ਫੋਨ ਆਇਆ ਤੇ ਮੈਂ ਇਸ ਕਰਕੇ ਰੁਕਿਆ। ਉਹ ਜਿਹੜੀ ਅੰਦਰ ਮਿਲੀ ਆ ਲਾਸ਼ਾਂ, ਕਿੰਨੀਆਂ ਲਾਸ਼ਾਂ ਨੇ? ਪਤਾ ਨਹੀਂ, ਫਿਲਹਾਲ ਤਾਂ ਸਾਡੀ ਲੜਕੀ ਆ ਕਿੱਥੋਂ ਦੀ? ਬਰਿਆਰ ਦੀ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਫੋਨ ਆਇਆ ਘਰੋਂ ਮੈਨੂੰ, ਸਾਨੂੰ ਸਰਪੰਚ ਸਾਹਿਬ ਨੇ ਫੋਨ ਕੀਤਾ, ਉੱਥੇ ਗਿਆ ਇਸ ਕਰਕੇ ਸਾਨੂੰ ਪਤਾ ਲੱਗਾ ਤਾਂ ਇੱਥੇ ਪੁੱਜਿਆ। ਹੁਣ ਵੇਖਿਆ ਕਿ ਪੁਲਿਸ ਨਾਲ ਗੱਲਬਾਤ ਕੀਤੀ ਕੋਈ? ਨਹੀਂ ਤਾਂ ਕੋਈ ਗੱਲਬਾਤ ਨਹੀਂ ਹੋਈ, ਹੋਟਲ ਦੇ ਮਾਲਕ ਨਾਲ ਕੋਈ ਗੱਲਬਾਤ ਨਹੀਂ ਹੋਈ। ਹੋਟਲ ਵਾਲਿਆਂ ਨਾਲ ਗੱਲ ਹੋਈ ਆ ਕਿ ਸਾਨੂੰ ਕੋਈ ਪਤਾ ਨਹੀਂ ਆ। ਉਹਨਾਂ ਨੇ ਆਣ ਕੇ ਇਹ ਗੱਲ ਕਹੀ ਆ ਸਾਨੂੰ ਕਿ ਮੁੰਡੇ ਨੇ ਵੀ ਮੇਰੀ ਮੰਮੀ ਹਸਪੀਟਲ ਅਬਰੋਲ ਦੇ ਵਿੱਚ ਦਾਖਲ ਆ ਤੇ ਮੈਂ ਸਟੇ ਕਰਨਾ, ਮੇਰਾ ਜਦੋਂ ਮਰਜ਼ੀ ਕਹਿੰਦਾ ਕੰਪਿਊਟਰ ਤੁਸੀਂ ਉਹਦੇ ਨਾਲ ਕਿ ਜਿਹੜਾ ਕੈਮਰੇ ਨਾਲ ਚੈੱਕ ਕਰ ਲਓ। ਇਹ ਗੱਲ ਉਹਨਾਂ ਕਹੀ ਆ। ਮੈਂ ਉਹਨਾਂ ਨੂੰ ਪੁੱਛਿਆ ਸੀ, ਮੇਰਾ ਨਾਮ ਸਵਰਨਪਾਲ ਆ। ਤੁਹਾਡੀ ਕੀ ਲੱਗਦੀ ਸੀ? ਸਾਡੀ ਵੀ ਭਰਾ ਦੀ ਲੜਕੀ ਆ, ਭਤੀਜੀ ਆ। ਮੈਂ ਇੱਥੇ ਆਇਆ ਸੀ ਮੂੰਗਫਲੀ ਲੈਣ, ਮੂੰਗਫਲੀ ਤੇ ਰਿਓੜੀ ਆ। ਠੰਡ ਬਹੁਤ ਪੈ ਰਹੀ ਹੈ ਤੇ ਬੱਚੇ ਵੀ ਸਰਦੀਆਂ ਦੀ ਸੁਗਾਤ ਹੈਗੀ ਹੈ ਤੇ ਬੱਚੇ ਵੀ ਕਹਿ ਰਹੇ ਸੀ ਕਿ ਲੈ ਕੇ ਆਇਓ ਤੇ ਉਹ ਫਿਰ ਮੈਂ ਹੁਣ ਲੈਣ ਆਇਆ, ਮੂੰਗਫਲੀ ਤੇ ਰਿਓੜੀਆਂ ਲੈਣ ਆਇਆ। ਬਾਕੀ ਬਦਾਮ ਹੈ ਜੀ, ਸਾਡੇ ਵਾਸਤੇ ਤਾਂ ਬਦਾਮ ਹੀ ਹੈ, ਸਰਦੀਆਂ ਦੀ ਸੁਗਾਤ ਹੈ। ਹਾਂਜੀ ਮੂੰਗਫਲੀ ਜੀ ਵੇਖੋ ਜੀ, ਸਰਦੀ ਕਰਕੇ ਜੀ ਸਾਡੇ ਵਾਸਤੇ ਬਦਾਮ ਆ ਜੀ, ਗਜਕਾ ਜੀ, ਨਿਆਣੇ ਵੀ ਮੰਗਦੇ, ਸਿਆਣੇ ਵੀ ਮੰਗਦੇ, ਡਿਮਾਂਡ ਹੈ ਜੀ ਮੂੰਗਫਲੀ। ਸਰਦੀਆਂ ਕਰਕੇ ਲੋਕੀ ਚੱਬਦੇ ਮੂੰਗਫਲੀ। ਮਾੜੇ ਬੰਦੇ ਵਾਸਤੇ ਜਿਹੜੀ ਮੂੰਗਫਲੀ ਹੈ ਨਾ, ਇਹੋ ਬਦਾਮ ਆ ਜੀ। ਮੂੰਗਫਲੀ ਸਵਾਦ ਲੱਗਦੀ ਹੈ ਤੇ ਸਿਆਲ ਵਿੱਚ ਠੰਡ ਕਰਕੇ ਬਹੁਤ ਮਜ਼ਾ ਆਉਂਦਾ ਖਾਣ ਨੂੰ। ਇਹ ਤੇ ਬਦਾਮ ਹੈ ਸਿਆਲ ਦੀ। ਸਿਆਲ 'ਚ ਮਹਾਰਾਜ ਮੂੰਗਫਲੀ ਖਾਣ ਦਾ ਤਾਂ ਨਜ਼ਾਰਾ ਹੀ ਅਲੱਗ ਹੈ। ਸਿਆਲ 'ਚ ਹੀ ਖਾਧੀ ਜਾਂਦੀ ਮੂੰਗਫਲੀ ਤੇ ਸਿਆਲ ਵਿੱਚ ਬਦੋ ਬਦੀ ਦਿਲ ਕਰਦਾ ਕਿ ਕੋਈ ਚੀਜ਼ ਖਾਈਏ, ਕਿ ਮੂੰਗਫਲੀ ਚਲੋ ਮੂੰਗਫਲੀ ਤੋਂ ਵਧੀਆ ਹੋਰ ਕਿਹੜੀ ਚੀਜ਼ ਹੈ। ਹਾਂਜੀ ਨਾਲੇ ਸਿਆਲਾਂ ਦੇ ਬਦਾਮ ਤਾਂ ਹਾਂਜੀ। ਜਿਉਂ ਸਿਆਲ ਆ ਰਿਹਾ ਤੂੰ ਕਾਰੋਬਾਰ ਵੱਧਦਾ ਪਿਆ ਜੀ। ਠੀਕ ਹੈ ਜੀ, ਸਾਡੀ ਦੁਕਾਨ ਤੇ ਮੂੰਗਫਲੀ ਰਿਓੜੀ ਗੱਚਕ ਸਾਰਾ ਕੁਝ ਮਿਲੇਗਾ। ਠੀਕ ਹੈ ਜੀ, ਤੇ ਜਿਉਂ ਗਾਹਕ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਵਾ। ਇਹ ਮਾੜੇ ਬੰਦੇ ਲਈ ਮੂੰਗਫਲੀ ਬਦਾਮ ਦਾ ਦਾਣਾ ਹੈ, ਪਹਿਲੇ ਨਾਲੋਂ ਕਾਫੀ ਫਰਕ ਪਿਆ ਹੈ। ਨਹੀਂ ਠੰਡ ਕਰਕੇ ਪੈ ਰਿਹਾ ਕਾਫੀ ਫਰਕ। ਹਾਂਜੀ ਮਾਰੇ ਆ ਦਿਨ ਤੁਹਾਨੂੰ ਪਤਾ ਚੱਲ ਰਹੇ ਨੇ ਸਿਆਲ ਦੇ ਨਾਲ, ਫਿਰ ਤੁਹਾਨੂੰ ਪਤਾ ਮੂੰਗਫਲੀ ਵਾਲੀ ਹੁੰਦੀ ਹੈ, ਬਦਾਮ ਤਾਂ ਖਾਣਾ ਚਾਹੀਦਾ। ਮੈਂ ਹੀ ਦੁਕਾਨਦਾਰ ਹਾਂ, ਇੱਥੋਂ ਹੀ ਮੂੰਗਫਲੀ ਲੈਣ ਆਏ ਆ। ਹੁਣ ਸਰਦੀਆਂ ਦਾ ਮੌਸਮ ਆ ਗਿਆ ਵਾ ਤੇ ਮੂੰਗਫਲੀ ਦੀ ਵੀ ਡਿਮਾਂਡ ਵਧਣ ਡਈ ਆ ਤੇ ਲੋਕੀ ਮੂੰਗਫਲੀ ਨੂੰ ਵੀ ਆਪਣਾ ਇੱਕ ਬਦਾਮ ਤੌਰ ਤੇ ਖਾਂਦੇ ਆ ਤੇ ਬਹੁਤ ਪਸੰਦ ਕਰਦੇ ਆ। ਤੇ ਥੋੜੀ ਅੱਗੇ ਨੂੰ ਥੋੜੀ ਮੂੰਗਫਲੀ ਦੀ ਸੇਲ ਵੀ ਵਧੀ ਆ ਤੇ ਅਸੀਂ ਇੱਥੋਂ ਲੈ ਕੇ ਜਾਂਦੇ ਲੋਕ, ਬਹੁਤ ਵਧੀਆ ਮੂੰਗਫਲੀ, ਚੰਗੀ ਮੂੰਗਫਲੀ ਮਿਲਦੀ ਆ ਤੇ ਗਾਹਕ ਬਹੁਤ ਪਸੰਦ ਕਰਦਾ ਮੂੰਗਫਲੀ। ਹਾਂਜੀ ਮੂੰਗਫਲੀ ਦੀ ਜ਼ਿਆਦਾ ਡਿਮਾਂਡ ਕਰਨ ਡਿਆ ਹੁਣ ਗਾਹਕ, ਸਰਦੀਆਂ ਦਾ ਮੌਸਮ ਤਾਂ ਕਰਕੇ। ਰੋਡ ਆ ਕੋਰੀਡੋਰ ਤੋਂ ਗੁਰਦਾਸਪੁਰ ਮੇਨ ਰੋਡ ਆ ਤੇ ਮਾਰਕੀਟ ਸਾਡੀ ਕੇ ਪਾਣੀ ਖਲੋਤਾ ਲਗਭਗ 6 ਮਹੀਨੇ ਹੋ ਗਏ ਆ। ਬੜੇ ਮੰਗ ਪੱਤਰ ਦਿੱਤੇ ਆ, ਬੜੀਆਂ ਫੋਟੋਆਂ ਹੋਈਆਂ, ਸਾਰਾ ਕੁਝ ਹੋਇਆ, ਪਰ ਕੋਈ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲਿਆ। ਕੋਈ ਇੱਥੇ ਮੋਤਬਾਰ ਮੈਂਬਰ, ਪੰਚਾਇਤ, ਸਰਪੰਚ ਕੁਝ ਨਹੀਂ ਹੈਗਾ। ਮੁਸ਼ਕਲ ਦੁਕਾਨਦਾਰਾਂ ਨੂੰ ਆ, ਉਸ ਤੋਂ ਬਾਅਦ ਗਾਹਕ ਨੂੰ ਬਹੁਤ ਮੁਸ਼ਕਲ ਆ। ਬਲਤੇ ਗਾਹਕ ਆਉਂਦਾ ਕੋਈ ਨਹੀਂ ਦੁਕਾਨਾਂ ਤੇ। ਐਕਸੀਡੈਂਟ ਕੱਲ੍ਹ ਦੀ ਟਰਾਲੀ ਪਲਟੀ ਕਰਨੇ ਵਾਲੀ, ਉਹਦਾ ਬਚਾਅ ਹੋ ਗਿਆ, ਪਰਮਾਤਮਾ ਨੇ ਰੱਖ ਲਿਆ, ਬੰਦੀ ਜਾਨ ਬਚ ਗਈ ਆ। ਰਾਤ ਇੱਕ ਐਕਸੀਡੈਂਟ ਹੋਇਆ, ਮੁੰਡੇ ਦੀ ਡੈਥ ਹੋ ਗਈ ਆ। ਇੱਕ ਅੱਜ ਐਕਸੀਡੈਂਟ ਹੋਇਆ, ਉਹਦੇ ਵਿੱਚ 3 ਗੱਡੀਆਂ ਵੱਜੀਆਂ ਵਾ, ਕਾਰਾਂ 3 ਵੱਜੀਆਂ ਵਾ। ਉਹ ਸਿਰਫ 10 ਮਿੰਟ ਰੌਲਾ ਰਾਲਾ ਪਿਆ ਸੀ, ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ। ਪਾਣੀ ਉੱਦਾਂ ਖਲੋਤਾ ਦੁਕਾਨਾਂ ਅੱਗੇ, ਗੰਦ ਹੱਦ ਨਾਲੋਂ ਵੱਧ ਵਾ। ਬਿਮਾਰੀਆਂ ਇੰਨੀਆਂ ਕੁ ਫੈਲਦੀਆਂ ਕਿ ਮੱਛਰ ਦੁਕਾਨ 'ਤੇ ਸਾਰਾ ਦਿਨ ਸਾਹ ਨਹੀਂ ਲੈਣ ਦਿੰਦਾ। ਦੁਕਾਨਦਾਰ ਜਿੱਦਾਂ ਆਉਂਦੇ ਆ ਉੱਦਾਂ ਬੈਗ ਸ਼ਾਮ ਨੂੰ ਘਰੋਂ ਘਰੀ ਚਲ ਜਾਂਦੇ ਆ। ਕੋਈ ਸੁਣਵਾਈ ਨਹੀਂ, ਕੋਈ ਆਮ ਆਦਮੀ ਸਰਕਾਰ ਕੋਈ ਨਹੀਂ ਲੱਭਦੀ ਪਈ, ਕੋਈ ਇਹਦਾ ਮੈਂਬਰ ਪੰਚਾਇਤ ਕੋਈ ਨਹੀਂ ਆਇਆ ਇੱਥੇ। ਸਿਰਫ ਝੰਡੇ ਲਾ ਕੇ ਗੱਡੀਆਂ ਹੂਟਰ ਆਉਂਦੀਆਂ ਲੰਘ ਜਾਂਦੀਆਂ, ਸਾਰੇ ਅਫਸਰ ਵੀ ਇੱਥੋਂ ਦੇ ਲੰਘ ਕੇ ਜਾਂਦੇ ਆ, ਪਰ ਉਹਨਾਂ ਨੂੰ ਵਾਸਤਾ ਕੋਈ ਨਹੀਂ। ਗਰਮੀਆਂ 'ਚ AC ਚੱਲਣ ਡਿਆ ਹੁੰਦਾ, ਸਿਆਲ 'ਚ ਹੀਟਰ ਚੱਲਣ ਡੇ ਹੁੰਦੇ ਆ, ਉਹ ਲੰਘ ਜਾਂਦੇ ਪਾਣੀ ਦੇ ਵਿੱਚੋਂ ਦੀ ਗੱਡੀਆਂ। ਮੁਸ਼ਕਲ ਬਣੀ ਪਈ ਆ ਸ਼ਹਿਰ ਵਾਸਤੇ। ਇਹ ਰੋਡ ਸਰ ਜਾਂਦਾ ਕਿੱਧਰ ਨੂੰ? ਇਹ ਜਾਂਦਾ ਜੀ ਗੁਰਦਾਸਪੁਰ ਤੋਂ ਕੋਰੀਡੋਰ ਨੂੰ ਲਿੰਕ ਹੋਇਆ ਜਾਂਦਾ ਰੋਡ, ਮੇਨ ਹਾਈਵੇ ਆ। ਅੱਗੋਂ ਉਸ ਤੋਂ ਬਾਅਦ ਅੱਗੇ ਏਅਰਪੋਰਟ ਨੂੰ ਨਿਕਲਦਾ ਰਮਦਾਸ ਤੋਂ,
ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਨੂੰ। ਤੁਸੀਂ ਸਾਹਿਬ ਪ੍ਰਸ਼ਾਸਨ ਕਰੀ ਕੋ ਮੰਗ ਰੱਖੀ ਆਪਣੀ? ਪ੍ਰਸ਼ਾਸਨ ਅੱਗੇ ਮੰਗ ਨਹੀਂ ਜੀ, ਹੱਥ ਜੋੜ ਕੇ ਬੇਨਤੀ ਆ ਇਹਦਾ ਹੱਲ ਕਰ ਦਿਓ ਕੋਈ, ਕਿਉਂ ਕਿਸੇ ਦਾ ਜੀ ਲੈਣਾ, ਕੋਈ ਮਰ ਗਿਆ, ਕੋਈ ਕੁਝ ਹੋ ਗਿਆ, ਕਿਸੇ ਤੇ ਕੋਈ ਅਸਰ ਨਹੀਂ ਹੋਣਾ, ਨੁਕਸਾਨ ਇਹਦੇ ਵਿੱਚ ਆਮ ਲੋਕ ਤੇ ਪਬਲਿਕ ਦਾ ਹੀ ਆ। ਧੰਨਵਾਦ। ਹੁੰਦਾ ਉਦਾਂ ਹੀ ਕਰਦੇ, ਜੇ ਤੁਹਾਡੇ ਲੈ ਕੇ ਸੇਵਾ ਨੂੰ ਲਾ ਦਿਓ, ਅਸੀਂ ਨਾਲ ਹੋ ਕੇ ਕਰਾ ਦਾਂਗੇ। ਇਹੀ ਹੱਲ ਹੈ, ਹੋਰ ਤੇ ਹੱਲ ਕੋਈ ਵੀ ਨਹੀਂ। ਸਾਰੀ ਮਾਰਕੀਟ ਦੁਖੀ ਹੋਈ ਦੀ ਜਿਹੜੀ ਸਰਕਾਰ ਆਈ ਆਮ ਪਾਰਟੀ ਨੇ ਜਨਤਾ ਦਾਅਵੇ ਕਾਂਡੀ ਕੀ ਤੁਸੀਂ ਉਹ ਰੱਖਦੇ? ਭਾਜੀ ਅਸੀਂ ਤੇ ਦੁਕਾਨ ਤੇ ਬੈਠੇ, ਸਾਨੂੰ ਦਾਅਵਿਆਂ ਨਾਲ ਕੀ ਹੈ? ਸਾਡੀ ਤੇ ਸੜਕ ਕੀ ਗੰਦ ਪਿਆ, ਬੂਹੇ ਕੇ ਗੰਦ ਪਿਆ, ਅਸੀਂ ਦਾਅਵੇ ਦੇ ਤਾਂ ਵੀ ਕੀ ਸਾਡਾ ਕੋਈ ਚੁੱਕ ਹੋਏ। ਲੰਘਣ ਨੂੰ ਰਾਹ ਹੈ ਨਹੀਂ ਆ, ਗੋਡੇ ਗੋਡੇ ਮੁਸ਼ਕ ਆਉਂਦੀ, ਗਾਹਕ ਆਉਂਦਾ ਮਖੂਲ ਕਰਕੇ ਗਾਹ ਜਾਂਦਾ, ਕਿਹੜੇ ਕੁਝ ਡਿੱਗ ਪੀ ਜਾ ਕੇ ਕਹੀਏ ਕਿਹਨੂੰ, ਸਾਨੂੰ ਸਮਝ ਲੱਗਦੀ ਸ਼ਹਿਰ 'ਚ ਬੰਦਾ ਕਿਹੜਾ ਮੋਤਬਰਾਂ ਨੂੰ ਪਤਾ ਹੀ ਨਹੀਂ ਨਾ ਚੀਜ਼ਾਂ ਦਾ। ਇਹ ਕਰਕੇ ਮੌਤ ਹੋਈ ਹੈ ਇੱਥੇ, ਤੇ ਟਰਾਲੀ ਵੀ ਗੰਨਿਆਂ ਦੀ ਖੱਡਿਆਂ ਦੀ ਵਜ੍ਹਾ ਕਰਕੇ ਪ੍ਰਤੀ 6 ਮਹੀਨੇ ਤੋਂ ਪਾਣੀ ਰੋਡ ਪੂਰਾ ਚੰਗੀ ਤਰ੍ਹਾਂ ਖੜਾ, ਰੋਡ ਭਰਿਆ ਪਿਆ ਸਰ ਪਾਣੀ ਨਾਲ, ਔਰ ਦੁਕਾਨਦਾਰ ਪੂਰੇ ਪਰੇਸ਼ਾਨ ਨੇ। ਸਾਰੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਪਿਆ, ਕੋਈ ਨਹੀਂ ਆ ਜਾ ਸਕਦਾ ਵਿੱਚ, ਸਕੂਟਰ ਮੋਟਰਸਾਈਕਲ ਵੀ ਨਹੀਂ ਲੰਘਦਾ ਵਿੱਚ, ਜੇ ਕਾਰ ਵੀ ਨਹੀਂ ਕੋਈ ਲੰਘਾ ਕੇ ਰਾਜੀ ਵਿੱਚ। ਕੀ ਮੰਗ ਰੱਖਦੇ ਪ੍ਰਸ਼ਾਸਨ? ਇਹ ਪ੍ਰਸ਼ਾਸਨ ਜਿਹੜੀ ਮੰਗ ਰਿਹਾ ਤੇ ਰੋਡ ਦਾ ਪਾਣੀ ਚਾਲੂ ਕੀਤਾ ਜਾਏ ਤੇ ਰੋਡ ਸਾਫ਼ ਕੀਤਾ ਜਾਏ, ਖੱਡੇ ਬੰਦ ਕੀਤੇ ਜਾਣ, ਜੋ ਵੀ ਰੋਡ ਦੇ ਵਿੱਚ ਅਜੇ ਐਸੀ ਘਟਨਾ ਤੋਂ ਬਚਾ ਰਵੇ। ਸੀਵਰੇਜ ਜੋ ਬੁਲਾ ਕੇ ਉਹਨੂੰ ਚਾਲੂ ਕੀਤਾ ਜਾਏ ਸੀਵਰੇਜ ਨੂੰ। ਇਹ ਕਿੱਧਰ ਨੂੰ ਰੋਡ, ਕਿੱਧਰ ਜੁਆਇੰਟ ਕਿੱਧਰ ਨੂੰ ਹੁੰਦਾ ਰੋਡ? ਇਹ ਕੋਰੀਡੋਰ ਤੋਂ ਲੈ ਕੇ ਗੁਰਦਾਸਪੁਰ ਜਿਹਦੇ ਵਾਲਾ ਮੇਨ ਰੋਡ ਆ, ਹਾਈਵੇ ਰੋਡ ਆ ਗੁਰਦਾਸਪੁਰ ਨੂੰ। ਅੱਜ ਅਸੀਂ ਸਾਰਾ ਪਰਿਵਾਰ ਅਸੀਂ ਦਰਬਾਰ ਸਾਹਿਬ ਆਏ ਹਾਂ। ਬੜੇ ਸਾਲਾਂ ਤੋਂ ਅਸੀਂ ਇੱਥੇ ਰਿਕੁਐਸਟ ਕੀਤੀ ਸੀ ਕਿ ਹਲਕੀ ਪੌੜੀ 'ਚ ਅਸੀਂ ਅਖੰਡ ਪਾਠ ਸਾਹਿਬ ਰੱਖਣੇ, ਤੇ ਅੱਜ ਇੰਨੇ ਸਾਲਾਂ ਬਾਅਦ ਸਾਡਾ ਨੰਬਰ ਆਇਆ। ਸੋ 2 ਦਿਨ ਇੱਥੇ ਸੇਵਾ ਕਰਾਂਗੇ, ਤੇ ਇੱਥੇ ਪੂਰਾ ਪਰਿਵਾਰ ਹੀ ਇੱਥੇ ਸੇਵਾ ਕਰੂਗਾ, ਤੇ ਅਖੰਡ ਪਾਠ ਦੇ ਭੋਗ ਪਾ ਕੇ ਫਿਰ ਆਪਾਂ ਜਾਵਾਂਗੇ। ਮੁੱਦਾ ਹੀ ਨਹੀਂ ਹੈ ਇਸ ਵਾਇਲ, ਕੋਈ ਮੁੱਦਾ ਨਹੀਂ ਹੈ, ਕਿਉਂਕਿ ਨਾ ਪਾਣੀ ਹੈ, ਨਾ ਇਸ ਵਾਇਲ ਹੈ, ਨਾ ਜ਼ਮੀਨ ਹੈ। ਬਾਰ-ਬਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ। ਸੋ ਇਸ ਕਰਕੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਲਿਖ ਕੇ ਕਹਿ ਦੇਣਾ ਚਾਹੀਦਾ ਹੈ, ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਦੇਣ ਨੂੰ, ਉਹਦੇ ਵਾਸਤੇ ਮੀਟਿੰਗ ਕਿਉਂ ਕਰੀ ਅਸੀਂ? ਕਾਫੀ ਬਿਆਨ ਕਰਦੇ ਨੇ, ਗੋਲਕਾ ਦੇ ਬਿਆਨ ਕਰ ਰਹੇ ਭਗਵੰਤ ਮਾਨ ਲਗਾਤਾਰ। ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੌਮ ਦੀ ਆ ਪਾਰਲੀਮੈਂਟ ਹੈ, ਕਿਉਂਕਿ ਭਗਵੰਤ ਮਾਨ ਨਾਸਤਿਕ ਬੰਦਾ ਹੈ, ਰੱਬ ਨੂੰ ਮੰਨਣ ਵਾਲਾ ਨਹੀਂ ਮੰਨਦਾ। ਜਿਹੜਾ ਚੀਫ ਮਿਨਿਸਟਰ, ਜਿਹੜਾ ਲੀਡਰ ਭਗਵੰਤ ਮਾਨ ਵਰਗਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ, ਉਹਨੂੰ ਕੀ ਮਰਿਆਦਾ ਦਾ ਪਤਾ ਇੱਥੋਂ ਦਾ। ਤਾਂ ਇਸ ਕਰਕੇ ਘਟੀਆ ਬਿਆਨ ਨਹੀਂ ਦੇਣੇ ਚਾਹੀਦੇ। ਕਿ ਨਾ ਪਾਣੀ ਹੈ, ਨਾ ਇਸ ਵਾਇਲ ਹੈ, ਨਾ ਜ਼ਮੀਨ ਹੈ। ਬਾਰ-ਬਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ। तो इस करके चीफ मिनिस्टर भगवंत मान नूं देखिए, हमारी एक भारतीय जनता पार्टी ने लोकसभा प्रवास एक कार्यक्रम बनाया है और एक क्लस्टर बनाया है। किसी क्लस्टर में 4 सीटें हैं, किसी में 3 है। मेरे पास जो क्लस्टर है उसमें 4 सीटें हैं। गुरदासपुर है, अमृतसर है, जलंधर है और जम्मू कश्मीर की अनंतनाग है। इन 4 सीटों में लगातार मैं आता रहूँगा। संगठन मजबूत बना रहे, कार्यकर्ताओं में एकजुटता रहे और डेवलपमेंट के काम रुके नहीं, इसके लिए मैं जिला परिषद के साथ समीक्षा भी करता हूँ और कुछ नई प्लान अगर आ सकती है तो उसके लिए योजना बनाना, यही हमारा उद्देश्य है। ਤੁਹਾਡੇ ਵੱਲੋਂ ਦਿੱਲੀ ਤੋਂ ਆ ਕੇ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ, ਜਿਹੜਾ ਸਨੀ ਦਿਓਲ ਵੱਲੋਂ ਇੱਕ ਵਾਰੀ ਵੀ ਨਹੀਂ ਜਿਹੜਾ ਵਾ ਪੰਜਾਬ ਦੇ ਵਿੱਚ ਆਇਆ ਗਿਆ, ਉਹਨਾਂ ਵੱਲੋਂ ਗੁਰਦਾਸਪੁਰ ਦੇ ਵਿੱਚ ਆਏ। उनकी कुछ हेल्थ प्रॉब्लम है, लेकिन जो ये लोकसभा प्रवास कार्यक्रम है वो अपना आप एक ऐसा कार्यक्रम है जिसमें यहाँ जो कार्यकर्ता बैठे हैं, जैसे हमारे ढिल्लो साहब हैं, मेरे पास साथ 2 दिन से हैं, और जो भी हमारे जिला प्रधान या संगठन के और लोग बैठे हैं, मैंने इनको कहा है, गिल साहब को, कि अब देखिए हम तो आएंगे तो लिमिट ही, लेकिन काम को ज़्यादा करने का प्रयास करें तो वो चीज़ें काफ़ी दूर हो जाएगी, ऐसा मैं मानता हूँ। सर मेरा एक क्वेश्चन, पंजाब पंजाब के माहौल ਨੂੰ ਕਿਸ ਤਰ੍ਹਾਂ ਵੇਖਦੇ ਗਏ ਅੱਜ ਦੇ ਟਾਈਮ 'ਚ? क्या पंजाब ਦਾ ਜਿਹੜਾ ਮਾਹੌਲ ਹੈ ਉਸ ਨੂੰ ਕਿਸ ਤਰ੍ਹਾਂ ਵੇਖਦੇ ਗਏ? पंजाब का शासन, प्रशासन उस पर क्या देखिए, मैं
दिल्ली में भी लोगों से बात करता रहता हूँ। कुछ हमारे जिले राजस्थान के भी पंजाब से लगते हैं, श्री गंगानगर और हनुमानगढ़ एकदम लगे हुए। पहले भी यहां मैं आया हूं। लोग ऐसा महसूस करते हैं कि गलती हो गई। शासन अनुभवहीन लोगों के हाथ में है, ऐसा आम नागरिक ऐसा महसूस करता है। लॉ एंड ऑर्डर बिगड़ गया। शासन में दो काम बड़े होते हैं, किसी भी दल का शासन, उसके दो काम बड़े होते हैं। एक होता है डेवलपमेंट एक्टिविटी और एक होता है गवर्नेंस। तो यहां डेवलपमेंट भी रुका है और गवर्नेंस भी गायब हुआ है, इसलिए माहौल तो अच्छा नहीं। आम आदमी पार्टी कह रही है कि केंद्र की शह के उपर ही पंजाब का माहौल खराब किया जा रहा है। केंद्रीय एजेंसियां जड़ियां हैं, जिस तरह अमृतपाल जो बयान दे रहा वा, वो केंद्र ही सब करा रही है, केंद्रीय एजेंसियां करा रही है। देखिए, 8 साल से हम केंद्र में शासन में, कोई एक केस तो प्रूव हुआ ही नहीं जिसमें हमने महिला फाइट इंटेंशन से काम किया है। कोई गलती करेगा तो अपनी जांच एजेंसियां काम करेगी। अब कोई जेल में बैठा कोई आदमी चिट्ठी लिखे कि अरविंद केजरीवाल जी ने हमसे पैसे मांगे या सत्येंद्र जैन ने पैसे मांगे, इसमें बीजेपी का क्या रोल है? इसमें तो वो जेल में बैठा वो कह रहा मैंने दिए हैं पैसे, उसमें बीजेपी का खास रोल आ गया। लेकिन आम आदमी पार्टी कह रही है कि केंद्र ਜਿਹੜੀ ਹੈਗੀ ਨਾ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਜਿਸ ਤਰ੍ਹਾਂ अमृतपाल ਦੀ ਗੱਲ ਕੀਤੀ ਜਾਵੇ, अमृतपाल ਨੂੰ ਟਾਰਗੇਟ ਕੀਤਾ ਵੀ ਏਜੰਸੀਆਂ ਦਾ ਬੰਦਾ ਵਾ, ਇੱਥੇ ਪਲਾਂਟ ਕੀਤਾ ਗਿਆ। हमारा ये काम है ही नहीं जी। हमारा काम है सबका साथ सबका विकास। फिर बयानबाजी तो रोक लग रही। एक मिनट, मैं आज जिला प्रशासन के साथ बैठक ले रहा हूँ। कहाँ पैसा आपका अटक रहा है? उन्होंने मुझे कल 3-4 मंत्रालय बताए कि यहाँ पैसा हमारा बाकी है। उन्होंने हिम्मत करके ये भी बताया कि पंजाब सरकार का भी इन मंत्रालयों में पैसा अटका हुआ है। तो अगर मैं पैसा गुरदासपुर को दिला दूंगा तो माहौल अच्छा कर रहा हूँ कि बिगाड़ रहा हूँ? हमारा काम नहीं है। मोदी जी का एक फॉर्मूला तय है, सबका साथ सबका विकास। हम सबका विकास करते हैं। क्या 2024 में जो इलेक्शन हो रही है, अभी 24 दूर है, अभी तो भारतीय जनता पार्टी खुद ही सक्षम है जी। पर कैंडिडेट सनी देओल होगे कि नया बदलना पड़ेगा? जो हालात बने सनी देओल, अरे 24 दूर है, कोई भी या फिर जहां से लिया जाएगा? 24 दूर है, यही चर्चा करना है। इनसे आज चर्चा की है, खुले में की है मैंने तो। नहीं, हर बार गुरदासपुर में जब भी मेंबर पार्लियामेंट होता है बाहर से उतारा जाता है। अब भी बाहर से ही आएगा, क्या प्लान क्या है? यही पूछ रहे हैं। मैंने चर्चा खुले में की है, लेकिन अधिकतर लोगों का मत ये है, कार्यकर्ताओं का, कि हमारे में से ही कैंडिडेट होना चाहिए। जिला प्रधान की बात की जा रही है चुनाव के द्वारा, उसमें पहले नंबर पे नाम जा रहा है उसका पंजाब प्रधान का, उसमें फतेह जंग बाजवा का जा रहा है और लाडी जी का जा रहा है। नहीं, मुझे तो इसकी जानकारी नहीं हुई। जिला प्रधान वाली मुझे जानकारी नहीं। बात करते हैं कार्यकर्ता की सुनी जाती है, एमपी टिकट देनी बंदा बाहर से, पंजाब प्रधान लाता बंदा बाहर से, टिकट देनी बंदा। अब मैं कार्यकर्ता क्या अभी सुनो तो सही, मैं काय के लिए आया हूँ? मैं सुनने के लिए आया हूँ ना। हर बार ऐसे ही होता है, कार्यकर्ता लेकर बंदे बाहर से आते हैं। पहले कौन आया सुनने के लिए? बताओ, पहले सुनने के लिए आया? वो तो अभी आई है ना, वो लोकसभा प्रवासी है। वो लोकसभा प्रवासी मीनाक्षी लेके जिसमें आया, मैं आ रहा हूँ, वो लोकसभा प्रवासी है। सर, आज आप बॉर्डर एरिया की विजिट करके आए हो। बहुत सारे ऐसे प्रोजेक्ट्स हैं जो रुके पड़े हैं, सेंटर के प्रोजेक्ट्स ही हैं, काफ़ी ज़्यादा रुके पड़े हैं। स्टेट का और सेंटर का तालमेल है ही नहीं किसी तरीके का। पर लोग जो हैं वहाँ के हिरास हो रहे हैं। उनमें से बॉर्डर एरिया की बहुत बुरी हालत है इस समय, चाहे वो सड़कों की हो, बॉर्डर एरिया में काम की हो। लड़के वहाँ से छोड़ के जो बाहर का रुख कर रहे हैं, तो मतलब गाँव के गाँव जो है वो खाली हो रहे हैं। तो बहुत चिंता का विषय है। इसके ऊपर भी कुछ केंद्र की ओर से क्या जो योजना बनाई जा रही है, खासतौर पर बॉर्डर एरिया के लिए? देखिए, योजनाएं तो हम हर कोई एक पर्टिकुलर राज्य के लिए तो बनाते नहीं है। हमारी योजना तो सब राज्यों के लिए। इम्प्लीमेंटिंग एजेंसी यहाँ पे आम आदमी पार्टी की सरकार है। अगर उसकी कोई कमजोरी रहती है तो वो जाने। हम तो प्रयास करेंगे कि कोई पैसे की कमी नहीं आने देंगे, इसके बीच में और हम भेदभाव भी नहीं करेंगे। आपने कहा कि केंद्र की जो योजना है उसका रिव्यू करने के लिए आए हैं, क्या दिखा यहाँ पे भी, कैसा फीडबैक आपको मिला? पंजाब की जो आप केंद्र से पैसा भेजते हैं, पंजाब लगा रहा है या नहीं लगा रहा? नहीं, कई जगह कम लग रहा है, मैंने महसूस किया है। अब जैसे अमृत सरोवर है, हर जिले में 75 बनने थे, गुरदासपुर में मैंने देखा 23 ही बने। तो तेजी से काम नहीं हो रहा कई जगह, लेकिन हम समीक्षा करके इसमें इम्प्रूवमेंट लाएंगे। सर, मैंने देखा कि आपने अभी लाइन की, रेलवे लाइन की बात की, मंगेरिया वाला कुछ इसका
बात कर रहे हैं नई रेलवे लाइन बना रहे हैं कदम लेकर। नहीं, मैंने आपको जो बताया वो दोबारा बता देता हूँ कि कुछ ऐसे डेवलपमेंट के प्रोजेक्ट हैं गुरदासपुर के जो जनता के बीच में है। जनता चाहती है कि ये अगर पूरे हो जाएं तो गुरदासपुर का भला होगा, नागरिकों को भी सुविधा मिलेगी। उसमें वो प्रोजेक्ट है, तो उसके लिए नया सर्वे होना, उसके लिए पैसा मंजूर कराना, इस काम में मैं लगा हूँ। आज मैंने 2-3 जगह बात की उसके लिए, रेलवे अधिकारियों को भी कहा और मैं मेरी रिपोर्ट में भी डालूंगा इसको। सब आपके जो बीजेपी कार्यकर्ता को देखने जाओ, मंडल प्रधान देख रहा है सभी है ना ये कार्यकर्ता, लोकल लीडर्स तो आई नहीं, ये सारे ये सब ये महिला मोर्चे के रहे, ये हमारे प्रभारी रहे, ये ऐसी मूर्ति सब ये प्रदेश बैठे बैठे सभी बैठे, मंत्री जी की बात सुनो, सभी बैठे हैं जी। बहुत बहुत धन्यवाद जी, थैंक यू। चाय वगैरह पी लीजिए। देखो ਇਹਦਾ ਆਲਮੋਸਟ 23 ਕਰੋੜ ਦੇ ਆਸ-ਪਾਸ ਬਜਟ ਸੀਗਾ ਤੇ ਜਿਹੜਾ 2 ਹਿੱਸਿਆਂ ਦੇ ਵਿੱਚ ਹੀ ਲਗਭਗ 11 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਦਾ ਜਿਹੜਾ ਟੈਂਡਰ ਅਲੱਗ ਹੁੰਦਾ ਹੋਇਆ ਸੀਗਾ ਔਰ ਆਲਮੋਸਟ 11 ਕਰੋੜ ਸਮਥਿੰਗ ਜਿਹੜਾ ਟੈਂਡਰ ਸੀਗਾ ਉਹ ਅਲੱਗ ਹੋਇਆ ਸੀਗਾ। ਔਰ ਜਿਹੜਾ ਇਹ ਸੈਕਸ਼ਨ ਤੇ ਕੰਮ ਚੱਲ ਰਿਹਾ ਅੱਜ ਜਿਹੜੇ ਤੁਸੀਂ ਦੇਖੇ ਆ ਇੱਥੇ ਸੀਮੈਂਟਡ ਬਲਾਕ ਬਣੇ ਨੇ, ਇਹਨਾਂ ਦੇ ਥੱਲੇ ਪੁਸ਼ ਕਰਕੇ ਤੇ ਇਹਦੇ ਨੀਚੇ ਦੇਣੇ ਨੇ। ਇਹ ਸੈਂਟਰ ਗਵਰਨਮੈਂਟ ਦਾ ਪਾਰਟ ਆ ਤੇ ਜਿਹੜੇ ਬਾਕੀ ਹਿੱਸਾ ਆ ਉਹ ਪੰਜਾਬ ਗਵਰਨਮੈਂਟ ਨੇ ਟੈਂਡਰ ਲਾਇਆ ਸੀ ਔਰ ਪਰ ਇਹਦਾ 100% ਜਿਹੜੀ ਫੰਡਿੰਗ ਆ ਉਹ ਮੈਂ ਪੰਜਾਬ ਸਰਕਾਰ ਤੋਂ ਕਰਾਈ ਸੀ ਆਲਮੋਸਟ 23 ਕਰੋੜ ਰੁਪਇਆ। ਔਰ ਇੱਥੇ ਇਸ ਪ੍ਰੋਜੈਕਟ ਦਾ ਡਿਲੇ ਜ਼ਰੂਰ ਹੋਇਆ ਆ ਪਰ ਮੈਂ ਸਮੇਂ ਸਿਰ ਇੱਥੋਂ ਦੇ ਆਫੀਸਰਸ ਜਿਹੜੇ ਰੇਲਵੇ ਡਿਪਾਰਟਮੈਂਟ ਦੇ ਐਸਡੀਓ ਸਾਹਿਬ, ਐਕਸੀਅਨ ਸਾਹਿਬ, ਇਹਨਾਂ ਠੇਕੇਦਾਰ ਸਾਰਿਆਂ ਨੂੰ ਮਿਲਦਾ ਰਿਹਾ ਪਰ ਕਿਤੇ ਨਾ ਕਿਤੇ ਇਹਨਾਂ ਦੀ ਬੇਵਸੀ ਇਸ ਕਰਕੇ ਸੀਗੀ ਕਿ ਮਟੀਰੀਅਲ ਦੀ ਸ਼ਾਰਟੇਜ ਆ। ਮਟੀਰੀਅਲ ਜਿਹੜਾ ਨਵੀਂ ਗਵਰਨਮੈਂਟ ਬਣੀ ਉਹਦੇ ਕਰਕੇ ਕੋਈ ਪੋਲੀਟੀਕਲ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਸਾਰੇ ਸਮਝਦੇ ਨੇ, ਉਹਦੇ ਕਰਕੇ ਮਟੀਰੀਅਲ ਦੀ ਸ਼ਾਰਟੇਜ ਆਉਣ ਕਰਕੇ ਥੋੜਾ ਇਹ ਡਿਲੇ ਜ਼ਰੂਰ ਹੋਇਆ ਹੈ ਬਟ ਪਰਮਾਤਮਾ ਸੁੱਖ ਰੱਖੇ ਬੜੀ ਜਲਦੀ ਜਿਹੜਾ ਇਹ ਲੋਕਾਂ ਦੇ ਹਵਾਲੇ ਜਿਹੜਾ ਅੰਡਰ ਬ੍ਰਿਜ ਕੀਤਾ ਜਾਊਗਾ। ਔਰ ਬਾਕੀ ਨਾਲ ਮੈਂ ਇਹ ਵੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਈ ਵਾਰ ਇਹ ਹੁੰਦਾ ਕਿ ਲੀਡਰ ਜਦੋਂ ਇਲੈਕਸ਼ਨ ਆਉਂਦੀ ਹੈ ਵੋਟਾਂ ਲੈਂਦੇ ਨੇ ਔਰ ਉਹ ਅਨਾਉਂਸਮੈਂਟ ਕਰ ਜਾਂਦੇ ਨੇ ਕਿ ਚੱਲ ਯਾਰ ਵੋਟਾਂ ਲਈਏ, ਐਮਐਲਏ ਬਣੀਏ, ਆਪੇ ਫੰਡ ਸਰਕਾਰਾਂ ਦੇਣਗੀਆਂ ਨਾ ਦੇਣਗੀਆਂ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਪਹਿਲਾਂ ਫੰਡਿੰਗ ਇਹਦੀ ਜਿਹੜੀ ਮੈਂ ਕਰਵਾ ਕੇ ਇਹਦਾ ਜਿਹੜਾ ਰੇਲਵੇ ਦਾ ਸੀਗਾ 11 ਕਰੋੜ ਰੁਪਇਆ ਆਲਮੋਸਟ 10 ਕਰੋੜ 48 ਲੱਖ ਕੁਛ ਜਿਹੜਾ ਜਮ੍ਹਾਂ ਕਰਵਾ ਕੇ ਪੈਸੇ ਜਮ੍ਹਾਂ ਕਰਵਾ ਕੇ ਗਿਆ ਸੀਗਾ। ਸੋ ਇਹਦੇ 'ਚ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪੈਸਿਆਂ ਦੀ ਦਿੱਕਤ ਨਾ ਸਮਝਿਓ ਕਿ ਵੀ ਇਹਦੇ 'ਚ ਪੈਸੇ ਨਹੀਂ ਹੈਗੇ ਤਾਂ ਸਲੋ ਚੱਲ ਰਿਹਾ, ਇਹ ਮਟੀਰੀਅਲ ਜਿਹੜਾ ਉਹ ਪਿੱਛੋਂ ਘੱਟ ਮਿਲ ਰਿਹਾ ਉਹਦੇ ਕਰਕੇ ਇਹ ਜਿਹੜਾ ਪ੍ਰੋਜੈਕਟ ਸਲੋ ਸੀਗਾ। ਪਰ ਮੈਂ ਕਾਫੀ ਪਿੱਛੇ ਚੜ੍ਹਿਆ ਹੋਇਆ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਲੋਕਾਂ ਦੇ ਹਵਾਲੇ ਪ੍ਰੋਜੈਕਟ ਕੀਤਾ। ਅੱਜ ਰੇਲਵੇ ਦਾ ਕੰਮ ਜਿਹੜਾ ਕੰਪਲੀਟ ਹੋ ਰਿਹਾ ਜੀ, ਬਸ ਇਹਨਾਂ ਦੇ ਜਿਹੜੇ ਆਲਮੋਸਟ ਜਿਹੜੇ ਬਲਾਕ ਬਣੇ ਨੇ ਆ ਤੁਸੀਂ ਦੇਖ ਸਕਦੇ ਹੋ ਗਾਰਡਰ ਜਿਹੜੇ ਲੋਹੇ ਦੇ ਪਾਤੇ ਇਹਦੇ ਉੱਤੋਂ ਦੀ ਟ੍ਰੇਨ ਚੱਲਦੀ ਰਹੇਗੀ ਤੇ ਇਹਨਾਂ ਦੇ ਅੱਜ ਕੱਲ੍ਹ ਟੈਕਨੀਕ ਬੜੀ ਆ ਕਿਉਂਕਿ ਜੇ ਤੋਂ ਟ੍ਰੇਨ ਚੱਲੇਗੀ ਔਰ ਜਿਹੜੇ ਹਾਈਡ੍ਰੋਲਿਕ ਇਹਨਾਂ ਕੋਲ ਹੈਗੇ ਨੇ ਉਹਨਾਂ ਦੇ ਨਾਲ ਪੁਸ਼ ਕਰਕੇ ਬਲਾਕ ਇਹਦੇ ਥੱਲੇ ਆ ਜਾਣੇ ਨੇ ਤੇ ਜਿਹੜਾ ਕੋਈ ਇੱਕ ਅੱਧਾ ਬਲਾਕ ਨਵਾਂ ਬਣਨਾ ਉਹ ਫਿਰ ਮੌਕੇ ਤੇ ਬਣਾ ਦੇਣਗੇ। ਮਤਲਬ ਰੇਲਵੇ ਦਾ ਆਲਮੋਸਟ ਕੰਮ ਜਿਹੜਾ ਕੰਢੇ ਤੇ ਆਇਆ ਹੋਇਆ ਔਰ ਜਿਹੜਾ ਪਰਲਾ ਕੰਮ ਹੈ ਜਿਹੜਾ ਪੰਜਾਬ ਗਵਰਨਮੈਂਟ ਨੇ ਟੈਂਡਰ ਲਾਇਆ ਸੀ ਉਹ ਇਸ ਕਰਕੇ ਰੋਕਿਆ ਹੋਇਆ, ਨਹੀਂ ਤੇ ਉਹ ਵੀ ਨਾਲ ਦੀ ਨਾਲ ਸ਼ੁਰੂ ਹੋਣਾ ਸੀ। ਇਹਨਾਂ ਦਾ ਕੰਮ ਰੁਕਦਾ ਸੀਗਾ, ਰੇਲਵੇ ਡਿਪਾਰਟਮੈਂਟ ਨੇ ਰਿਕੁਐਸਟ ਕੀਤੀ ਸੀ ਕਿ ਸਾਡਾ ਕੰਮ ਰੁਕਦਾ ਇਸ ਕਰਕੇ ਥੋੜਾ ਜਿਹਾ ਨੂੰ ਡਿਲੇ ਕਰ ਲਓ। ਸੋ ਉਮੀਦ ਆ ਕਿ ਬੜੀ ਜਲਦੀ ਜਿਹੜਾ ਅੰਡਰਬ੍ਰਿਜ ਜਿਹੜਾ ਚਾਲੂ ਹੋ ਜਾਏਗਾ ਔਰ ਬੱਸ ਸਟੈਂਡ ਵੀ ਉਹਦੇ ਕਰਕੇ ਥੋੜਾ ਜਿਹਾ ਸਲੋ ਚੱਲ ਰਿਹਾ ਕੰਮ ਕਿਉਂਕਿ ਜਿਸ ਦਿਨ ਇਹ ਚਾਲੂ ਹੋਇਆ ਨਾਲ ਦੀ ਨਾਲ ਬੱਸ ਸਟੈਂਡ ਵੀ ਲੋਕਾਂ ਦੇ ਹਵਾਲੇ ਮੈਂ ਕਰਕੇ ਜਾਵਾਂਗਾ ਕਿਉਂਕਿ ਉਹ ਆਲਮੋਸਟ ਕੰਪਲੀਟ ਆ ਬੱਸ ਸਟੈਂਡ। ਕਿਹਾ ਕਿ ਲੇਟ ਹੋ ਰਿਹਾ ਆ ਕੁਝ ਬਜਟ ਕਰਕੇ ਪਰ ਸਰ ਜੋ ਮਾਈਨਿੰਗ ਪਾਲਿਸੀ ਕਰਕੇ ਜ਼ਿਆਦਾਤਰ ਜਿਹੜੀ ਦਿੱਕਤਾਂ ਆ ਰਹੀਆਂ ਆ ਅੱਜ ਮਜ਼ਦੂਰਾਂ ਨੂੰ ਜਿਹੜਾ ਘਰਾਂ ਦੇ ਵਿੱਚ ਬੈਠਿਆਂ ਨੂੰ ਕਾਫੀ ਸਮਾਂ ਹੋ ਗਿਆ ਆ ਅਜੇ ਵੀ ਮਾਈਨਿੰਗ ਪਾਲਿਸੀ ਜਿਹੜੀ ਆ ਉਹਦਾ ਕਿਤੇ ਅਤਾ ਪਤਾ ਨਹੀਂ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਸ ਸੂਬੇ ਦੇ ਮਜ਼ਦੂਰ ਪਹਿਲੀ ਵਾਰੀ ਹਿਸਟਰੀ 'ਚ ਮੇਰੀ ਹੋਸ਼ 'ਚ ਤੇ ਪਹਿਲੀ ਵਾਰ ਹੋਇਆ ਕਿ ਜਿਸ ਸੂਬੇ ਦੇ ਮਜ਼ਦੂਰ ਦਿਹਾੜੀਦਾਰ ਜਿਹੜੇ ਘਰ ਬੈਠ ਜਾਣ ਉੱਥੇ ਮੈਂ ਠੇਕੇਦਾਰ ਜਾਂ ਅਫਸਰਾਂ ਨੂੰ ਕਿਵੇਂ ਖਿੱਚ ਸਕਣਾ ਕਿਉਂਕਿ ਆਫਟਰ ਆਲ ਪੈਸੇ ਤੇ ਹੈਗੇ ਆ ਪਰ ਉਹ ਮਟੀਰੀਅਲ ਤੇ ਕਿੱਥੋਂ ਲੈ ਕੇ ਆਉਣ ਕਿਉਂਕਿ ਜੇ ਮਟੀਰੀਅਲ ਨਹੀਂ ਆ ਰਿਹਾ ਲੋਕਾਂ ਨੂੰ ਦਿਹਾੜੀਆਂ ਨਹੀਂ ਮਿਲਦੀਆਂ, ਸਾਰੇ ਪ੍ਰੋਜੈਕਟਸ ਜਿਹੜੇ ਆ ਉਹ ਸਲੋ ਹੋਏ ਪਏ ਆ, ਸਾਰੇ ਕੰਮ ਬੰਦ ਹੋਏ ਪਏ ਆ। ਸੋ ਇਸ ਕਰਕੇ ਇਹਨਾਂ ਨੂੰ ਇਸ ਘਾਟਾ ਵੀ ਠੇਕੇਦਾਰਾਂ ਨੂੰ ਝੱਲਣਾ ਪੈ ਰਿਹਾ
ਪਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਜਿਹੜੇ ਆ ਉਹ ਇਹਦਾ ਫਾਇਦਾ ਲੈ ਸਕਣ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਰ ਕਿਸ ਤਰ੍ਹਾਂ ਦੇਖਦੇ ਹੋ? ਅੱਜ ਕੱਲ੍ਹ ਜੋ ਪੰਜਾਬ ਦੀ ਖਾਸ ਕਰ ਹਰ ਜਗ੍ਹਾ ਲੁੱਟਾਂ ਖੋਹਾਂ ਹੋ ਰਹੀਆਂ, ਹਰ ਜਗ੍ਹਾ ਮਰਡਰ ਹੋ ਰਿਹਾ। ਮੈਂ ਚਾਹੁੰਦਾ ਕਿ ਬੜਾ ਮੇਰੇ ਵਾਸਤੇ ਖੁਸ਼ੀ ਦਾ ਮੌਕਾ ਆ ਕਿ ਜਿਹੜਾ ਪ੍ਰੋਜੈਕਟ ਇਲੈਕਸ਼ਨ ਤੋਂ ਪਹਿਲਾਂ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਉਹ ਅੱਜ ਸਿਰੇ ਚੜ੍ਹ ਰਿਹਾ। 4 ਘੰਟੇ ਦੀ ਬ੍ਰੇਕ ਲੈ ਕੇ ਤੇ ਅੱਜ ਜਿਹੜਾ ਗਾਰਡਰ ਲੋਹੇ ਦੇ ਪਾ ਕੇ ਦੇ ਪ੍ਰੋਜੈਕਟ ਸਿਰੇ ਚੜ੍ਹ ਰਹੇ ਆ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੇ ਜਿਹੜੇ ਕੰਮ ਸੀਗੇ ਉਹ ਤੇਜ਼ੀ ਫੜ ਕੇ ਤੇ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਣ। ਪੋਲੀਟੀਕਲ ਗੱਲ ਜਿਹੜੀ ਲਾਅ ਐਂਡ ਆਰਡਰ ਜਿਹੜੀਆਂ ਇਹ ਗੱਲਾਂ ਫਿਰ ਮੈਂ ਕਰਾਂਗਾ ਜ਼ਰੂਰ, ਪਰ ਲਾਅ ਐਂਡ ਆਰਡਰ ਮੈਂ ਕੀ ਕਰਨੀ ਹੈ? ਅੱਜ ਤੱਕ ਕਿਸੇ ਬੱਚੇ ਅੱਗੇ ਮਾਈਕ ਕਰ ਦਿਓ ਦੱਸ ਦੂਗਾ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ। ਮੇਰੇ ਖਿਆਲ ਨਹੀਂ ਕੋਈ 1 ਜਾਂ 2 ਦਿਨ ਨਾਗਾ ਪੈਂਦਾ ਤੇ ਕੋਈ ਕਤਲ ਹੋ ਜਾਂਦਾ, ਜਾਂ 2 ਦਿਨ ਨਾਗਾ ਪੈਂਦਾ ਤੇ ਕਿਤੇ ਵਾਰਦਾਤ ਹੋ ਜਾਂਦੀ ਹੈ। ਸੋ ਇਹ ਤੇ ਬੱਚੇ ਨੂੰ ਪਤਾ ਕਿ ਇਸ ਵੇਲੇ ਲਾਅ ਐਂਡ ਆਰਡਰ ਦਾ ਕੀ ਹਾਲ ਹੈ, ਇਸ ਵੇਲੇ ਮਜ਼ਦੂਰਾਂ ਦਾ ਕੀ ਹਾਲ ਹੈ, ਮਿਸਤਰੀਆਂ ਦਾ ਕੀ ਹਾਲ ਹੈ, ਠੇਕੇਦਾਰਾਂ ਦਾ, ਮਤਲਬ ਹਰ ਬੰਨੇ ਜਿਹੜਾ ਉਹ ਸਿਸਟਮ ਹਿੱਲਿਆ ਪਿਆ ਆ। ਉਹ ਮੈਂ ਸਰਕਾਰ ਨੂੰ ਇਹ ਕਹਾਂਗਾ ਕਿ ਥੋੜ੍ਹਾ ਜਿਹਾ ਇਸ ਬੰਨੇ ਧਿਆਨ ਦੇਣ ਤਾਂ ਜੋ ਜਿਹੜੇ ਗਰੀਬ ਲੋਕ ਨੇ, ਦਿਹਾੜੀਦਾਰ ਨੇ, ਮਜ਼ਦੂਰ, ਉਹ ਆਪਦਾ ਸਵੇਰੇ ਕੰਮ ਤੇ ਜਾਂਦੇ ਨੇ, ਸ਼ਾਮ ਨੂੰ ਰੋਟੀ ਉੱਥੋਂ ਉਹਨਾਂ ਨੇ ਕਮਾ ਕੇ ਖਾਣੀ ਆ। ਸੋ ਇਸ ਕਰਕੇ ਸਰਕਾਰ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ। ਅਭਿਨਵ ਜੀ ਜੋ ਜਿਹੜੇ ਡਿਪਟੀ ਚੀਫ ਇੰਜੀਨੀਅਰ ਨੇ ਉਹ ਵੀ ਇੱਥੇ ਮੌਕੇ ਤੇ ਆਏ ਨੇ, ਐਕਸ਼ਨ ਸਾਹਿਬ ਵੀ ਆਏ ਨੇ। ਸੋ ਇਹਨਾਂ ਦਿੱਤੀ ਹੈ ਇੰਸ਼ੋਰੈਂਸ ਕਿ ਜਿਹੜਾ ਜਲਦੀ ਮਾਰਚ ਦਾ ਟਾਰਗੇਟ ਲੈ ਕੇ ਚੱਲਦੇ ਆ ਕਿ ਉਸ ਤੱਕ ਇਹਨਾਂ ਦਾ ਜਿਹੜਾ ਰੇਲਵੇ ਦਾ ਪਾਰਟ ਆ ਉਹਨੂੰ ਇਹ ਕੰਪਲੀਟ ਕਰ ਦੇਣਗੇ। ਸੋ ਇਸ ਤੋਂ ਬਾਅਦ ਜਿਹੜੇ ਅਪਰੋਚ ਰੋਡਸ ਨੇ ਜਿਨ੍ਹਾਂ ਦਾ ਟੈਂਡਰ ਪੰਜਾਬ ਗਵਰਨਮੈਂਟ ਕੋਲ ਆਇਆ ਸੀਗਾ ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦੀ ਉਹਨੂੰ ਸਪੀਡ ਅਪ ਕਰਕੇ ਤੇ ਨਾਲ ਦੀ ਨਾਲ ਹੀ ਜਿਹੜਾ ਦੋਨਾਂ ਦਾ ਕੰਮ ਰੇਲਵੇ ਡਿਪਾਰਟਮੈਂਟ ਦਾ ਤੇ ਦੂਸਰਾ ਜਿਹੜਾ ਇਕੱਠੇ ਹੋ ਜਾਣ ਤਾਂ ਜੋ ਲੋਕਾਂ ਨੂੰ ਇਸ ਅੰਡਰਬ੍ਰਿਜ ਦੀ ਸੁਵਿਧਾ ਜਲਦੀ ਤੋਂ ਜਲਦੀ ਮੈਂ ਦੇ ਸਕਾਂ। ਸੋ ਮੈਂ ਸਭ ਧੰਨਵਾਦ ਮੈਂ ਲੋਕਾਂ ਦਾ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਵਿਧਾਨ ਸਭਾ ਭੇਜਿਆ, ਔਰ ਖੁਸ਼ੀ ਇਸ ਗੱਲ ਦੀ ਆ ਕਿ ਜਿਹੜੀ ਚੀਜ਼ ਮੈਂ ਪਰਮਾਤਮਾ ਅੱਗੇ ਅਰਦਾਸ ਕਰਕੇ ਇਹ ਕਹੀ ਸੀ ਕਿ ਮੈਂ ਕੰਪਲੀਟ ਕਰਾਵਾਂਗਾ, ਅੱਜ ਉਹਨਾਂ ਨੂੰ ਕੰਪਲੀਸ਼ਨ ਦੇਖਦਿਆਂ ਹੋਇਆਂ ਬੜੀ ਖੁਸ਼ੀ ਆ ਮਨ ਦੇ ਵਿੱਚ। ਮੈਂ ਹੁਣ ਚੰਡੀਗੜ੍ਹੋਂ ਆਇਆ ਕਿਉਂਕਿ ਕੱਲ੍ਹ ਵੀ ਮੈਨੂੰ ਪਤਾ ਲੱਗਿਆ ਸੀਗਾ ਤੇ ਮੈਂ ਕੱਲ੍ਹ ਚਲੋ ਹੁਣ ਲੇਟ ਪਹੁੰਚਿਆ, ਪਰ ਆਸ ਆ ਕਿ ਜਿਹੜਾ ਜਿੰਨਾ ਸਮਾਂ ਇਹ ਬੰਦ ਰਿਹਾ ਔਰ ਜਦੋਂ ਇਹ ਚਾਲੂ ਹੋਏਗਾ ਲੋਕਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ, ਕਿਉਂਕਿ ਹੁਣ ਤੇ ਕਿਲੋਮੀਟਰਾਂ ਤੱਕ ਲਾਈਨਾਂ ਸ਼ੁਰੂ ਹੋ ਗਈਆਂ ਸੀ। ਸੋ ਇਸ ਕਰਕੇ ਡਿਲੇ ਦੀ ਜਿਹੜੀ ਆ ਉਹ ਇੱਕ ਨੈਚੁਰਲੀ ਜਿਹੜਾ ਡਿਲੇ ਉਹ ਕਿਸੇ ਦਾ ਵੀ ਕੋਈ ਕਸੂਰ ਨਹੀਂ, ਕਿਉਂਕਿ ਮਟੀਰੀਅਲ ਦੀ ਸ਼ਾਰਟੇਜ ਹੋਣ ਕਰਕੇ ਸਾਰੇ ਪ੍ਰੋਜੈਕਟ ਲਮਕ ਰਹੇ ਨੇ। ਅਸੀਂ ਅੱਜ ਖੜੇ ਕੇਸ਼ੋਪੁਰ ਸ਼ੰਭ ਕਮਿਊਨਿਟੀ ਰਿਜ਼ਰਵ ਜੋ ਕਿ ਇੱਕ ਰਾਮਸਰ ਸਾਈਟ ਵੀ ਹੈ ਔਰ ਭਾਰਤ ਦਾ ਜਿਹੜਾ ਇਹ ਪਹਿਲਾ ਕਮਿਊਨਿਟੀ ਰਿਜ਼ਰਵ ਹੋਣ ਦਾ ਇਹਨੂੰ ਮਾਣ ਪ੍ਰਾਪਤ ਹੈ। ਇਹ 5 ਪਿੰਡਾਂ ਦੀ ਕੇਸ਼ੋਪੁਰ, ਡਾਲਾ, ਮਿਆਨੀ, ਮਗਰਮੁੱਡੀਆਂ, ਮੱਟਮ ਦੀ ਇਹ ਪੰਚਾਇਤੀ ਲੈਂਡ ਹੈ ਜੋ ਕਿ ਕਮਿਊਨਿਟੀ ਰਿਜ਼ਰਵ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਨੂੰ ਡਿਕਲੇਅਰ ਕੀਤੀ ਗਈ। ਇਹਦੀ ਜਿਹੜੀ ਇਹ ਇੱਕ ਨੈਚੁਰਲ ਵੈਟਲੈਂਡ ਹੈ। ਇੱਥੇ ਸਰਦੀਆਂ ਦੇ ਮੌਸਮ ਵਿੱਚ ਵੱਖ-ਵੱਖ ਦੇਸ਼ਾਂ ਤੋਂ ਕਰੀਬ 90+ ਸਪੀਸ਼ੀ ਔਰ 20,000+ ਜਿਹੜੇ ਬਰਡ ਇੱਥੇ ਸਰਦੀਆਂ ਦੇ ਮੌਸਮ 'ਚ ਪ੍ਰਵਾਸ ਕਰਦਾ ਹੈ। ਤੇ ਸੋ ਵਿਭਾਗ ਨੇ ਇਹਨਾਂ ਦੀ ਜਿਹੜੀ ਸੁਰੱਖਿਆ ਲਈ ਪੈਟਰੋਲਿੰਗ ਟੀਮਾਂ ਬਣਾ ਕੇ ਦਿਨ ਰਾਤ ਸਿਆਲ ਦੇ ਵਿੱਚ ਗਸ਼ਤ ਕਰਦੇ ਤਾਂ ਕਿ ਕੋਈ ਵੀ ਜਿਹੜੀ ਸ਼ਿਕਾਰ ਦੀ ਅਣਸੁਖਾਵੀ ਘਟਨਾ ਵਾਪਰੇ। ਸੈਲਾਨੀਆਂ ਲਈ ਇੱਥੇ ਵਿਭਾਗ ਵੱਲੋਂ, ਪੰਜਾਬ ਸਰਕਾਰ ਵੱਲੋਂ ਇੱਕ ਇੰਟਰਪ੍ਰੀਟੇਸ਼ਨ ਸੈਂਟਰ 3 ਏਕੜ ਵਿੱਚ ਬਣਾਇਆ ਗਿਆ ਜਿੱਥੇ ਫ੍ਰੀ ਪਾਰਕਿੰਗ ਫੈਸਿਲਿਟੀ ਹੈ, ਪਲੱਸ ਜਿਹੜੇ ਇਹਨਾਂ ਦੇ ਪੰਛੀਆਂ ਦੀ ਜਾਣਕਾਰੀ ਲਈ ਇੱਕ ਵਿਆਖਿਆ ਕੇਂਦਰ ਹੈ, ਟਾਇਲਟ ਫੈਸਿਲਿਟੀ ਹੈ, ਆਡੀਟੋਰੀਅਮ ਹਾਲ ਹੈ। ਸੋ ਇਹਨਾਂ ਨੂੰ ਵਿਭਾਗ ਦੀ ਕੋਸ਼ਿਸ਼ ਹੈ ਕਿ ਜਿਹੜੀ ਇਹਨਾਂ ਦੀ ਪੰਛੀਆਂ ਦੀ ਵੱਧ ਤੋਂ ਵੱਧ ਸੁਰੱਖਿਆ ਕੀਤੀ ਜਾਵੇ ਔਰ ਸੈਲਾਨੀਆਂ ਨੂੰ ਜਿਹੜੇ ਵੱਧ ਤੋਂ ਵੱਧ ਖਿੱਚ ਦਾ ਕੇਂਦਰ ਬਣਾਉਣ ਲਈ ਆਪਾਂ ਵੱਖ-ਵੱਖ ਉਪਰਾਲੇ ਵਿਭਾਗ ਵੱਲੋਂ ਜਾਰੀ ਨੇ। ਤੇ ਇੱਕ ਲੋਕਾਂ ਨੂੰ ਅਪੀਲ ਹੈ ਕਿ ਜੇ ਪੰਛੀ ਬਾਹਰੋਂ ਆਉਂਦੇ ਨੇ ਇਹਨਾਂ ਦੇ ਜਿਹੜਾ ਇਹ ਸਾਡੇ ਮਹਿਮਾਨ ਪੰਛੀ ਨੇ ਔਰ ਇਹਨਾਂ ਦੇ ਜਿਹੜਾ ਸ਼ਿਕਾਰ 'ਤੇ ਪੂਰਨ ਤੌਰ 'ਤੇ ਵਾਈਲਡ ਲਾਈਫ ਐਕਟ 1972 ਦੀ ਪੂਰਨ ਪਾਬੰਦੀ ਹੈ ਔਰ ਕੋਈ ਵੀ ਜਿਹੜਾ ਕੋਈ ਇਹਦਾ ਨਜਾਇਜ਼ ਸ਼ਿਕਾਰ ਕਰਦਾ ਜਾਂ ਫੜਿਆ ਗਿਆ ਉਹਦੇ ਲਈ ਕਾਨੂੰਨ ਦੇ ਵਿੱਚ ਸਜ਼ਾ ਦੀ ਵਿਵਸਥਾ ਹੈ। ਸੋ ਅਪੀਲ ਹੈ ਕਿ ਕੋਈ ਵੀ ਇੱਦਾਂ ਦਾ ਕੋਈ ਕਾਰਨਾਮਾ ਕੋਈ ਨਾ ਕਰੇ। ਤੁਸੀਂ ਦੱਸਿਆ ਵੀ ਇਹ ਮੌਸਮ ਨੂੰ ਵੀ ਕੈਚ ਕਰਦੇ ਨੇ ਵੀ ਜਿੱਦਾਂ ਮੌਸਮ ਜਿਹੜਾ ਸਾਡੇ ਬਰਫ਼ ਦਾ ਦੂਜੀ ਕੰਟਰੀ ਵਿੱਚ ਤਾਂ ਇਹਦੇ ਬਾਰੇ ਥੋੜ੍ਹਾ ਦੱਸੋ। ਹਾਂਜੀ, ਇਹ ਪੰਛੀਆਂ ਦੀ ਇੱਕ ਜਿਹੜੀ ਆਪਾਂ ਜੇ ਕਹਿ ਲਈਏ ਇਹਨਾਂ ਦੀ ਇੱਕ ਖਾਸ ਮਹੱਤਤਾ ਜਿਹੜੀ ਸਾਡੇ ਇਨਵਾਇਰਮੈਂਟ ਵਿੱਚ ਹੈ। ਪੰਛੀਆਂ ਨੂੰ ਆਪਾਂ ਜਿਹੜੀ ਕਲਾਈਮੇਟ ਦਾ ਇੰਡੀਕੇਟਰ ਵੀ ਮੰਨਦੇ ਆ। ਜੇ ਪੰਛੀ ਦੀ ਜਿਹੜੀ ਹਰ ਸਾਲ ਜਨਵਰੀ ਮਹੀਨੇ ਇਹਨਾਂ ਦੀ ਸੈਂਸਸ ਕਰਵਾਈ ਜਾਂਦੀ ਹੈ
ਔਰ ਇਹਨਾਂ ਦੀ ਗਿਣਤੀ 'ਤੇ ਨਜ਼ਰ ਰੱਖੀ ਜਾਂਦੀ ਹੈ। ਇਹਨਾਂ ਦਾ ਦੇਖਿਆ ਜਾਂਦਾ ਕਿ ਪੰਛੀ ਘੱਟ ਆਏ ਆ ਜਾਂ ਵੱਧ ਆਏ ਆ। ਜੇ ਮੰਨ ਲਓ ਪੰਛੀ ਕਿਸੇ ਸਾਲ ਘੱਟ ਆਏ ਹੋਣਗੇ ਤਾਂ ਉਸ ਦਾ ਮਤਲਬ ਵੀ ਉੱਪਰ ਜਿਹੜੀ ਗਰਮੀ ਹੈ ਉਹ ਵੱਧ ਗਈ ਹੈ, ਔਰ ਗਰਮੀ ਵਧਣ ਦਾ ਸਾਰਾ ਸਾਡੇ ਗਲੋਬਲ ਵਾਰਮਿੰਗ 'ਤੇ ਇਹਦਾ ਇਫੈਕਟ ਕਰਦੀ ਹੈ। ਸੋ ਪੰਛੀਆਂ ਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਉਣਾ ਜਿਹੜਾ ਉਹ ਸਾਡੇ ਲਈ ਇੱਕ ਸ਼ੁਭ ਸਮਾਚਾਰ ਹੈ। ਸਿਆਲ ਦੇਣਾ ਚਾਹੁੰਦੇ ਨੇ। ਇਸ ਸਿਆਲ ਦੇ ਵਿੱਚ ਜਿਹੜੇ ਮੇਨ ਬਰਡਸ ਇਹ ਵਾਟਰ ਬਰਡਸ ਹੁੰਦੇ ਨੇ, ਜਦੋਂ ਉੱਥੋਂ ਦੀਆਂ ਝੀਲਾਂ ਜੰਮ ਜਾਂਦੀਆਂ ਨੇ ਫਿਰ ਗਰਮ ਦੇਸ਼ਾਂ ਵੱਲ ਆਪਣੇ ਫੂਡ ਲਈ ਇਹ ਰੁੱਖ ਕਰਦੇ ਨੇ। ਇੱਥੇ ਇਹਨਾਂ ਨੂੰ ਵਧੀਆ ਫੂਡ ਜਿਹੜਾ ਇਹਨਾਂ ਨੂੰ ਚਾਹੀਦਾ ਉਹ ਇੱਥੇ ਮਿਲਦਾ ਹੈ। ਸੋ ਇਹ ਇੱਥੇ 4 ਮਹੀਨੇ ਕਰੀਬ ਸਟੇ ਕਰਦੇ ਨੇ। ਇੱਧਰ ਆਉਣ 'ਚ ਕਿੰਨਾ ਸਮਾਂ ਰਾਜ ਕਿਤੇ ਸਟੇ ਵੀ ਕਰਦੇ? ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਰਡ ਨੇ। ਜਿਹੜੇ ਕਈ ਬਰਡ ਦੇ ਸਾਡੇ ਇੱਕ ਬਾਹਰ ਹੈਡਡ ਗੀਜ਼ ਆਉਂਦਾ, ਉਹਦੇ ਮਾਊਂਟ ਐਵਰੈਸਟ ਜਿਹੜਾ ਉਹਨੂੰ ਕ੍ਰਾਸ ਕਰਕੇ ਆਉਂਦਾ ਵਾ, ਸਭ ਤੋਂ ਉੱਚਾ ਉੱਡਣ ਵਾਲਾ ਉਹ ਬਰਡ ਹੈ। ਕਈ ਬਰਡ ਇੱਦਾਂ ਜਿਹੜੇ 5-5 7-7 ਹਜ਼ਾਰ ਲਗਾਤਾਰ ਫਲਾਈਟ ਲੈ ਕੇ ਆਉਂਦੇ ਨੇ। ਹਾਂ, ਕੁਝ ਬਰਡ ਜਿਹੜੇ ਰਸਤੇ 'ਚ ਸਟੇ ਵੀ ਕਰਦੇ ਜਿੱਥੇ ਉਹਨਾਂ ਨੂੰ ਮਿਲਦਾ ਹੈ, ਇਸੇ ਤਰ੍ਹਾਂ ਫਿਰ ਉਸੇ ਪੈਟਰਨ 'ਤੇ ਵਾਪਸ ਹੁੰਦੇ ਨੇ। ਨਾਮ ਗੁਰਦੇਵ ਸਿੰਘ ਹੈ ਜੀ। ਅਸੀਂ ਅੱਜ ਪੰਛੀ ਦੇਖਣ ਆਏ ਸੀ ਇੱਥੇ। ਕਹਿੰਦੇ ਸਾਈਬੇਰੀਅਨ ਪੰਛੀ ਵਗੈਰਾ ਆਉਂਦੇ ਨੇ, ਉਹ ਬੱਚਿਆਂ ਨੂੰ ਦਿਖਾਉਣ ਲੈ ਕੇ ਨਾ ਆਏ ਸੀ। ਆਪਾਂ ਅੱਗੇ ਦੇਖ ਕੇ ਆਏ ਨੇ, ਬਹੁਤ ਵਧੀਆ ਵਿਊ ਆ ਸਾਰਾ, ਬਹੁਤ ਵਧੀਆ ਪੰਛੀ ਦੇਖੇ ਆ ਸਾਰੇ। ਕਾਫੀ ਤਰ੍ਹਾਂ ਦੇ ਆਏ ਹੋਏ ਨੇ ਜਿਹੜੇ ਵੇਖ ਕੇ ਆਏ ਆ ਬੱਚੇ ਵੀ। ਅੱਜ ਬੱਚਿਆਂ ਨੇ ਅੱਜ ਇੰਜੋਏ ਕੀਤਾ ਨਾਲ। ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਸਰਕਾਰ ਨੂੰ ਕੀ ਚਾਹੁੰਦੇ ਹੋ? ਸਰਕਾਰ ਇਹ ਕਿ ਥੋੜ੍ਹਾ ਜਿਹਾ ਹੋਰ ਇਸ ਏਰੀਆ ਨੂੰ ਡਿਵੈਲਪ ਕਰੇ, ਐਜ਼ ਏ ਟੂਰਿਸਟ ਪਲੇਸ ਬਣਾਏ। ਇਸ ਜਗ੍ਹਾ ਦੇ ਵਿੱਚ ਸਫਾਈ ਸਫੂਈ ਹੋਏ, ਵਿਊਜ਼ ਪੁਆਇੰਟ ਅੱਛੇ ਹੋਣ। ਥੋੜ੍ਹਾ ਜਿਹਾ ਇਨਫਰਾਸਟ੍ਰਕਚਰ ਦੀ ਘਾਟ ਹੈ, ਬਾਕੀ ਸਭ ਠੀਕ ਹੈ ਜੀ। ਸੋ ਭਾਰਤ ਜੋੜੋ ਯਾਤਰਾ ਜਨਵਰੀ ਦੇ ਪਹਿਲੇ ਹਫਤੇ ਸ਼ੰਭੂ ਬਾਰਡਰ ਤੋਂ ਸ਼ੁਰੂ ਹੋ ਕੇ ਤੇ ਵਾਇਆ ਲੁਧਿਆਣਾ ਜਲੰਧਰ ਹੁੰਦੀ ਹੋਈ ਫਿਰ ਪਠਾਨਕੋਟ ਆਏਗੀ, ਔਰ ਪਠਾਨਕੋਟ ਤੋਂ ਫਿਰ ਮਾਧੋਪੁਰ ਤੋਂ ਜੰਮੂ। 9-10 ਦਿਨ ਦੀ ਯਾਤਰਾ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਰਹੇਗੀ। ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਮੁੱਖ ਮੰਤਰੀ ਤੇ ਰਾਜਪਾਲ ਵੀ ਸੋ ਪੰਜਾਬ ਦੇ ਹਾਲਾਤ ਜਿਹੜੇ ਨੇ, ਮੈਂ ਗੱਲ ਕਰਾਂ ਤਾਂ ਲੋਕ ਸ਼ਾਇਦ ਇਹ ਕਹਿਣ ਕਿ ਆਪੋਜੀਸ਼ਨ ਦਾ ਲੀਡਰ ਬੋਲ ਰਿਹਾ ਹੈ। ਹਾਲਾਤ ਕਿਸੇ ਰੇਹੜੀ ਵਾਲੇ ਮੂੰਗਫਲੀ ਵੇਚਣ ਵਾਲੇ ਮੇਰੇ ਭਰਾ ਨੂੰ ਪੁੱਛ ਲਓ, ਜੁੱਤੇ ਬਣਾਉਣ ਵਾਲੇ ਮੇਰੇ ਭਰਾ ਨੂੰ ਪੁੱਛ ਲਓ। ਜੋ ਪੰਜਾਬ ਦੇ ਹਾਲਾਤ ਹਨ, ਇੰਨੀ ਮਾੜੀ ਸਥਿਤੀ ਹੈ, ਗੰਭੀਰ ਸਥਿਤੀ ਹੈ, ਡਰ ਲੱਗ ਰਿਹਾ ਆਪਦੇ ਮਨ ਕਿ ਸ਼ਾਇਦ ਮੇਰੇ ਪੰਜਾਬ ਦੇ ਹਾਲਾਤ ਮੁੜ ਖਰਾਬ ਨਾ ਹੋ ਜਾਣ। ਇਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀ 82, 84, 86, 87 ਚ। ਸੋ ਹਰ ਵਿਅਕਤੀ ਨੂੰ ਚਿੰਤਾ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਈਸਾਈ ਹੈ, ਚਾਹੇ ਮੁਸਲਮਾਨ ਹੈ, ਚਾਹੇ ਦਲਿਤ ਭਰਾ ਹੈ। ਸੋ ਮੈਨੂੰ ਲੱਗਦਾ ਕਿ ਬਹੁਤ ਗੰਭੀਰਤਾ ਦੇ ਨਾਲ ਅਣਜਾਣ ਸਰਕਾਰ ਹੈ, ਅਣਜਾਣ ਸਰਕਾਰ। ਜੇ ਤਾਂ ਸਰਕਾਰ ਕੋਈ ਕਾਬਲ ਹੁੰਦੀ ਤਾਂ ਉਹਨੂੰ ਸੰਭਾਲ ਲਏ ਜਾਂਦੇ ਹਾਲਾਤ। ਦੇਸ਼ ਦੇ ਅੰਦਰਲੀਆਂ ਤਾਕਤਾਂ ਤੇ ਦੇਸ਼ ਦੇ ਬਾਹਰਲੀਆਂ ਤਾਕਤਾਂ ਸਾਡੇ ਪੰਜਾਬ ਨੂੰ ਮਾਰਨ ਲੱਗੀਆਂ ਹੋਈਆਂ। ਮੇਰੀ ਬੇਨਤੀ ਹੈ, ਕੇਵਲ ਰਾਜਨੀਤੀ ਵਾਸਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਨਾ ਕਰੋ। ਗੁਰਦੁਆਰਿਆਂ ਦੇ ਵਿੱਚੋਂ ਸਮਾਨ ਕੱਢ ਕੇ ਬਾਹਰ ਸਾੜਿਆ ਗਿਆ, ਖੋਖਿਆਂ ਵਿੱਚੋਂ ਸਮਾਨ ਕੱਢ ਕੇ ਸਾੜਿਆ ਗਿਆ, ਕਿੱਦਾਂ ਦੇ? ਦੇਖੋ, ਮੈਂ ਸਮਝਦਾ ਕਿ ਬੜੀ ਵਾਹਿਯਾਤ ਗੱਲ ਹੈ। ਕੋਈ ਵੀ ਸਾਨੂੰ ਕਿਸੇ ਸਾਡੇ ਗੁਰੂ ਨੇ ਇਹ ਨਹੀਂ ਕਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਹੀਂ ਕਹਿੰਦੇ। ਸਾਡੇ ਮਾਂ-ਬਾਪ ਹੈ, ਅਸੀਂ ਤਾਂ ਉਹਨਾਂ 'ਚ ਵੀ ਰੱਬ ਵਸਦਾ ਵੇਖਦੇ ਹਾਂ, ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ। ਕਈ ਸਾਡੇ ਬਜ਼ੁਰਗ ਹੈ, ਬਿਲਕੁਲ ਜਿਹੜਾ 9/9 ਹੈ, ਉਹ ਤਾਂ ਗੁਰੂ ਦੇ ਸਾਹਮਣੇ ਬਹਿੰਦਾ ਹੀ ਥੱਲੇ, ਜਿਹਦੇ ਵਿਚਾਰੇ ਹੱਡ ਨਹੀਂ ਚੱਲਦੇ, ਚੂਲਾ ਨਹੀਂ ਚੱਲਦਾ, ਗੋਡੇ ਨਹੀਂ ਚੱਲਦੇ। ਜੇ ਉਹ ਮੇਰੀ ਮਾਂ ਦਾ ਉਹ ਬੈਂਚ ਤੇ ਬੈਠ ਕੇ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਸੁਣ ਲੈਂਦੀ ਹੈ, ਹੁਕਮਨਾਮਾ ਸਮਝ ਲੈਂਦੀ ਹੈ, ਤਾਂ ਮੇਰਾ ਖਿਆਲ ਇਹਦੇ 'ਚ ਕੋਈ ਗੁਨਾਹ ਨਹੀਂ ਹੈ। ਲੇਕਿਨ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਇਹੋ ਜਿਹੇ ਕੰਮ ਨਾ ਕਰਨ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਇਹਦੇ ਤੇ ਕੋਈ ਨਾ ਕੋਈ ਆਪਦਾ ਫਰਮਾਨ ਜਾਰੀ ਕਰੇ। ਪ੍ਰੈਸ ਕਾਨਫਰੰਸ ਕਰ ਰਹੇ ਕਿ ਜਿਹੜਾ ਤਰਨਤਾਰਨ ਅਟੈਕ ਹੋਇਆ ਸੀ, 4 ਬੰਦੇ ਦੇ ਨਾਮਜ਼ਦ ਕਰ ਰਹੇ, 2 ਬੰਦਿਆਂ ਦੇ ਨਾਂ ਕਹਿੰਦੇ ਦੱਸਣਾ ਸੀ ਮੁਨਾਸਿਬ ਨਹੀਂ ਸਮਝਦੇ, ਨਹੀਂ ਦੱਸਣਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸੋ ਜੀ, ਕਰੀ ਜਾਣ ਨਾਮਜ਼ਦ। ਘਟਨਾਕ੍ਰਮ ਹੀ ਕਿਉਂ ਦਿੰਦੀ? ਰੋਜ਼ਾਨਾ ਘਟਨਾਕ੍ਰਮ, ਇੱਥੇ ਘਟਨਾਕ੍ਰਮ ਦਿੱਲੀ ਪੁਲਿਸ ਫੜ ਲੈਂਦੀ ਹੈ, ਇੱਥੇ ਦਿੱਲੀ ਪੁਲਿਸ ਫੜ ਲੈਂਦੀ ਹੈ। ਹੋ ਕੀ ਰਿਹਾ ਮੇਰੇ ਪੰਜਾਬ 'ਚ? ਕਈ ਵਾਰੀ ਤਾਂ ਐਂ ਲੱਗਦਾ ਵੀ ਦਿੱਲੀ ਪੁਲਿਸ ਨੂੰ ਪਤਾ ਹੁੰਦਾ ਵੀ ਘਟਨਾਕ੍ਰਮ ਕਿੱਥੇ ਹੋਣਾ। ਸੋ ਚਲੋ, ਮੇਰੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵੀ ਜਿਨ੍ਹਾਂ ਉਹਨਾਂ ਦੀਆਂ ਮੰਗਾਂ ਹੈ ਉਹ ਜ਼ਰੂਰ ਮੰਨਣੀਆਂ ਚਾਹੀਦੀਆਂ, ਲੇਕਿਨ ਕਿਰਪਾ ਕਰਕੇ ਐਜੀਟੇਸ਼ਨ ਕਰਨ ਦਾ ਤਰੀਕਾ ਵੀ ਬਹੁਤ ਵਾਜਬ ਹੋਣਾ ਚਾਹੀਦਾ। ਕਈ ਵਾਰੀ ਹੁੰਦਾ ਹੈ ਕਿ ਅਸੀਂ ਬਹੁਤ ਐਸੀ ਜਗ੍ਹਾ ਤੇ ਬੈਠ ਜਾਂਦੇ ਹਾਂ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ। ਆਮ ਜਨਤਾ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ, ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਉਹ
ਸਰਕਾਰ ਨੂੰ ਮੰਨ ਲੈਣੀ ਚਾਹੀਦੀ। ਟੋਲ ਪਲਾਜ਼ਾ ਬੰਦ ਕਰਵਾਤੇ ਭਗਵੰਤ ਮਾਨ ਖੁਦ ਪਹੁੰਚੇਗਾ। ਦੇਖੋ ਉਹਨਾਂ ਦੀ ਟਰਮ ਪੂਰੀ ਹੋ ਗਈ, ਕੋਈ ਕਿਸੇ ਦਾ ਟੋਲ ਪਲਾਜ਼ਾ ਨਾ ਬੰਦ ਕਰਾ ਸਕਦਾ ਨਾ ਮੈਂ, ਕਿਉਂਕਿ ਐਗਰੀਮੈਂਟ ਸਾਈਨ ਹੈ। ਫਿਰ ਪੀਪੀਏ ਵੀ ਕੈਂਸਲ ਕਰੋ ਨਾ ਜਿਹੜੇ ਪਾਵਰ ਦੇ ਹੋਏ ਸੀ। ਇਹ ਐਵੇਂ ਫਾਲਤੂ ਦੀਆਂ ਗੱਲਾਂ, ਫਾਲਤੂ ਕ੍ਰੈਡਿਟ ਨਹੀਂ ਲੈਣਾ ਚਾਹੀਦਾ। ਸਮਾਂ ਸੀਮਤ ਬੰਦ ਹੋ ਗਿਆ, ਉਹਨਾਂ ਨੇ ਆਪਦਾ ਜੋ ਟੋਲ ਪਲਾਜ਼ੇ ਉਹ ਸੜਕਾਂ ਬਣਾਈਆਂ ਸੀ, ਸਮਾਂ ਉਹਨਾਂ ਦਾ ਰੀਨਿਊ ਨਹੀਂ ਹੋਇਆ ਤੇ ਉਹ ਆਪਦਾ ਛੱਡ ਕੇ ਕੰਮ ਚਲੇ ਗਏ। ਸਤਿਕਾਰ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਦਾ ਹਿਰਦਾ ਦੇਣਾ ਹੈ। ਇਹਨੂੰ ਮੇਲਾ ਨਾ ਸਮਝੋ ਵੀ ਦੰਦ ਕੱਢਦੇ ਆਪਾਂ, ਇਹੋ ਜਿਹਾ ਕਹਿਰ ਦਾ ਦਿਨ ਹੋਣਾ ਥੋੜਾ। ਇੱਕ ਪਾਸੇ ਮਾਤਾ ਗੁਜਰ ਦੀ ਦਾਤ ਲਈ ਹੋ ਰਹੀ ਹੈ, ਇੱਕ ਪਾਸੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਦਾਤ ਲਈ ਹੋ ਰਹੀ ਹੈ, ਇੱਕ ਪਾਸੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਦਾਤ ਪਈ ਹੋਣੀ ਹੈ। ਤੇ ਕਹਿਰ ਦਾ ਅੱਜ ਕਹਿਰ ਦਾ ਦਿਨ ਹੋਣਾ, ਇਹ ਕਹਿਰ ਦਾ ਦਿਨ ਕਿਸੇ ਸਮੇਂ ਜ਼ਰੂਰਾ ਮਾਰੀ ਦਸਵੇਂ ਪਾਤਸ਼ਾਹ ਦੀ ਦੱਸਦਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਰਾਜਕੋਟ ਕਾਂਡੀਆਣਾ ਸਾਹਿਬ ਰਾਏ ਖੜੇ ਬੈਠੇ ਆ। ਪੂਰੇ ਪਤਾ ਲੈਣ ਕੱਢਿਆ ਮੀਆਂ ਜਦ ਸਾਰੀ ਆਪਣਾ ਪਤਾ ਲੈ ਕੇ ਆ। ਭਾਈ 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 मित्रों, आज अपने जल संसाधन मंत्रालय में जो मीटिंग हुई, उस मीटिंग में जैसा हमको मालूम है कि एसवाइल का नीचे मत हाथ डालो, ऊपर ऊपर नीचे पकड़ो, पकड़ो ऊपर पकड़ो। हाँ, माइक नीचे कर लो यार, माइक
आज जो मीटिंग हुई उस मीटिंग में जैसे सुप्रीम कोर्ट का निर्देश था, उस निर्देश के अनुसार दोनों प्रदेशों के मुख्यमंत्री और केंद्रीय जल संसाधन मंत्री बैठ करके कोई एक एसओएल के निर्माण में एमिकेबल सॉल्यूशन ये निकलना चाहिए, ये एक मौका दिया था। इस क्रम में आज तीसरी मीटिंग थी। तीनों मीटिंग में अभी तक उसका कोई भी एमिकल सॉल्यूशन की तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि एसओएल का निर्माण होना चाहिए। उस निर्माण के लिए कोई एमिकेबल सॉल्यूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें, जबकि पानी का बंटवारा ये एक अलग से ट्रिब्यूनल जो बना हुआ है, ये काम उस ट्रिब्यूनल का है। वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे। लेकिन पहला विषय है कि एसओएल बननी चाहिए, तो एसओएल बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का, वो अभी एग्जिस्ट करता है। ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे कि इस विषय को इस सीमा तक वो सोचते हैं, जो बिल्कुल असंवैधानिक है, गलत है। हमारी अभी भी वही बात है कि एसओएल नहर बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है, और पंजाब नहीं है तो अल्टीमेटली सुप्रीम कोर्ट उसमें जो निर्णय देंगे वो हमको स्वीकार यमुना से सब कुछ को पानी दिया जाए, ये बात कह रही है। देखिए, मैं ਇੱਥੇ ਆਇਆ ਸੀ ਮੂੰਗਫਲੀ ਲੈਣ, ਮੂੰਗਫਲੀ ਤੇ ਰਿਓੜੀ ਆ। ਠੰਡ ਬਹੁਤ ਪੈ ਰਹੀ ਹੈ ਤੇ ਬੱਚੇ ਵੀ ਸਰਦੀਆਂ ਦੀ ਸੁਗਾਤ ਹੈਗੀ ਹੈ, ਤੇ ਬੱਚੇ ਵੀ ਕਹਿ ਰਹੇ ਸੀ ਕਿ ਲੈ ਕੇ ਆਇਓ, ਤੇ ਉਹ ਫਿਰ ਮੈਂ ਹੁਣ ਲੈਣ ਆਇਆ, ਮੂੰਗਫਲੀ ਤੇ ਰਿਓੜੀਆਂ ਲੈਣ ਆਇਆ। ਬਾਕੀ ਬਦਾਮ ਹੈ ਜੀ, ਸਾਡੇ ਵਾਸਤੇ ਤਾਂ ਬਦਾਮ ਹੀ ਹੈ, ਸਰਦੀਆਂ ਦੀ ਸੁਗਾਤ ਹੈ। ਮੂੰਗਫਲੀ ਜੀ ਵੇਖੋ ਜੀ, ਸਰਦੀ ਕਰਕੇ ਜੀ ਸਾਡੇ ਵਾਸਤੇ ਬਦਾਮ ਆ ਜੀ, ਗਜਕਾ ਜੀ, ਨਿਆਣੇ ਵੀ ਮੰਗਦੇ, ਸਿਆਣੇ ਵੀ ਮੰਗਦੇ, ਡਿਮਾਂਡ ਹੈ ਜੀ ਮੂੰਗਫਲੀ। ਸਰਦੀਆਂ ਕਰਕੇ ਲੋਕੀ ਚੱਬਦੇ ਮੂੰਗਫਲੀ। ਮਾੜੇ ਬੰਦੇ ਵਾਸਤੇ ਜਿਹੜੀ ਮੂੰਗਫਲੀ ਹੈ ਨਾ, ਇਹੋ ਬਦਾਮ ਹੈ। ਮੂੰਗਫਲੀ ਸਵਾਦ ਲੱਗਦੀ ਹੈ ਤੇ ਸਿਆਲ ਵਿੱਚ ਠੰਡ ਕਰਕੇ ਬਹੁਤ ਮਜ਼ਾ ਆਉਂਦਾ ਖਾਣ ਨੂੰ। ਇਹ ਤੇ ਬਦਾਮ ਹੈ ਸਿਆਲ ਦੀ। ਸਿਆਲ 'ਚ ਮਹਾਰਾਜ ਮੂੰਗਫਲੀ ਖਾਣ ਦਾ ਤਾਂ ਨਜ਼ਾਰਾ ਹੀ ਅਲੱਗ ਹੈ। ਸਿਆਲ 'ਚ ਖਾਧੀ ਜਾਂਦੀ ਮੂੰਗਫਲੀ ਤੇ ਸਿਆਲ ਵਿੱਚ ਬਦੋ ਬਦੀ ਦਿਲ ਕਰਦਾ ਕਿ ਕੋਈ ਚੀਜ਼ ਖਾਈਏ, ਕਿ ਮੂੰਗਫਲੀ, ਚਲੋ ਮੂੰਗਫਲੀ ਤੋਂ ਵਧੀਆ ਹੋਰ ਕਿਹੜੀ ਚੀਜ਼ ਹੈ। ਹਾਂਜੀ, ਨਾਲੇ ਸਿਆਲਾਂ ਦੇ ਬਦਾਮ ਦਾ। ਹਾਂਜੀ, ਜਿਉਂ ਸਿਆਲ ਆ ਰਿਹਾ ਤੂੰ ਕਾਰੋਬਾਰ ਵੱਧਦਾ ਪਿਆ ਜੀ। ਠੀਕ ਹੈ ਜੀ, ਸਾਡੀ ਦੁਕਾਨ ਤੇ ਮੂੰਗਫਲੀ ਰਿਓੜੀ ਗੱਚਕ ਸਾਰਾ ਕੁਝ ਮਿਲੇਗਾ। ਠੀਕ ਹੈ ਜੀ, ਤੇ ਜਿਉਂ ਗਾਹਕ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਵਾ। ਇਹ ਮਾੜੇ ਬੰਦੇ ਲਈ ਮੂੰਗਫਲੀ ਬਦਾਮ ਦਾ ਦਾਣਾ ਹੈ, ਪਹਿਲੇ ਨਾਲੋਂ ਕਾਫੀ ਫਰਕ ਪਿਆ ਹੈ। ਇਹ ਠੰਡ ਕਰਕੇ ਪੈ ਰਿਹਾ ਕਾਫੀ ਫਰਕ। ਹਾਂਜੀ, ਮਾਰੇ ਆ ਦਿਨ ਤੁਹਾਨੂੰ ਪਤਾ ਚੱਲ ਰਹੇ ਨੇ ਸਿਆਲ ਦੇ, ਨਾਲ ਫਿਰ ਤੁਹਾਨੂੰ ਪਤਾ ਮੂੰਗਫਲੀ ਖਾਣੀ ਹੁੰਦੀ ਹੈ, ਬਦਾਮ ਤਾਂ ਖਾਣਾ ਹੋਵੇ। ਮੈਂ ਹੀ ਦੁਕਾਨਦਾਰ ਹਾਂ, ਇੱਥੋਂ ਹੀ ਮੂੰਗਫਲੀ ਲੈਣ ਆਏ ਆ। ਹੁਣ ਸਰਦੀਆਂ ਦਾ ਮੌਸਮ ਆ ਗਿਆ ਵਾ ਤੇ ਮੂੰਗਫਲੀ ਦੀ ਵੀ ਡਿਮਾਂਡ ਵਧਣ ਡਈ ਆ, ਤੇ ਲੋਕੀ ਮੂੰਗਫਲੀ ਨੂੰ ਵੀ ਆਪਣਾ ਇੱਕ ਬਦਾਮ ਤੌਰ ਤੇ ਖਾਂਦੇ ਆ, ਤੇ ਬਹੁਤ ਪਸੰਦ ਕਰਦੇ ਆ। ਤੇ ਥੋੜੀ ਅੱਗੇ ਨੂੰ ਥੋੜੀ ਮੂੰਗਫਲੀ ਦੀ ਸੀਲ ਵੀ ਵਧੀ ਆ, ਤੇ ਅਸੀਂ ਇੱਥੋਂ ਲੈ ਕੇ ਜਾਂਦੇ ਲੋਕ, ਬਹੁਤ ਵਧੀਆ ਮੂੰਗਫਲੀ, ਚੰਗੀ ਮੂੰਗਫਲੀ ਮਿਲਦੀ ਆ, ਤੇ ਗਾਹਕ ਬਹੁਤ ਪਸੰਦ ਕਰਦਾ ਮੂੰਗਫਲੀ। ਹਾਂਜੀ, ਮੂੰਗਫਲੀ ਦੀ ਜ਼ਿਆਦਾ ਡਿਮਾਂਡ ਕਰਨ ਡਿਆ ਹੁਣ ਗਾਹਕ, ਸਰਦੀਆਂ ਦਾ ਮੌਸਮ ਤਾਂ ਕਰਕੇ। ਰੋਡ ਆ ਕੋਰੀਡੋਰ ਤੋਂ ਗੁਰਦਾਸਪੁਰ ਮੇਨ ਰੋਡ ਆ, ਤੇ ਮਾਰਕੀਟ ਸਾਡੀ ਪਾਣੀ ਖਲੋਤਾ ਲਗਭਗ 6 ਮਹੀਨੇ ਹੋ ਗਏ ਆ। ਬੜੇ ਮੰਗ ਪੱਤਰ ਦਿੱਤੇ ਆ, ਬੜੀਆਂ ਫੋਟੋਆਂ ਹੋਈਆਂ, ਸਾਰਾ ਕੁਝ ਹੋਇਆ, ਪਰ ਕੋਈ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲਿਆ। ਕੋਈ ਇੱਥੇ ਮੋਤਬਾਰ ਮੈਂਬਰ, ਪੰਚਾਇਤ, ਸਰਪੰਚ ਕੁਝ ਨਹੀਂ ਹੈਗਾ। ਮੁਸ਼ਕਲ ਦੁਕਾਨਦਾਰਾਂ ਨੂੰ ਆ, ਉਸ ਤੋਂ ਬਾਅਦ ਗਾਹਕ ਨੂੰ ਬਹੁਤ ਮੁਸ਼ਕਲ ਆ। ਬਲਤੇ ਗਾਹਕ ਆਉਂਦਾ ਕੋਈ ਨਹੀਂ ਦੁਕਾਨਾਂ ਤੇ। ਐਕਸੀਡੈਂਟ ਕੱਲ੍ਹ ਦੀ ਟਰਾਲੀ ਪਲਟੀ ਗੰਨੇ ਵਾਲੀ, ਉਹਦਾ ਬਚਾਅ ਹੋ ਗਿਆ, ਪ੍ਰਮਾਤਮਾ ਨੇ ਰੱਖ ਲਿਆ, ਬੰਦੀ ਜਾਨ ਬਚ ਗਈ ਆ। ਰਾਤ ਇੱਕ ਐਕਸੀਡੈਂਟ ਹੋਇਆ, ਮੁੰਡੇ ਦੀ ਡੈਥ ਹੋ ਗਈ ਆ।
ਇੱਕ ਅੱਜ ਐਕਸੀਡੈਂਟ ਹੋਇਆ, ਉਹਦੇ ਵਿੱਚ 3 ਗੱਡੀਆਂ ਵੱਜੀਆਂ ਵਾ, ਕਾਰਾਂ 3 ਵੱਜੀਆਂ ਵਾ। ਉਹ ਸਿਰਫ 10 ਮਿੰਟ ਰੋਲਾ ਰਾਲਾ ਪਿਆ ਸੀ, ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ। ਪਾਣੀ ਉੱਦਾਂ ਖਲੋਤਾ ਦੁਕਾਨਾਂ ਅੱਗੇ, ਗੰਦ ਹੱਦ ਨਾਲੋਂ ਵੱਧ ਵਾ। ਬਿਮਾਰੀਆਂ ਇੰਨੀਆਂ ਕੁ ਫੈਲਦੀਆਂ ਕਿ ਮੱਛਰ ਦੁਕਾਨ 'ਤੇ ਸਾਰਾ ਦਿਨ ਸਾਹ ਨਹੀਂ ਲੈਣ ਦਿੰਦਾ। ਦੁਕਾਨਦਾਰ ਜਿੱਦਾਂ ਹੁੰਦੇ ਆ ਉੱਦਾਂ ਬੈਗ ਸ਼ਾਮ ਨੂੰ ਘਰੋਂ ਘਰੀ ਚਲ ਜਾਂਦੇ ਆ। ਕੋਈ ਸੁਣਵਾਈ ਨਹੀਂ, ਕੋਈ ਆਮ ਆਦਮੀ ਸਰਕਾਰ ਕੋਈ ਨਹੀਂ ਲੱਭਦੀ ਪਈ, ਕੋਈ ਇਹਦਾ ਮੈਂਬਰ ਪੰਚਾਇਤ ਕੋਈ ਨਹੀਂ ਆਇਆ ਇੱਥੇ। ਸਿਰਫ ਝੰਡੇ ਲਾ ਕੇ ਗੱਡੀਆਂ ਹੂਟਰ ਆਉਂਦੀਆਂ ਲੰਘ ਜਾਂਦੀਆਂ, ਸਾਰੇ ਅਫਸਰ ਵੀ ਇੱਥੋਂ ਦੇ ਲੰਘ ਕੇ ਜਾਂਦੇ ਆ, ਪਰ ਉਹਨਾਂ ਨੂੰ ਵਾਸਤਾ ਕੋਈ ਨਹੀਂ। ਗਰਮੀਆਂ 'ਚ ਏਸੀ ਚੱਲਣ ਡਿਆ ਹੁੰਦਾ, ਸਿਆਲ 'ਚ ਹੀਟਰ ਚੱਲਣ ਡੇ ਹੁੰਦੇ ਆ, ਉਹ ਲੰਘ ਜਾਂਦੇ ਪਾਣੀ ਦੇ ਵਿੱਚੋਂ ਦੀ ਗੱਡੀਆਂ। ਮੁਸ਼ਕਲ ਬਣੀ ਪਈ ਆ ਸ਼ਹਿਰ ਵਾਸਤੇ। ਇਹ ਰੋਡ ਸਰ ਜਾਂਦਾ ਕਿੱਧਰ ਨੂੰ? ਇਹ ਜਾਂਦਾ ਜੀ ਗੁਰਦਾਸਪੁਰ ਤੋਂ ਕੋਰੀਡੋਰ ਨੂੰ ਲਿੰਕ ਹੋਇਆ ਜਾਂਦਾ ਰੋਡ, ਮੇਨ ਹਾਈਵੇ ਆ। ਉਦੋਂ ਉਸ ਤੋਂ ਬਾਅਦ ਅੱਗੇ 에ਅਰਪੋਰਟ ਨੂੰ ਨਿਕਲਦਾ ਰਮਦਾਸ ਤੋਂ, ਗੁਰੂ ਰਾਮਦਾਸ 에ਅਰਪੋਰਟ ਅੰਮ੍ਰਿਤਸਰ ਨੂੰ। ਤੁਸੀਂ ਸਾਹਿਬ ਪ੍ਰਸ਼ਾਸਨ ਕਰਕੇ ਮੰਗ ਰੱਖੀ ਆਪਣੀ? ਪ੍ਰਸ਼ਾਸਨ ਅੱਗੇ ਮੰਗ ਨਹੀਂ ਜੀ, ਹੱਥ ਜੋੜ ਕੇ ਬੇਨਤੀ ਆ, ਇਹਦਾ ਹੱਲ ਕਰ ਦਿਓ ਕੋਈ। ਕਿਉਂ ਕਿਸੇ ਦਾ ਜੀ ਲੈਣਾ, ਕੋਈ ਮਰ ਗਿਆ, ਕੋਈ ਕੁਝ ਹੋ ਗਿਆ, ਕਿਸੇ ਦਾ ਕੋਈ ਅਸਰ ਨਹੀਂ ਹੋਣਾ। ਨੁਕਸਾਨ ਇਹਦੇ ਵਿੱਚ ਆਮ ਲੋਕ ਤੇ ਪਬਲਿਕ ਦਾ ਹੀ ਆ। ਧੰਨਵਾਦ। ਹੁੰਦਾ ਉਦਾਂ ਹੀ ਕਰਦੇ, ਜੇ ਸਾਡੇ ਲੈ ਕੇ ਸੇਵਾ ਨੂੰ ਲਾ ਦਿਓ, ਅਸੀਂ ਨਾਲ ਹੋ ਕਰਾ ਦਾਂਗੇ। ਇਹੀ ਹੱਲ ਹੈ, ਹੋਰ ਤੇ ਹੱਲ ਕੋਈ ਵੀ ਨਹੀਂ। ਸਾਰੀ ਮਾਰਕੀਟ ਦੁਖੀ ਹੋਈ ਦੀ। ਜਿਹੜੀ ਸਰਕਾਰ ਆਈ ਆਮ ਪਾਰਟੀ ਨੇ ਜਨਤਾ ਦਾਅਵੇ ਕਾਂਡੀ, ਕੀ ਤੁਸੀਂ ਉਹ ਰੱਖਦੇ? ਭਾਜੀ ਅਸੀਂ ਤੇ ਦੁਕਾਨ ਤੇ ਬੈਠੇ, ਸਾਨੂੰ ਦਾਅਵਿਆਂ ਨਾਲ ਕੀ ਹੈ? ਸਾਡੀ ਤੇ ਸੜਕ ਕੀ ਗੰਦ ਪਿਆ, ਬੂਹੇ ਕੇ ਗੰਦ ਪਿਆ। ਅਸੀਂ ਦਾਅਵੇ ਦੇ ਤਾਂ ਵੀ ਕੀ, ਸਾਡਾ ਕੋਈ ਚੁੱਪ ਹੋਏ। ਲੰਘਣ ਨੂੰ ਰਾਹ ਹੈ ਨਹੀਂ, ਗੋਡੇ ਗੋਡੇ ਮੁਸ਼ਕ ਹੁੰਦੀ, ਗਾਹਕ ਆਉਂਦਾ ਮਖੌਲ ਕਰਕੇ ਗਾਹ ਜਾਂਦਾ, ਕਿਹੜੇ ਕੁਝ ਡਿੱਗ ਪੀ ਜਾ ਕੇ ਕਹੀਏ ਕਿਹਨੂੰ, ਸਾਨੂੰ ਸਮਝ ਲੱਗਦੀ ਸ਼ਹਿਰ 'ਚ ਬੰਦਾ ਕਿਹੜਾ। ਸਾਨੂੰ ਪਤਾ ਹੀ ਨਹੀਂ ਨਾ ਚੀਜ਼ਾਂ ਦਾ। ਇਹ ਕਰਕੇ ਮੌਤ ਹੋਈ ਹੈ ਇੱਥੇ, ਤੇ ਟਰਾਲੀ ਵੀ ਗੰਨਿਆਂ ਦੀ ਖੱਡਿਆਂ ਦੀ ਵਜ੍ਹਾ ਕਰਕੇ ਪ੍ਰਤੀ 6 ਮਹੀਨੇ ਤੋਂ ਪਾਣੀ ਰੋਡ ਪੂਰਾ ਚੰਗੀ ਤਰ੍ਹਾਂ ਖੜਾ, ਰੋਡ ਭਰਿਆ ਪਿਆ ਸਾਰਾ ਪਾਣੀ ਨਾਲ। ਔਰ ਦੁਕਾਨਦਾਰ ਪੂਰੇ ਪਰੇਸ਼ਾਨ ਨੇ, ਸਾਰੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਪਿਆ, ਕੋਈ ਨਹੀਂ ਆ ਜਾ ਸਕਦਾ ਵਿੱਚ। ਸਕੂਟਰ ਮੋਟਰਸਾਈਕਲ ਵੀ ਨਹੀਂ ਲੰਘਦਾ ਵਿੱਚ, ਜੇ ਕਾਰ ਵੀ ਨਹੀਂ ਕੋਈ ਲੰਘਾ ਕੇ ਰਾਜੀ ਵਿੱਚ। ਕੀ ਮੰਗ ਰੱਖਦੇ ਪ੍ਰਸ਼ਾਸਨ? ਇਹ ਪ੍ਰਸ਼ਾਸਨ ਜਿਹੜੀ ਮੰਗ ਰਿਹਾ, ਤੇ ਰੋਡ ਦਾ ਪਾਣੀ ਚਾਲੂ ਕੀਤਾ ਜਾਏ, ਤੇ ਰੋਡ ਸਾਫ਼ ਕੀਤਾ ਜਾਏ, ਖੱਡੇ ਬੰਦ ਕੀਤੇ ਜਾਣ, ਜੋ ਵੀ ਰੋਡ ਦੇ ਵਿੱਚ ਅਜੇ ਐਸੀ ਘਟਨਾ ਤੋਂ ਬਚਾ ਰਵੇ। ਸੀਵਰੇਜ ਜੋ ਬੁਲਾ ਕੇ ਉਹਨੂੰ ਚਾਲੂ ਕੀਤਾ ਜਾਏ ਸੀਵਰੇਜ ਨੂੰ। ਇਹ ਕਿੱਧਰ ਨੂੰ ਰੋਡ, ਕਿੱਧਰ ਨੂੰ ਜੁਆਇੰਟ, ਕਿੱਧਰ ਨੂੰ ਹੁੰਦਾ ਰੋਡ? ਇਹ ਕੋਰੀਡੋਰ ਤੋਂ ਲੈ ਕੇ ਗੁਰਦਾਸਪੁਰ, ਜਿਹਦੇ ਵਾਲਾ ਮੇਨ ਰੋਡ ਆ, ਹਾਈਵੇ ਰੋਡ ਆ ਗੁਰਦਾਸਪੁਰ ਨੂੰ। ਅੱਜ ਅਸੀਂ ਸਾਰਾ ਪਰਿਵਾਰ ਅਸੀਂ ਦਰਬਾਰ ਸਾਹਿਬ ਆਏ ਹਾਂ। ਬੜੇ ਸਾਲਾਂ ਤੋਂ ਅਸੀਂ ਇੱਥੇ ਰਿਕੁਐਸਟ ਕੀਤੀ ਸੀਗੀ ਹਲਕੀ ਪੌੜੀ 'ਚ ਅਸੀਂ ਅਖੰਡ ਪਾਠ ਸਾਹਿਬ ਰੱਖਣੇ, ਤੇ ਅੱਜ ਇੰਨੇ ਸਾਲਾਂ ਬਾਅਦ ਸਾਡਾ ਨੰਬਰ ਆਇਆ। ਸੋ 2 ਦਿਨ ਇੱਥੇ ਸੇਵਾ ਕਰਾਂਗੇ, ਤੇ ਇੱਥੇ ਪੂਰਾ ਪਰਿਵਾਰ ਹੀ ਇੱਥੇ ਸੇਵਾ ਕਰੂਗਾ, ਤੇ ਅਖੰਡ ਪਾਠ ਭੋਗ ਪਾ ਕੇ ਫਿਰ ਆਪਾਂ ਜਾਵਾਂਗੇ। ਮੁੱਦਾ ਹੀ ਨਹੀਂ ਹੈ ਇਸ ਵਾਇਲ, ਕੋਈ ਮੁੱਦਾ ਨਹੀਂ ਹੈ, ਕਿਉਂਕਿ ਨਾ ਪਾਣੀ ਹੈ, ਨਾ ਇਸ ਵਾਇਲ ਹੈ, ਨਾ ਜ਼ਮੀਨ ਹੈ। ਬਾਰ-ਬਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ। ਸੋ ਇਸ ਕਰਕੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਲਿਖ ਕੇ ਕਹਿ ਦੇਣਾ ਚਾਹੀਦਾ ਹੈ, ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਦੇਣ ਨੂੰ, ਉਹਦੇ ਵਾਸਤੇ ਮੀਟਿੰਗ ਕਿਉਂ ਕਰੀ ਅਸੀਂ? ਕਾਫੀ ਬਿਆਨ ਕਰਦੇ ਨੇ, ਗੋਲਕਾ ਦੇ ਬਿਆਨ ਕਰ ਰਹੇ ਭਗਵੰਤ ਮਾਨ ਲਗਾਤਾਰ। ਸੋ ਇਹ ਕਹਿੰਦੇ ਗੋਲਕਾ ਚੱਕ ਦੋ ਮੈਂਬਰ ਆਪੇ ਚਲੇ ਜਾਣਗੇ। ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੌਮ ਦੀ ਆ ਪਾਰਲੀਮੈਂਟ ਹੈ, ਕਿਉਂਕਿ ਭਗਵੰਤ ਮਾਨ ਨਾਸਤਿਕ ਬੰਦਾ ਹੈ, ਰੱਬ ਨੂੰ ਮੰਨਣ ਵਾਲਾ ਨਹੀਂ ਮੰਨਦਾ। ਜਿਹੜਾ ਚੀਫ ਮਿਨਿਸਟਰ, ਜਿਹੜਾ ਲੀਡਰ ਭਗਵੰਤ ਮਾਨ ਵਰਗਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ, ਉਹਨੂੰ ਕੀ ਮਰਿਆਦਾ ਦਾ ਪਤਾ ਇੱਥੋਂ ਦਾ। ਤਾਂ ਇਸ ਕਰਕੇ ਘਟੀਆ ਬਿਆਨ ਨਹੀਂ ਦੇਣੇ ਚਾਹੀਦੇ। ਕਿ ਨਾ ਪਾਣੀ ਹੈ, ਨਾ ਇਸ ਵਾਇਲ ਹੈ, ਨਾ ਜ਼ਮੀਨ ਹੈ। ਬਾਰ-ਬਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ। तो इस करके चीफ मिनिस्टर भगवंत मान देखिए, हमारी एक भारतीय जनता पार्टी ने लोकसभा प्रवास एक कार्यक्रम बनाया है और एक क्लस्टर बनाया है। किसी क्लस्टर में 4 सीटें हैं, किसी में 3 हैं। मेरे पास जो क्लस्टर है उसमें 4 सीटें हैं। गुरदासपुर है, अमृतसर है, जालंधर है और जम्मू कश्मीर की अनंतनाग है। इन 4 सीटों में लगातार मैं आता रहूंगा। संगठन मजबूत बना रहे, कार्यकर्ताओं में एकजुटता रहे और डेवलपमेंट के काम रुके नहीं, इसके लिए मैं जिला परिषद के साथ समीक्षा भी करता हूं और कुछ नई प्लान अगर आ सकती है तो उसके लिए योजना बनाना, यही हमारा उद्देश्य है। ਤੁਹਾਡੇ ਵੱਲੋਂ ਦਿੱਲੀ ਤੋਂ ਆ ਕੇ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਜਿਹੜਾ ਸਨੀ ਦਿਓਲ ਵੱਲੋਂ ਇੱਕ ਵਾਰੀ ਵੀ ਨਹੀਂ ਜਿਹੜਾ ਪੰਜਾਬ ਦੇ ਵਿੱਚ ਆਇਆ ਗਿਆ, ਉਹਨਾਂ ਵੱਲੋਂ ਗੁਰਦਾਸਪੁਰ ਦੇ ਵਿੱਚ ਆਏ। उनकी कुछ हेल्थ प्रॉब्लम है, लेकिन जो ये लोकसभा प्रवास कार्यक्रम है वो अपना आप एक ऐसा कार्यक्रम है
जिसमें यहाँ जो कार्यकर्ता बैठे हैं, जैसे हमारे ढिल्लो साहब हैं, मेरे पास साथ 2 दिन से हैं, और जो भी हमारे जिला प्रधान या संगठन के और लोग बैठे हैं, मैंने इनको कहा है, गिल साहब को, कि अब देखिए हम तो आएंगे तो लिमिट ही, लेकिन काम को ज्यादा करने का प्रयास करें तो वो चीजें काफी दूर हो जाएगी, ऐसा मैं मानता हूँ। सर मेरा एक प्रश्न, पंजाब पंजाब के माहौल ਨੂੰ किस तरह ਵੇਖਦੇ ਪਏ ਅੱਜ ਦੇ ਟਾਈਮ 'ਚ? क्या पंजाब ਦਾ ਜਿਹੜਾ ਮਾਹੌਲ ਹੈ ਉਸ ਨੂੰ किस तरह ਵੇਖਦੇ ਪਏ ਅੱਜ? पंजाब का शासन, पंजाब की जो प्रशासन माहौल है उस पर कैसे क्या देखिए, मैं दिल्ली में भी लोगों से बात करता रहता हूँ। कुछ हमारे जिले राजस्थान के भी पंजाब से लगते हैं, श्री गंगानगर और हनुमानगढ़ एकदम लगे हुए। पहले भी यहां मैं आया हूं। लोग ऐसा महसूस करते हैं कि गलती हो गई। शासन अनुभवहीन लोगों के हाथ में है, ऐसा आम नागरिक ऐसा महसूस करता है। लॉ एंड ऑर्डर बिगड़ गया। शासन में 2 काम बड़े होते हैं, किसी भी दल का शासन, उसके 2 काम बड़े होते हैं। एक होता है डेवलपमेंट एक्टिविटी और एक होता है गवर्नेंस। तो यहाँ डेवलपमेंट भी रुका है और गवर्नेंस भी गायब हुआ है, इसलिए माहौल तो अच्छा नहीं। आम आदमी पार्टी कह रही है कि केंद्र की शह के उपर ही पंजाब का माहौल खराब किया जा रहा है। केंद्रीय एजेंसियां जड़ियां हैं, जिस तरह अमृतपाल जो बयान दे रहा वा, वो केंद्र ही सबको करा रही है, केंद्र की एजेंसियां करा रही है। देखिए, 8 साल से हम केंद्र में शासन में, कोई एक केस तो प्रूव हुआ ही नहीं जिसमें हमने महिला फाइट इंटेंशन से काम किया है। कोई गलती करेगा तो अपनी जांच एजेंसियां काम करेगी। अब कोई जेल में बैठा कोई आदमी चिट्ठी लिखे कि अरविंद केजरीवाल जी ने हमसे पैसे मांगे या सत्येंद्र जैन ने पैसे मांगे, इसमें बीजेपी का क्या रोल है? इसमें तो वो जेल में बैठा वो कह रहा मैंने दिए हैं पैसे, उसमें बीजेपी का खास रोल आ गया। लेकिन आम आदमी पार्टी कह रही है कि केंद्र ਜਿਹੜੀ ਹੈਗੀ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਜਿਸ ਤਰ੍ਹਾਂ अमृतपाल ਦੀ ਗੱਲ ਕੀਤੀ ਜਾਵੇ, अमृतपाल ਨੂੰ ਟਾਰਗੇਟ ਕੀਤਾ ਵੀ ਏਜੰਸੀਆਂ ਦਾ ਬੰਦਾ ਵਾ, ਇੱਥੇ प्लांट ਕੀਤਾ ਗਿਆ। हमारा ये काम है ही नहीं जी। हमारा काम है सबका साथ सबका विकास। फिर बयानबाजी तो रोक क्यों लग रही है? एक मिनट, मैं आज जिला प्रशासन के साथ बैठक ले रहा हूँ। कहाँ पैसा आपका अटक रहा है? उन्होंने मुझे कल 3-4 मंत्रालय बताए कि यहाँ पैसा हमारा बाकी है। उन्होंने हिम्मत करके ये भी बताया कि पंजाब सरकार का भी इन मंत्रालयों में पैसा अटका हुआ है। तो अगर मैं पैसा गुरदासपुर को दिला दूंगा तो माहौल अच्छा कर रहा हूँ कि बिगाड़ रहा हूँ? हमारा काम नहीं है। मोदी जी का एक फॉर्मूला तय है, सबका साथ सबका विकास। हम सबका विकास करते हैं। क्या 2024 में जो इलेक्शन हो रही है, अभी 24 दूर है, अभी तो भारतीय जनता पार्टी खुद ही सक्षम है जी। तो कैंडिडेट सनी देओल होगे कि नया बदलना पड़ेगा जो हालात बने? सनी देओल अरे 24 दूर है, आएगा कोई भी या फिर जहाँ से लिया जाएगा? 24 दूर है, यही चर्चा करना है। इनसे आज चर्चा की है, खुले में की है मैंने तो। नहीं, हर बार गुरदासपुर में जब भी मेंबर पार्लियामेंट होता है बाहर से उतारा जाता है, अब भी बाहर से ही आएगा। क्या प्लान क्या है? यही पूछ रहे हैं। मैंने चर्चा खुले में की है, लेकिन अधिकतर लोगों का मत ये है, कार्यकर्ताओं का, कि हमारे में से ही कैंडिडेट होना चाहिए। जिला प्रधान की बात की जा रही है चुनाव के द्वारा, उसमें पहले नंबर पे नाम जा रहा है उसका पंजाब प्रधान का, उसमें फतेह जंग बाजवा का जा रहा है और लाडी जी का जा रहा है। नहीं, मुझे तो इसकी जानकारी नहीं हुई। जिला प्रधान वाली मुझे जानकारी नहीं। बात करते हैं कार्यकर्ता की सुनी जाती है। एमपी टिकट देनी तो बंदा बाहर से, पंजाब प्रधान लाता बंदा बाहर से, टिकट देनी बंदा। अब मैं कार्यकर्ता क्या अभी सुनो तो सही, मैं काय के लिए आया हूँ? मैं सुनने के लिए आया हूँ ना। हर बार ऐसे ही होता है, कार्यकर्ता लेकर बंदे बाहर से आते हैं। पहले कौन आया सुनने के लिए बताओ? पहले सुनने के लिए आया? देखिए वो तो अभी आई है ना, वो लोकसभा प्रवासी है। वो लोकसभा प्रवासी मीनाक्षी लेके जिसमें आया, मैं आ रहा हूँ, वो लोकसभा प्रवासी है। सर, आज आप बॉर्डर एरिया की विजिट करके आए हो। बहुत सारे ऐसे प्रोजेक्ट्स हैं जो रुके पड़े हैं, सेंटर के प्रोजेक्ट्स ही हैं, काफ़ी ज़्यादा रुके पड़े हैं। स्टेट का और सेंटर का तालमेल है ही नहीं किसी तरीके से। पर लोग जो हैं वहाँ के हिरास हो रहे हैं। उनमें से बॉर्डर एरिया की बहुत बुरी हालत है इस समय, चाहे वो सड़कों की हो, बॉर्डर एरिया में काम की हो। लड़के वहाँ से छोड़ के जो बाहर का रुख कर रहे हैं, तो मतलब गाँव के गाँव जो है वो खाली हो रहे हैं। तो बहुत चिंता का विषय है। इसके ऊपर भी कुछ केंद्र की ओर से क्या जो योजना बनाई जा रही है खासतौर पर बॉर्डर एरिया के लिए? देखिए, योजनाएं तो हम हर
कोई एक पर्टिकुलर राज्य के लिए तो बनाते नहीं है। हमारी योजना तो सब राज्यों के लिए है। इम्प्लीमेंटिंग एजेंसी यहाँ पे आम आदमी पार्टी की सरकार है। अगर उसकी कोई कमजोरी रहती है तो वो जाने। हम तो प्रयास करेंगे कि कोई पैसे की कमी नहीं आने देंगे इसके बीच में और हम भेदभाव भी नहीं करेंगे। आपने कहा कि केंद्र की जो योजना है उसका रिव्यू करने के लिए आए हैं, क्या दिखा यहाँ पे कि कैसा फीडबैक आपको मिला कि पंजाब की जो आप केंद्र से पैसा भेजते हो पंजाब लगा रहा है या नहीं लगा रहा? नहीं, कई जगह कम लग रहा है, मैंने महसूस किया है। अब जैसे अमृत सरोवर है, हर जिले में 75 बनने थे, गुरदासपुर में मैंने देखा 23 ही बने, तो तेजी से काम नहीं हो रहा कई जगह, लेकिन हम समीक्षा करके इसमें इम्प्रूवमेंट लाएंगे। सर मैंने देखा कि आपने अभी लाइन की रेलवे लाइन की बात की, मंगेरिया वाला कुछ इसका बात कर रहे हैं, नहीं रेलवे लाइन बना रहे हैं, करने के नहीं, मैंने आपको जो बताया वो दोबारा बता देता हूँ कि कुछ ऐसे डेवलपमेंट के प्रोजेक्ट हैं गुरदासपुर के जो जनता के बीच में है। जनता चाहती है कि ये अगर पूरे हो जाएं तो गुरदासपुर का भला होगा, नागरिकों को भी सुविधा मिलेगी। उसमें वो प्रोजेक्ट है, तो उसके लिए नया सर्वे होना, उसके लिए पैसा मंजूर कराना, इस काम में मैं लगा हूँ। आज मैंने 2-3 जगह बात की उसके लिए, रेलवे अधिकारियों को भी कहा और मैं मेरी रिपोर्ट में भी डालूंगा इसको। सर आपके जो बीजेपी कार्यकर्ता को देखने आपको मंडल प्रधान देख रहा है सभी है ना ये कार्यकर्ता, लोकल लीडर्स तो आई नहीं, ये सारे कौन है? ये सब ये महिला मोर्चे के रही, ये हमारे प्रभारी रहे, भारतीय जनता पार्टी ये ऐसी मोर्चे सब ये प्रदेश बैठे बैठे सभी बैठे, मंत्री जी की बात सुनो, सभी बैठे हैं जी। बहुत बहुत धन्यवाद जी, थैंक यू। चाय वगैरह पी लीजिए। ਦੇਖੋ ਇਹਦਾ ਆਲਮੋਸਟ 23 ਕਰੋੜ ਦੇ ਆਸ-ਪਾਸ ਬਜਟ ਸੀਗਾ ਤੇ ਜਿਹੜਾ ਦੋ ਹਿੱਸਿਆਂ ਦੇ ਵਿੱਚ ਹੀ ਲਗਭਗ 11 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਦਾ ਜਿਹੜਾ ਟੈਂਡਰ ਅਲੱਗ ਹੁੰਦਾ ਹੋਇਆ ਸੀਗਾ ਔਰ ਆਲਮੋਸਟ 11 ਕਰੋੜ ਸਮਥਿੰਗ ਜਿਹੜਾ ਟੈਂਡਰ ਸੀਗਾ ਉਹ ਅਲੱਗ ਹੋਇਆ ਸੀਗਾ। ਔਰ ਜਿਹੜਾ ਇਹ ਸੈਕਸ਼ਨ ਤੇ ਕੰਮ ਚੱਲ ਰਿਹਾ ਅੱਜ ਜਿਹੜੇ ਤੁਸੀਂ ਦੇਖੇ ਆ ਇੱਥੇ ਸੀਮੈਂਟਡ ਬਲਾਕ ਬਣੇ ਨੇ, ਇਹਨਾਂ ਦੇ ਥੱਲੇ ਪੁਸ਼ ਕਰਕੇ ਤੇ ਇਹਦੇ ਨੀਚੇ ਦੇਣੇ ਨੇ। ਇਹ ਸੈਂਟਰ ਗਵਰਨਮੈਂਟ ਦਾ ਪਾਰਟ ਆ ਤੇ ਜਿਹੜੇ ਬਾਕੀ ਹਿੱਸਾ ਆ ਉਹ ਪੰਜਾਬ ਗਵਰਨਮੈਂਟ ਨੇ ਟੈਂਡਰ ਲਾਇਆ ਸੀ ਔਰ ਪਰ ਇਹਦਾ 100% ਜਿਹੜੀ ਫੰਡਿੰਗ ਆ ਉਹ ਮੈਂ ਪੰਜਾਬ ਸਰਕਾਰ ਤੋਂ ਕਰਾਈ ਸੀ ਆਲਮੋਸਟ 23 ਕਰੋੜ ਰੁਪਇਆ। ਔਰ ਇੱਥੇ ਇਸ ਪ੍ਰੋਜੈਕਟ ਦਾ ਡਿਲੇ ਜ਼ਰੂਰ ਹੋਇਆ ਆ ਪਰ ਮੈਂ ਸਮੇਂ ਸਿਰ ਇੱਥੋਂ ਦੇ ਆਫੀਸਰਸ ਜਿਹੜੇ ਰੇਲਵੇ ਡਿਪਾਰਟਮੈਂਟ ਦੇ ਐਸਡੀਓ ਸਾਹਿਬ, ਐਕਸੀਅਨ ਸਾਹਿਬ, ਇਹਨਾਂ ਠੇਕੇਦਾਰ ਸਾਰਿਆਂ ਨੂੰ ਮਿਲਦਾ ਰਿਹਾ। ਪਰ ਕਿਤੇ ਨਾ ਕਿਤੇ ਇਹਨਾਂ ਦੀ ਬੇਵਸੀ ਇਸ ਕਰਕੇ ਸੀਗੀ ਕਿ ਮਟੀਰੀਅਲ ਦੀ ਸ਼ਾਰਟੇਜ ਆ। ਮਟੀਰੀਅਲ ਜਿਹੜਾ ਨਵੀਂ ਗਵਰਨਮੈਂਟ ਬਣੀ ਉਹਦੇ ਕਰਕੇ ਕੋਈ ਪੋਲੀਟੀਕਲ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਸਾਰੇ ਸਮਝਦੇ ਨੇ, ਉਹਦੇ ਕਰਕੇ ਮਟੀਰੀਅਲ ਦੀ ਸ਼ਾਰਟੇਜ ਆਉਣ ਕਰਕੇ ਥੋੜਾ ਇਹ ਡਿਲੇ ਜ਼ਰੂਰ ਹੋਇਆ ਹੈ। ਬਟ ਪਰਮਾਤਮਾ ਸੁੱਖ ਰੱਖੇ ਬੜੀ ਜਲਦੀ ਜਿਹੜਾ ਇਹ ਲੋਕਾਂ ਦੇ ਹਵਾਲੇ ਜਿਹੜਾ ਅੰਡਰ ਬ੍ਰਿਜ ਕੀਤਾ ਜਾਊਗਾ। ਔਰ ਬਾਕੀ ਨਾਲ ਮੈਂ ਇਹ ਵੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਈ ਵਾਰ ਇਹ ਹੁੰਦਾ ਕਿ ਲੀਡਰ ਜਦੋਂ ਇਲੈਕਸ਼ਨ ਆਉਂਦੀ ਹੈ ਵੋਟਾਂ ਲੈਂਦੇ ਨੇ ਔਰ ਉਹ ਅਨਾਉਂਸਮੈਂਟ ਕਰ ਜਾਂਦੇ ਨੇ ਕਿ ਚੱਲ ਯਾਰ ਵੋਟਾਂ ਲਈਏ, ਐਮਐਲਏ ਬਣੀਏ, ਆਪੇ ਫੰਡ ਸਰਕਾਰਾਂ ਦੇਣਗੀਆਂ ਨਾ ਦੇਣਗੀਆਂ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਪਹਿਲਾਂ ਫੰਡਿੰਗ ਇਹਦੀ ਜਿਹੜੀ ਮੈਂ ਕਰਵਾ ਕੇ ਇਹਦਾ ਜਿਹੜਾ ਰੇਲਵੇ ਦਾ ਸੀਗਾ 11 ਕਰੋੜ ਰੁਪਇਆ ਆਲਮੋਸਟ 10 ਕਰੋੜ 48 ਲੱਖ ਕੁਛ ਜਿਹੜਾ ਜਮ੍ਹਾਂ ਕਰਵਾ ਕੇ ਪੈਸੇ ਜਮ੍ਹਾਂ ਕਰਵਾ ਕੇ ਗਿਆ ਸੀਗਾ। ਸੋ ਇਹਦੇ 'ਚ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪੈਸਿਆਂ ਦੀ ਦਿੱਕਤ ਨਾ ਸਮਝਿਓ ਕਿ ਵੀ ਇਹਦੇ 'ਚ ਪੈਸੇ ਨਹੀਂ ਹੈਗੇ ਤਾਂ ਸਲੋ ਚੱਲ ਰਿਹਾ। ਇਹ ਮਟੀਰੀਅਲ ਜਿਹੜਾ ਉਹ ਪਿੱਛੋਂ ਘੱਟ ਮਿਲ ਰਿਹਾ, ਉਹਦੇ ਕਰਕੇ ਇਹ ਜਿਹੜਾ ਪ੍ਰੋਜੈਕਟ ਸਲੋ ਸੀਗਾ। ਪਰ ਮੈਂ ਕਾਫੀ ਪਿੱਛੇ ਚੜ੍ਹਿਆ ਹੋਇਆ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਲੋਕਾਂ ਦੇ ਹਵਾਲੇ ਪ੍ਰੋਜੈਕਟ ਅੱਜ ਰੇਲਵੇ ਦਾ ਕੰਮ ਜਿਹੜਾ ਕੰਪਲੀਟ ਹੋ ਰਿਹਾ ਜੀ। ਬਸ ਇਹਨਾਂ ਦੇ ਜਿਹੜੇ ਆਲਮੋਸਟ ਜਿਹੜੇ ਬਲਾਕ ਬਣੇ ਨੇ ਆ ਤੁਸੀਂ ਦੇਖ ਸਕਦੇ ਹੋ, ਬਾਰਡਰ ਜਿਹੜੇ ਲੋਹੇ ਦੇ ਪਾਤੇ ਇਹਦੇ ਉੱਤੋਂ ਦੀ ਟ੍ਰੇਨ ਚੱਲਦੀ ਰਹੇਗੀ। ਤੇ ਇਹਨਾਂ ਦੇ ਅੱਜ ਕੱਲ੍ਹ ਟੈਕਨੀਕ ਬੜੀ ਆ ਕਿਉਂਕਿ ਜੇ ਤੋਂ ਟ੍ਰੇਨ ਚੱਲੇਗੀ ਔਰ ਜਿਹੜੇ ਹਾਈਡ੍ਰੋਲਿਕ ਇਹਨਾਂ ਕੋਲ ਹੈਗੇ ਨੇ ਉਹਨਾਂ ਦੇ ਨਾਲ ਪੁਸ਼ ਕਰਕੇ ਬਲਾਕ ਇਹਦੇ ਥੱਲੇ ਆ ਜਾਣੇ ਨੇ ਤੇ ਜਿਹੜਾ ਕੋਈ ਇੱਕ ਅੱਧਾ ਬਲਾਕ ਨਵਾਂ ਬਣਨਾ ਉਹ ਫਿਰ ਮੌਕੇ ਤੇ ਬਣਾ ਦੇਣਗੇ। ਮਤਲਬ ਰੇਲਵੇ ਦਾ ਆਲਮੋਸਟ ਕੰਮ ਜਿਹੜਾ ਕੰਢੇ ਤੇ ਆਇਆ ਹੋਇਆ। ਔਰ ਜਿਹੜਾ ਪਰਲਾ ਕੰਮ ਹੈ ਜਿਹੜਾ ਪੰਜਾਬ ਗਵਰਨਮੈਂਟ ਨੇ ਟੈਂਡਰ ਲਾਇਆ ਸੀ ਉਹ ਇਸ ਕਰਕੇ ਰੋਕਿਆ ਹੋਇਆ, ਨਹੀਂ ਤੇ ਉਹ ਵੀ ਨਾਲ ਦੀ ਨਾਲ ਸ਼ੁਰੂ ਹੋਣਾ ਸੀ। ਇਹਨਾਂ ਦਾ ਕੰਮ ਰੁਕਦਾ ਸੀਗਾ, ਰੇਲਵੇ ਡਿਪਾਰਟਮੈਂਟ ਨੇ ਰਿਕੁਐਸਟ ਕੀਤੀ ਸੀ ਕਿ ਸਾਡਾ ਕੰਮ ਰੁਕਦਾ, ਇਸ ਕਰਕੇ ਥੋੜਾ ਜਿਹਾ ਉਹਨੂੰ ਡਿਲੇ ਕਰ ਦਿਓ। ਸੋ ਉਮੀਦ ਆ ਕਿ ਬੜੀ ਜਲਦੀ ਜਿਹੜਾ ਅੰਡਰ ਬ੍ਰਿਜ ਜਿਹੜਾ ਚਾਲੂ ਹੋ ਜਾਏਗਾ ਔਰ
ਬੱਸ ਸਟੈਂਡ ਵੀ ਉਹਦੇ ਕਰਕੇ ਥੋੜਾ ਜਿਹਾ ਸਲੋ ਚੱਲ ਰਿਹਾ ਕੰਮ, ਕਿਉਂਕਿ ਜਿਸ ਦਿਨ ਇਹ ਚਾਲੂ ਹੋਇਆ ਨਾਲ ਦੀ ਨਾਲ ਬੱਸ ਸਟੈਂਡ ਵੀ ਲੋਕਾਂ ਦੇ ਹਵਾਲੇ ਮੈਂ ਕਰਕੇ ਜਾਵਾਂਗਾ, ਕਿਉਂਕਿ ਉਹ ਆਲਮੋਸਟ ਕੰਪਲੀਟ ਆ ਬੱਸ ਸਟੈਂਡ। ਕਿਹਾ ਕਿ ਲੇਟ ਹੋ ਰਿਹਾ ਆ ਕੁਝ ਬਜਟ ਕਰਕੇ, ਪਰ ਸਰ ਜੋ ਮਾਈਨਿੰਗ ਪਾਲਿਸੀ ਕਰਕੇ ਜ਼ਿਆਦਾਤਰ ਜਿਹੜੀ ਦਿੱਕਤਾਂ ਆ ਰਹੀਆਂ ਆ, ਅੱਜ ਮਜ਼ਦੂਰਾਂ ਨੂੰ ਜਿਹੜਾ ਘਰਾਂ ਦੇ ਵਿੱਚ ਬੈਠਿਆਂ ਨੂੰ ਕਾਫੀ ਸਮਾਂ ਹੋ ਗਿਆ ਆ, ਅਜੇ ਵੀ ਮਾਈਨਿੰਗ ਪਾਲਿਸੀ ਜਿਹੜੀ ਆ ਉਹਦਾ ਕਿਤੇ ਅਤਾ ਪਤਾ ਨਹੀਂ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਸ ਸੂਬੇ ਦੇ ਮਜ਼ਦੂਰ, ਪਹਿਲੀ ਵਾਰੀ ਹਿਸਟਰੀ 'ਚ ਮੇਰੀ ਹੋਸ਼ 'ਚ ਤੇ ਪਹਿਲੀ ਵਾਰ ਹੋਇਆ ਕਿ ਜਿਸ ਸੂਬੇ ਦੇ ਮਜ਼ਦੂਰ ਦਿਹਾੜੀਦਾਰ ਜਿਹੜੇ ਘਰ ਬੈਠ ਜਾਣ, ਉੱਥੇ ਮੈਂ ਠੇਕੇਦਾਰ ਜਾਂ ਅਫਸਰਾਂ ਨੂੰ ਕਿਵੇਂ ਖਿੱਚ ਸਕਣਾ, ਕਿਉਂਕਿ ਆਫਟਰ ਆਲ ਪੈਸੇ ਤੇ ਹੈਗੇ ਆ, ਪਰ ਉਹ ਮਟੀਰੀਅਲ ਤੇ ਕਿੱਥੋਂ ਲੈ ਕੇ ਆਉਣ, ਕਿਉਂਕਿ ਜੇ ਮਟੀਰੀਅਲ ਨਹੀਂ ਆ ਰਿਹਾ, ਲੋਕਾਂ ਨੂੰ ਦਿਹਾੜੀਆਂ ਨਹੀਂ ਮਿਲਦੀਆਂ, ਸਾਰੇ ਪ੍ਰੋਜੈਕਟਸ ਜਿਹੜੇ ਆ ਉਹ ਸਲੋ ਹੋਏ ਪਏ ਆ, ਸਾਰੇ ਕੰਮ ਬੰਦ ਹੋਏ ਪਏ ਆ। ਸੋ ਇਸ ਕਰਕੇ ਇਹਨਾਂ ਨੂੰ ਇਸ ਘਾਟਾ ਵੀ ਠੇਕੇਦਾਰਾਂ ਨੂੰ ਝੱਲਣਾ ਪੈ ਰਿਹਾ, ਪਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਚਾਲੂ ਕੀਤਾ ਜਾਵੇ, ਤਾਂ ਜੋ ਲੋਕ ਜਿਹੜੇ ਆ ਉਹ ਇਹਦਾ ਫਾਇਦਾ ਲੈ ਸਕਣ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਰ ਕਿਸ ਤਰ੍ਹਾਂ ਦੇਖਦੇ ਹੋ? ਅੱਜ ਕੱਲ੍ਹ ਜੋ ਪੰਜਾਬ ਦੀ ਖਾਸ ਕਰ ਹਰ ਜਗ੍ਹਾ ਲੁੱਟਾਂ ਖੋਹਾਂ ਹੋ ਰਹੀਆਂ, ਹਰ ਜਗ੍ਹਾ ਮਰਡਰ ਹੋ ਰਿਹਾ। ਮੈਂ ਚਾਹੁੰਦਾ ਕਿ ਬੜਾ ਮੇਰੇ ਵਾਸਤੇ ਖੁਸ਼ੀ ਦਾ ਮੌਕਾ ਆ ਕਿ ਜਿਹੜਾ ਪ੍ਰੋਜੈਕਟ ਇਲੈਕਸ਼ਨ ਤੋਂ ਪਹਿਲਾਂ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ, ਉਹ ਅੱਜ ਸਿਰੇ ਚੜ ਰਿਹਾ। 4 ਘੰਟੇ ਦੀ ਬ੍ਰੇਕ ਲੈ ਕੇ ਤੇ ਅੱਜ ਜਿਹੜਾ ਗਾਰਡਰ ਲੋਹੇ ਦੇ ਪਾ ਕੇ ਤੇ ਪ੍ਰੋਜੈਕਟ ਸਿਰੇ ਚੜ ਰਹੇ ਆ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੇ ਜਿਹੜੇ ਕੰਮ ਸੀਗੇ ਉਹ ਤੇਜ਼ੀ ਫੜ ਕੇ ਤੇ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਣ। ਪੋਲੀਟੀਕਲ ਗੱਲ ਜਿਹੜੀ ਲਾਅ ਐਂਡ ਆਰਡਰ ਜਿਹੜੀਆਂ ਇਹ ਗੱਲਾਂ ਫਿਰ ਮੈਂ ਕਰਾਂਗਾ ਜ਼ਰੂਰ, ਪਰ ਲਾਅ ਐਂਡ ਆਰਡਰ ਮੈਂ ਕੀ ਕਰਨੀ ਹੈ? ਅੱਜ ਤੱਕ ਕਿਸੇ ਬੱਚੇ ਅੱਗੇ ਮਾਈਕ ਕਰ ਦਿਓ, ਦੱਸ ਦੂਗਾ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ। ਮੇਰੇ ਖਿਆਲ ਨਹੀਂ ਕੋਈ 1 ਜਾਂ 2 ਦਿਨ ਨਾਗਾ ਪੈਂਦਾ ਤੇ ਕੋਈ ਕਤਲ ਹੋ ਜਾਂਦਾ, ਜਾਂ 2 ਦਿਨ ਨਾਗਾ ਪੈਂਦਾ ਤੇ ਕਿਤੇ ਵਾਰਦਾਤ ਹੋ ਜਾਂਦੀ ਹੈ। ਸੋ ਇਹ ਤੇ ਬੱਚੇ ਨੂੰ ਪਤਾ ਕਿ ਇਸ ਵੇਲੇ ਲਾਅ ਐਂਡ ਆਰਡਰ ਦਾ ਕੀ ਹਾਲ ਹੈ, ਇਸ ਵੇਲੇ ਮਜ਼ਦੂਰਾਂ ਦਾ ਕੀ ਹਾਲ ਹੈ, ਮਿਸਤਰੀਆਂ ਦਾ ਕੀ ਹਾਲ ਹੈ, ਠੇਕੇਦਾਰਾਂ ਦਾ, ਮਤਲਬ ਹਰ ਬੰਨੇ ਜਿਹੜਾ ਉਹ ਸਿਸਟਮ ਹਿੱਲਿਆ ਪਿਆ ਆ। ਉਹ ਮੈਂ ਸਰਕਾਰ ਨੂੰ ਇਹ ਕਹਾਂਗਾ ਕਿ ਥੋੜਾ ਜਿਹਾ ਇਸ ਬੰਨੇ ਧਿਆਨ ਦੇਣ, ਤਾਂ ਜੋ ਜਿਹੜੇ ਗਰੀਬ ਲੋਕ ਨੇ, ਦਿਹਾੜੀਦਾਰ ਨੇ, ਮਜ਼ਦੂਰ, ਉਹ ਆਪਦਾ ਸਵੇਰੇ ਕੰਮ ਤੇ ਜਾਂਦੇ ਨੇ, ਸ਼ਾਮ ਨੂੰ ਰੋਟੀ ਉੱਥੋਂ ਉਹਨਾਂ ਨੇ ਕਮਾ ਕੇ ਖਾਣੀ ਆ। ਸੋ ਇਸ ਕਰਕੇ ਸਰਕਾਰ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ। ਅਭਿਨਵ ਜੀ ਜੋ ਜਿਹੜੇ ਡਿਪਟੀ ਚੀਫ ਇੰਜੀਨੀਅਰ ਨੇ, ਉਹ ਵੀ ਇੱਥੇ ਮੌਕੇ ਤੇ ਆਏ ਨੇ, ਐਕਸ਼ਨ ਸਾਹਿਬ ਵੀ ਆਏ ਨੇ। ਸੋ ਇਹਨਾਂ ਦਿੱਤੀ ਹੈ ਅਸ਼ੋਰੈਂਸ ਕਿ ਜਿਹੜਾ ਜਲਦੀ ਮਾਰਚ ਦਾ ਟਾਰਗੇਟ ਲੈ ਕੇ ਚੱਲ ਰਹੇ ਆ ਕਿ ਉਸ ਤੱਕ ਇਹਨਾਂ ਦਾ ਜਿਹੜਾ ਰੇਲਵੇ ਦਾ ਪਾਰਟ ਆ ਉਹਨੂੰ ਇਹ ਕੰਪਲੀਟ ਕਰ ਦੇਣਗੇ। ਸੋ ਇਸ ਤੋਂ ਬਾਅਦ ਜਿਹੜੇ ਅਪਰੋਚ ਰੋਡਸ ਨੇ ਜਿਨ੍ਹਾਂ ਦਾ ਟੈਂਡਰ ਪੰਜਾਬ ਗਵਰਨਮੈਂਟ ਕੋਲ ਆਇਆ ਸੀਗਾ, ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦੀ ਉਹਨੂੰ ਸਪੀਡ ਅਪ ਕਰਕੇ ਤੇ ਨਾਲ ਦੀ ਨਾਲ ਹੀ ਜਿਹੜਾ ਦੋਨਾਂ ਦਾ ਕੰਮ ਰੇਲਵੇ ਡਿਪਾਰਟਮੈਂਟ ਦਾ ਤੇ ਦੂਸਰਾ ਜਿਹੜਾ ਇਕੱਠੇ ਹੋ ਜਾਣ, ਤਾਂ ਜੋ ਲੋਕਾਂ ਨੂੰ ਇਸ ਅੰਡਰਬ੍ਰਿਜ ਦੀ ਸੁਵਿਧਾ ਜਲਦੀ ਤੋਂ ਜਲਦੀ ਮੈਂ ਦੇ ਸਕਾਂ। ਸੋ ਮੈਂ ਸਭ ਧੰਨਵਾਦ ਮੈਂ ਲੋਕਾਂ ਦਾ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਵਿਧਾਨ ਸਭਾ ਭੇਜਿਆ, ਔਰ ਖੁਸ਼ੀ ਇਸ ਗੱਲ ਦੀ ਆ ਕਿ ਜਿਹੜੀ ਚੀਜ਼ ਮੈਂ ਪਰਮਾਤਮਾ ਅੱਗੇ ਅਰਦਾਸ ਕਰਕੇ ਇਹ ਕਹੀ ਸੀ ਕਿ ਮੈਂ ਕੰਪਲੀਟ ਕਰਾਵਾਂਗਾ, ਅੱਜ ਉਹਨਾਂ ਨੂੰ ਕੰਪਲੀਸ਼ਨ ਦੇਖਦਿਆਂ ਹੋਇਆਂ ਬੜੀ ਖੁਸ਼ੀ ਆ ਮਨ ਦੇ ਵਿੱਚ। ਮੈਂ ਹੁਣ ਚੰਡੀਗੜ੍ਹੋਂ ਆਇਆ, ਕਿਉਂਕਿ ਕੱਲ ਵੀ ਮੈਨੂੰ ਪਤਾ ਲੱਗਿਆ ਸੀਗਾ ਤੇ ਮੈਂ ਕੱਲ ਚਲੋ ਹੁਣ ਲੇਟ ਪਹੁੰਚਿਆ, ਪਰ ਆਸ ਆ ਕਿ ਜਿਹੜਾ ਜਿੰਨਾ ਸਮਾਂ ਇਹ ਬੰਦ ਰਿਹਾ ਔਰ ਜਦੋਂ ਇਹ ਚਾਲੂ ਹੋਏਗਾ ਲੋਕਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਆਊਗਾ, ਕਿਉਂਕਿ ਹੁਣ ਤੇ ਕਿਲੋਮੀਟਰਾਂ ਤੱਕ ਲਾਈਨਾਂ ਸ਼ੁਰੂ ਹੋ ਗਈਆਂ ਸੀ। ਸੋ ਇਸ ਕਰਕੇ ਡਿਲੇ ਦੀ ਜਿਹੜੀ ਆ ਉਹ ਇੱਕ ਨੈਚੁਰਲੀ ਜਿਹੜਾ ਡਿਲੇ ਉਹ ਕਿਸੇ ਦਾ ਵੀ ਕੋਈ ਕਸੂਰ ਨਹੀਂ, ਕਿਉਂਕਿ ਮਟੀਰੀਅਲ ਦੀ ਸ਼ਾਰਟੇਜ ਹੋਣ ਕਰਕੇ ਸਾਰੇ ਪ੍ਰੋਜੈਕਟ ਲੰਮਕ ਰਹੇ ਨੇ, ਉਹਦੇ ਕਰਕੇ ਥੋੜਾ ਡਿਲੇ ਹੋਇਆ। ਸੋ ਆਸ ਕਰਦੇ ਹਾਂ ਕਿ ਅੰਡਰਬ੍ਰਿਜ ਤੇ ਬੱਸ ਸਟੈਂਡ ਦੋਨੇ ਜਿਹੜੇ ਆ ਲੋਕਾਂ ਨੂੰ ਜਲਦੀ ਮੈਂ ਲੋਕ ਅਰਪਿਤ ਕਰਾਂਗਾ।